ਲਾਲ ਸਿੰਘ ਕਲਸੀ ਦਾ ਨਾਵਲ ਜੀਤੀ ਦਾ 20ਵਾਂ ਕਾਂਡ। ਜੀਤੀ ਦਾ ਘਰੇ ਇੱਕ ਮਿੰਟ ਵੀ ਦਿਲ ਨਹੀਂ ਸੀ ਲੱਗਦਾ। ਬਿੱਲੂ ਦਾ ਤਾਂ ਵਿਹਾਰ ਸਿਰਫ ਚਰਨੇ ਨਾਲ ਜਾਂ ਸ਼ਰਾਬ ਨਾਲ ਹੀ ਰਹਿ ਗਿਆ ਸੀ ਤੇ ਜੀਤੀ ਨੂੰ ਦੋਵੇਂ ਪਸੰਦ ਨਹੀਂ ਸਨ। ਸੁਰਿੰਦਰ ਭਰਜਾਈ ਦੇ ਕੌੜੇ ਤੇ ਸੜੀਅਲ ਸੁਭਾਅ ਨੇ ਜੀਤੀ ਦਾ ਭਰਜਾਈ ਨਾਲ ਰਹਿਣ ਦਾ ਚਾਅ ਵੀ ਫਿੱਕਾ ਪਾ ਦਿੱਤਾ। ਸੁਰਿੰਦਰ ਨੂੰ ਬਾਪ ਦੀ ਜਾਇਦਾਦ ਤੇ ਲਿਆਂਦੇ ਦਾਜ ਦਾ ਬੜਾ ਘਮੰਡ ਸੀ। ਉਹਦੇ ਬੋਲਣ ਤੇ ਗੱਲ ਕਰਨ ਦਾ ਜ਼ਰਾ ਜਿੰਨੀ ਵੀ ਚੱਸ ਨਹੀਂ ਸੀ। ਭਾਬੀ ਤੂੰ ਹੀ ਵੱਜ ਕੇ ਵੇਖ ਬਿੱਲੂ ਨੂੰ, ਸ਼ਰਾਬ ਤੋਂ ਮੈਂ ਤਾਂ ਵਾਹ ਲਾ ਥੱਕੀ। ਜੋ ਚੀਜ਼ ਕਿਸੇ ਨੂੰ ਗੁੜਤੀ 'ਚ ਮਿਲੀ ਹੋਵੇ ਉਹ ਮੈਂ ਕਿਵੇਂ ਛੁਡਾ ਦਿਆਂ। ਆਪਦੀ ਗੱਲ ਦਾ ਜਵਾਬ ਸੁਣ ਕੇ ਜੀਤੀ ਦਾ ਮੂੰਹ ਕੁੜੱਤਣ ਨਾਲ ਭਰ ਗਿਆ। ਸੁਰਿੰਦਰ ਨੇ ਤਾਂ ਸਹੁਰੇ ਨੂੰ ਵੀ ਵਿੱਚੇ ਵੜ ਲਿਆ ਸੀ। ਅੱਛਾ ਭਾਬੀ, ਸਵੇਰ ਤੋਂ ਮੈਂ ਅਕੈਡਮੀ ਜਾਇਆ ਕਰੂੰਗੀ, ਪੜ੍ਹਾਈ ਦਾ ਕਾਫੀ ਨੁਕਸਾਨ ਹੋ ਗਿਆ। ਜੇ ਸਰਦਾ ਸੀ ਤਾਂ ਨੁਕਸਾਨ ਨਹੀਂ ਸੀ ਕਰਨਾ ਤੇ ਹੁਣ ਘਰੇ ਨਹੀਂ ਪੜ ਸਕਦੀ। ਜੇ ਘਰੇ ਪੜ੍ਹਾਈ ਹੋ ਸਕੇ ਤਾਂ ਮੈਨੂੰ ਚਾਹ ਹੈ ਰਾਹਾਂ 'ਚ ਰੁਲਣ ਦਾ। ਗਿਆਨੀ ਦਾ ਸਿਲੇਬਸ ਹੈ ਹੀ ਔਖਾ, ਬਿਨਾਂ ਕੋਚਿੰਗ ਪਾਸ ਹੋਣ ਦੀ ਉਮੀਦ ਨਹੀਂ ਹੁੰਦੀ। ਜੇ ਸਿਲੇਬਸ ਨਾ ਵੀ ਔਖਾ ਹੋਵੇ ਤਾਂ ਕੀ ਹੈ, ਸ਼ਹਿਰ ਆਉਣ ਜਾਣ ਨਾਲ ਲੱਤ ਬਾਂਹ ਮੁੱਕੜੀ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਉਲਟੇ ਸਿੱਧੇ ਜਵਾਬ ਸੁਣ ਕੇ ਜੀਤੀ ਸੁਰਿੰਦਰ ਨੂੰ ਬੁਲਾਉਣ ਤੋਂ ਵੀ ਪਰਹੇਜ਼ ਕਰਨ ਲੱਗੀ, ਪਰ ਉਹ ਕਿਸੇ ਵੀ ਕੀਮਤ ਤੇ ਆਪਣੇ ਟੀਚੇ ਨੂੰ ਪੂਰਾ ਕਰਨਾ ਚਾਹੁੰਦੀ ਸੀ। ਘਰ ਦੇ ਅਣਸੁਖਾਵੇਂ ਮਾਹੌਲ ਨੇ ਉਹਨੂੰ ਰੁੱਝੇ ਰਹਿਣ ਲਈ ਹੋਰ ਵੀ ਪ੍ਰੇਰਿਆ। ਕਿਸ਼ਨ ਸਿੰਘ ਨੂੰ ਹੁਣ ਕੁੜਮਾਂ ਤੋਂ ਹੀ ਵੇਲ ਨਹੀਂ ਸੀ ਮਿਲਦੀ। ਜਿੱਥੇ ਉਹਨੇ ਬਿੱਲੂ ਦਾ ਵਿਆਹ ਕਰਕੇ ਇਹ ਸੋਚ ਲਿਆ ਸੀ ਕਿ ਉਹਦੇ ਗਲ ਪਈ ਕਬੀਲਦਾਰੀ ਉਹਨੂੰ ਸਿੱਧੇ ਰਾਹ ਪਾ ਦੇਗੀ, ਉੱਥੇ ਉਹ ਇਹ ਭੁੱਲ ਗਿਆ ਕਿ ਗੱਡੀ ਦੇ ਡਰਾਈਵਰ ਦੇ ਨਾਲ ਗਾਰਡ ਦੀ ਵੀ ਲੋੜ ਹੁੰਦੀ ਹੈ। ਜੀਤੀ ਵਿਹਲੇ ਸਮੇਂ ਦਾ ਹਰੇਕ ਪਲ ਘਰ ਦੇ ਕੰਮ 'ਚ ਸੁਰਿੰਦਰ ਦਾ ਹੱਥ ਵਟਾਉਣ 'ਚ ਲਾਉਂਦੀ, ਪਰ ਭਰਜਾਈ ਦੀ ਹਮਦਰਦੀ ਤੇ ਸਾਥ ਤੋਂ ਫਿਰ ਵੀ ਸੱਖਣੀ ਰਹਿੰਦੀ। ਭਾਬੀ ਅੱਧੀ ਰਾਤ ਤੱਕ ਚਰਨੇ ਦਾ ਬਿੱਲੂ ਕੋਲ ਬੈਠੇ ਰਹਿਣਾ ਤੇ ਤੇਰਾ ਵੀ ਉਹਨਾਂ ਕੋਲ ਬੈਠਣਾ ਚੰਗਾ ਨਹੀਂ ਲੱਗਦਾ। ਜੇ ਤੇਰੇ ਕੋਲ ਬੈਠਾਂ ਤਾਂ ਤੇਰੀ ਪੜ੍ਹਾਈ ਖਰਾਬ ਹੁੰਦੀ ਹੈ, ਜੇ ਉੱਥੇ ਬੈਠਾਂ ਤਾਂ ਚੰਗਾ ਨਹੀਂ ਲੱਗਦਾ। ਦੱਸ ਮੈਂ ਕਿਹੜੇ ਖੂਹ 'ਚ ਛਾਲ ਮਾਰਾਂ। ਮੈਂ ਕਦੋਂ ਕਿਹਾ ਤੂੰ ਮੇਰੇ ਕੋਲ ਨਾ ਬੈਠਿਆ ਕਰ? ਜਦੋਂ ਤੇਰਾ ਭਰਾ ਆਵਾਜ਼ ਮਾਰ ਲੈਂਦਾ ਫੇਰ ਤੂੰ ਉਸੇ ਨੂੰ ਕਿਉਂ ਨਹੀਂ ਕਹਿੰਦੀ ਕਿ ਉਹ ਚਰਨੇ ਨੂੰ ਕਹਿ ਦੇਵੇ? ਕੀ ਕਹਿ ਦੇਵੇ? ਕਿ ਉੱਠ ਜਾ ਘਰੋਂ। ਇਉਂ ਕਿਸੇ ਨੂੰ ਕਹਿ ਹੁੰਦਾ ਭਲਾ? ਕਹਿਣ ਨੂੰ ਕੀ ਹੈ, ਮਿਲਣ ਦਾ ਬੈਠਣ ਦਾ ਕੋਈ ਵੇਲਾ ਹੁੰਦਾ ਹੈ। ਇਹ ਕੀ ਅੱਧੀ ਰਾਤ ਤੱਕ? ਜੀਤੀਏ ਮੈਨੂੰ ਮੱਤਾਂ ਦੇਣ ਨਾਲੋਂ ਜੋ ਪਹਿਲਾਂ ਹੀ ਉਹਨੂੰ ਨਾ ਗਝਾਉਂਦੇ ਤਾਂ। ਭਾਬੀ ਕੀ ਕਹਿਨੀ ਹੈ ਤੂੰ? ਮੈਂ ਠੀਕ ਕਹਿਨੀ ਆ। ਮੇਰੇ ਆਉਣ ਤੋਂ ਪਹਿਲਾਂ ਘਰੇ ਤੁਸੀਂ ਸੀ ਦੋਵੇਂ ਭੈਣ ਭਰਾ। ਇਹ ਤੋਂ ਅੱਗੇ ਜੀਤੀ ਦਾ ਗੱਲ ਕਰਨਾ ਢਿੱਡ ਤੋਂ ਕਮੀਜ਼ ਚੁੱਕਣ ਬਰਾਬਰ ਸੀ। ਉਹ ਜਾਣ ਗਈ ਸੀ ਕਿ ਚਰਨੇ ਦੀਆਂ ਗੱਲਾਂ ਦਾ ਬਿੱਲੂ ਨਾਲੋਂ ਸੁਰਿੰਦਰ ਨੂੰ ਵੱਧ ਚਸਕਾ ਸੀ। ਚਰਨਿਆ ਰਾਤ ਨੂੰ ਤੂੰ ਸਾਡੇ ਘਰੇ ਨਾ ਬੈਠਿਆ ਕਰ, ਮੇਰੀ ਨਨਾਣ ਰਾਣੀ ਗੁੱਸੇ ਹੁੰਦੀ ਹੈ। ਤੂੰ ਭਾਬੀ ਉਹਨੂੰ ਛੱਡ, ਤੂੰ ਤਾਂ ਨਹੀਂ ਗੁੱਸੇ ਹੁੰਦੀ। ਮੈਨੂੰ ਕੀ ਇਤਰਾਜ਼ ਹੈ ਭਾਵੇਂ। ਬਸ ਆਪਾਂ ਨੂੰ ਹੁਣ ਕੋਈ ਡਰ ਨਹੀਂ। ਕਹਿ ਚਰਨਾ ਕੁਰਸੀ ਤੇ ਵਿਛ ਜਾਂਦਾ। ਗੱਲਾਂ ਕਰਦਿਆਂ ਜਦੋਂ ਚਰਨੇ ਦਾ ਦਿਲ ਕਰਦਾ ਉਦੋਂ ਉੱਠਦਾ ਤੇ ਭਾਵੇਂ ਬਿੱਲੂ ਬੈਠਾ ਹੀ ਹੋਵੇ। ਅੱਛਾ ਭਾਬੀ ਚੱਲਦੇ ਆਂ, ਕਹਿ ਉਹ ਤੋਂ ਇਜਾਜ਼ਤ ਲੈਂਦਾ ਤੇ ਸੁਰਿੰਦਰ ਵੀ ਬੂਹਾ ਖੋਲ ਕੇ ਉਹਨੂੰ ਲੰਘਾਉਂਦੀ। ਬਿੱਲੂ ਉੱਪਰ ਇਹਦਾ ਕੋਈ ਅਸਰ ਨਹੀਂ ਸੀ। ਅੱਜ ਜੀਤੀ ਕਾਲਜ ਗਈ, ਬਰਨਾਲੇ ਤੋਂ ਵਾਪਸ ਨਹੀਂ ਸੀ ਮੁੜੀ। ਬਿੱਲੂ ਨੂੰ ਜੀਤੀ ਦੇ ਘਰ ਹੋਣ ਜਾਂ ਨਾ ਹੋਣ ਦਾ ਨਾ ਕੋਈ ਡਰ ਸੀ ਨਾ ਕੋਈ ਫਿਕਰ। ਅੱਜ ਉਹ ਚਰਨੇ ਨਾਲ ਸ਼ਾਮ ਢਲਣ ਤੋਂ ਹੀ ਪੀਣ ਲੱਗਾ ਹੋਇਆ ਸੀ। ਰਸੋਈ ਦਾ ਕੰਮ ਸੁਰਿੰਦਰ ਨੂੰ ਕਰਨਾ ਪੈ ਰਿਹਾ ਸੀ, ਜਿਸ ਕਰਕੇ ਉਹਨਾਂ ਦੇ ਕੋਲ ਬੈਠ ਉਹ ਗੱਲਾਂ ਦਾ ਸਵਾਦ ਨਹੀਂ ਸੀ ਲੈ ਸਕਦੀ। ਉਹ ਛੇਤੀ ਕੰਮ ਖਤਮ ਕਰਕੇ ਉਹਨਾਂ ਕੋਲ ਬੈਠਣਾ ਚਾਹੁੰਦੀ ਸੀ। ਚਰਨੇ ਦੀ ਤੱਕਣੀ, ਉਹਦੀਆਂ ਗੱਲਾਂ ਬਾਤਾਂ ਤੇ ਸਾਥ ਤੋਂ ਬਿਨਾਂ ਸੁਰਿੰਦਰ ਨੂੰ ਜ਼ਰਾ ਜਿੰਨਾ ਵੀ ਹੁਲਾਰ ਜਾਂ ਸਵਾਦ ਨਹੀਂ ਸੀ ਮਿਲਦਾ। ਉਹ ਚਰਨੇ ਦੀਆਂ ਗੱਲਾਂ ਤੇ ਉਹਦੇ ਅੰਦਾਜ਼ ਨੂੰ ਵੇਖ ਖੁਸ਼ ਹੁੰਦੀ ਰਹਿੰਦੀ। ਚਰਨਾ ਬਿੱਲੂ ਨਾਲੋਂ ਉਂਝ ਵੀ ਬਣਦਾ ਫੱਬਦਾ ਸੀ। ਸੁਰਿੰਦਰ ਦਾ ਚਰਨੇ ਨੂੰ ਇੱਕ ਟੱਕ ਵੇਖੀ ਜਾਣਾ ਉਸ ਅੰਦਰ ਖੁਦਕੁਤੀ ਜੀ ਛੇੜਦਾ, ਪਰ ਉਹ ਬੁੱਲਾਂ ਤੇ ਜੀਭ ਫੇਰ ਕੇ ਰਹਿ ਜਾਂਦਾ। ਲਿਆ ਛਿੰਦਰੋ ਰੋਟੀ ਲਿਆ, ਕੀ ਕਰਦੀ ਐ ਤੂੰ ਹੁਣ ਤੱਕ? ਚਰਨਿਆ ਮੈਂ ਜ਼ਰਾ ਬਾਹਰ ਜਾਵਾਂ, ਤੂੰ ਬੈਠ ਰੋਟੀ ਖਾ ਕੇ ਜਾਈਂ, ਕਹਿ ਬਿੱਲੂ ਬਾਹਰ ਨੂੰ ਨਿਕਲ ਗਿਆ। ਮੈਂ ਕੋਈ ਮਦਦ ਕਰਾਵਾਂ ਭਾਬੀ? ਚਰਨੇ ਨੇ ਅੰਦਰਲੇ ਬੂਹੇ ਕੋਲ ਖੜੋ ਕੇ ਪੁੱਛਿਆ। ਜਦੋਂ ਸਾਰਾ ਕੁਝ ਹੋ ਗਿਆ ਉਦੋਂ ਪੁੱਛਦਾ, ਪਹਿਲਾਂ ਸੁੱਤਾ ਸੀ ਤੂੰ, ਹੁਣ ਵੇਖਾਂ ਜਾਗ ਪਿਆ। ਦੱਸ ਕੀ ਕਰਨਾ ਹੈ? ਕਹਿ ਚਰਨਾ ਰਸੋਈ 'ਚ ਚਲਾ ਗਿਆ। ਲੈ ਚੁੱਕ ਰੋਟੀਆਂ ਤੇ ਪਾਣੀ ਵਾਲਾ ਜੱਗ, ਮੈਂ ਦਾਲ ਸਬਜ਼ੀ ਲੈ ਕੇ ਆਈ। ਚਰਨਾ ਰੋਟੀਆਂ ਤੇ ਜੱਗ ਮੇਜ਼ ਤੇ ਰੱਖ ਕੇ ਸਾਹਮਣੀ ਕੁਰਸੀ ਤੇ ਬੈਠ ਗਿਆ। ਦਾਲ ਸਬਜ਼ੀ ਦੀਆਂ ਕੌਲੀਆਂ ਥਾਲ 'ਚ ਰੱਖੀ ਮਗਰੇ ਛਿੰਦਰੋ ਆ ਗਈ। ਮੇਜ਼ ਤੇ ਕੌਲੀਆਂ ਰੱਖਣ ਲੱਗੀ ਛਿੰਦਰੋ ਦੇ ਚਿਹਰੇ ਤੋਂ ਚਰਨੇ ਦੀ ਨਿਗਾਹ ਜਿਉਂ ਹੀ ਉਹਦੇ ਗਲਮੇ ਤੇ ਪਈ ਉਹਦੇ ਤੌਰ ਘੁੰਮ ਗਏ। ਉਹਨੇ ਬਾਹੋਂ ਫੜ ਇੱਕੋ ਝਟਕੇ ਨਾਲ ਛਿੰਦਰੋ ਨੂੰ ਖਿੱਚ ਕੇ ਬਾਹਾਂ 'ਚ ਨਪੇੜ ਲਿਆ। ਜੇ ਉਹ ਆ ਜਾਂਦਾ ਤਾਂ ਬੇਸ਼ਰਮ ਨਾ ਹੋਵੇ ਤਾਂ। ਦੁਪੱਟੇ ਨਾਲ ਮੂੰਹ ਪੂੰਝਦੀ ਸੁਰਿੰਦਰ ਰਸੋਈ ਵੱਲ ਨੂੰ ਨਿਕਲ ਗਈ। ਜਿੱਦਣ ਦਾ ਤੈਨੂੰ ਵੇਖਿਆ ਭਾਬੀ, ਮੇਰੀ ਹਿੱਕ ਤੇ ਤਾਂ ਸੱਪ ਲੇਟਦਾ ਰਿਹਾ। ਮੂੰਹ ਬੰਦ ਰੱਖ ਓਏ,
ਉਹ ਆਉਂਦਾ ਹੋਊਗਾ। ਬੂਹੇ ਵੱਲੋਂ ਕੰਨ ਵੜਿੱਕਾ ਲੈ ਕੇ ਛਿੰਦਰੋ ਨੇ ਕਿਹਾ। ਮੈਨੂੰ ਤਾਂ ਹੁਣ ਸਾਲੀ ਪੂਰੀ ਬੋਤਲ ਵੀ ਨਸ਼ਾ ਕਰਨੋਂ ਹਟ ਗਈ। ਜੇ ਕਸਰ ਹੈ ਤਾਂ ਮਖਾ ਹੋਰ ਲਿਆਵਾਂ? ਅੰਦਰ ਵੜਦਿਆਂ ਬਿੱਲੂ ਨੇ ਪੁੱਛਿਆ। ਅੱਜ ਤਾਂ ਕੁਝ ਬਣਿਆ ਹੀ ਨਹੀਂ ਯਾਰ, ਭੈਣ ਦੇ ਨੇ ਨਿਰਾ ਪਾਣੀ ਵੇਚਦੇ ਆ ਠੇਕੇ ਵਾਲੇ ਵੀ। ਲਿਆਈ ਇੱਥੋਂ ਪੈਸੇ, ਮੈਂ ਲਿਆਉਣਾ ਜਾ ਕੇ, ਬਿੱਲੂ ਨੇ ਛਿੰਦਰੋ ਨੂੰ ਕਿਹਾ। ਆ ਫੜ ਯਾਰ। ਉਹ ਕਿੱਥੋਂ ਲਿਆਊ ਅੰਦਰੋਂ ਜਾ ਕੇ? 100 ਦਾ ਨੋਟ ਕੱਢ ਕੇ ਚਰਨੇ ਨੇ ਬਿੱਲੂ ਦੇ ਹੱਥ ਫੜਾ ਠੇਕੇ ਨੂੰ ਤੋਰਤਾ। ਬੂਹੇ ਚੋਂ ਸਿਰ ਬਾਹਰ ਕੱਢ ਕੇ ਬਿੱਲੂ ਦੇ ਦੂਰ ਜਾਣ ਦੀ ਤਸੱਲੀ ਕਰਕੇ ਚਰਨੋਂ ਨੇ ਬੂਹਾ ਬੰਦ ਕਰ ਖੜੀ ਛਿੰਦਰੋ ਨੂੰ ਮੰਜੇ ਤੇ ਸੁੱਟ ਕੇ ਜੱਫੀ 'ਚ ਕੱਸ ਲਿਆ। ਛਿੰਦੋ, ਰੱਬ ਵੀ ਬਿੱਜੂਆਂ ਨੂੰ ਹੂਰਾਂ ਵੰਡਦਾ, ਉਹਦੇ ਘਰ ਵੀ ਢੇਰ ਹੈ। ਚਰਨੇ ਨੇ ਇੱਕ ਲੰਮਾ ਹੌਕਾ ਲਿਆ। ਸੰਯੋਗਾਂ ਦੇ ਵੱਸ ਹੈ ਚਰਨੀ। ਹੌਕੇ ਦਾ ਜਵਾਬ ਹੌਕੇ 'ਚ ਦਿੰਦੀ ਛਿੰਦੋ ਚਰਨੇ ਨਾਲ ਲਿਪਟ ਗਈ। ਤੈਨੂੰ ਇਸ ਘਰ ਬਿੱਲੂ ਤੋਂ ਸੁੱਖ ਨਹੀਂ ਮਿਲਦਾ ਲੱਗਦਾ। ਚਰਨੇ ਨੇ ਛਿੰਦੋ ਨੂੰ ਅੰਦਰੋਂ ਟੋਇਆ। ਉਹ ਤਾਂ ਡੱਫ ਕੇ ਮੁੱਦੇ ਮੂੰਹ ਡਿੱਗ ਪੈਂਦਾ ਹੈ। ਮੇਰੀ ਰਾਤ ਕਿਵੇਂ ਲੰਘਦੀ ਹੈ, ਮੈਂ ਮਰਾਂ ਚਾਹੇ ਜੀਵਾਂ, ਇਹਨੂੰ ਕੋਈ ਸੁੱਧ ਸਾਰ ਨਹੀਂ। ਤੂੰ ਫਿਕਰ ਨਾ ਕਰ, ਮੈਂ ਤੇਰੇ ਦੁੱਖ ਸੁੱਖ ਵੰਡਾਊਂਗਾ ਛਿੰਦੀਏ। ਨਾ ਚਰਨੀ, ਉਹ ਆਜੂਗਾ। ਠੇਕਾ ਪਿੰਡ ਦੇ ਦੂਜੇ ਪਾਸੇ ਐਡੀ ਛੇਤੀ ਨਹੀਂ ਮੁੜਨ ਲੱਗਾ। ਮੈਨੂੰ ਡਰ ਲੱਗਦਾ ਚਰਨੀ, ਅੱਜ ਵਰਗਾ ਮੌਕਾ ਹੱਥ ਨਹੀਂ ਆਉਣਾ। ਛਿੰਦੋ ਮੂੰਹ ਹੱਥ ਧੋ ਸਿਰ ਦੇ ਵਾਲ ਸਵਾਰ ਤਸੱਲੀ ਨਾਲ ਬੈਠ ਗਈ। ਚਰਨਾ ਵੀ ਨਲਕੇ ਤੋਂ ਹੱਥ ਮੂੰਹ ਧੋ ਰੋਟੀ ਦੀ ਬੁਰਕੀ ਮੂੰਹ ਪਾਉਣ ਨਹੀਂ ਲੱਗਾ ਕਿ ਬਿੱਲੂ ਆ ਗਿਆ। ਲੈ ਚਰਨਿਆ, ਹੁਣ ਨਸ਼ਾ ਨਾ ਹੋਵੇ ਖਾਂ, ਆਖ ਕੇ ਲਿਆਇਆ। ਜਦੋਂ ਬਾਹਮਣ ਤਾਂ ਠੇਕੇਦਾਰ ਬਣ ਗਏ, ਹੁਣ ਸ਼ਰਾਬਾਂ 'ਚ ਨਸ਼ੇ ਕੀ ਸੁਆਹ ਹੋਣੇ ਆ? ਕਿਉਂ? ਬਾਹਮਣ ਸ਼ਰਾਬ ਦੀ ਥਾਂ ਗੰਗਾ ਜਲ ਵੇਚਣ ਲੱਗ ਪਏ ਚਰਨਿਆ। ਉਹ ਮਖਾਂ, ਜਦੋਂ ਸਾਰੇ ਕੰਮ ਹੀ ਉਲਟੇ ਹੋ ਗਏ ਤਾਂ ਨਸ਼ਾ ਕੀ ਰਹਿਣਾ ਉਹਨਾਂ ਦੇ ਹੱਥੋਂ? ਉਹ ਤਾਂ ਆਪ ਮੁਰਗੇ ਬੋਤਲ ਬਿਨਾਂ ਰੋਟੀ ਨਹੀਂ ਖਾਂਦੇ। ਹੁਣ ਉਹ ਬਾਹਮਣ ਨਹੀਂ ਰਹਿ ਗਏ। ਹਾਂ, ਹੁਣ ਉਹ ਨਾ ਰਹਿ ਗਏ ਜੀ, ਹੋਰ ਕੁਝ ਬਣ ਗਏ, ਹੋਰ ਕੁਝ ਬਣ ਗਏ। ਲੈ ਚੁੱਕ ਤੇ ਪੀ। ਇਉਂ ਪੌਣੀ ਬੋਤਲ ਖਾਲੀ ਕਰਨ ਤੱਕ ਬਿੱਲੂ ਅੰਗਰੇਜ਼ੀ ਬੋਲਣ ਲਾਤਾ ਚਰਨੇ ਨੇ, ਵਾਧੂ ਹੜਾ ਪਾ ਕੇ। ਲੈ ਰੋਟੀ ਖਾ ਲੈ ਹੁਣ। ਚਰਨੇ ਨੇ ਬਿੱਲੂ ਹੱਥ ਰੋਟੀ ਫੜਾਈ। ਠਹਿਰ, ਮੈਂ ਗਰਮ ਕਰਕੇ ਲਿਆਈ। ਚਰਨੇ ਅੱਗੋਂ ਦਾਲ ਰੋਟੀ ਚੁੱਕ ਜਦੋਂ ਉਹਨੂੰ ਛਿੰਦੋ ਗਰਮ ਕਰਕੇ ਲਿਆਈ ਤਦੋਂ ਨੂੰ ਬਿੱਲੂ ਲੁੜਕ ਚੁੱਕਾ ਸੀ। ਆ ਜਾ ਮੋਰਨੀਏ, ਅੱਜ ਤਾਂ ਰੱਬ ਬਹੁਤ ਹੀ ਖੁਸ਼ ਹੋਇਆ ਲੱਗਦਾ ਆਪਾਂ ਤੇ। ਆ ਜਾ, ਬਹਿ ਜਾ, ਰੋਟੀ ਖਾਈਏ। ਛਿੰਦੋ ਨੂੰ ਖਿੱਚ ਕੇ ਬੁੱਕਲ 'ਚ ਬਿਠਾ ਚਰਨਾ ਬੁਰਕੀਆਂ ਤੋੜ ਉਹਦੇ ਮੂੰਹ ਪਾਉਣ ਲੱਗਾ। ਇੰਨਾ ਨਿਡਰ ਐ ਤੂੰ ਚਰਨੀ, ਭੋਰਾ ਨਹੀਂ ਡਰਦਾ। ਸ਼ਰਾਬੀ ਤਾਂ ਮਰਿਆਂ ਬਰੋਬਰ ਹੀ ਹੁੰਦਾ ਹੈ। ਸੁਪਨਾ ਆਇਆ ਤਾਂ ਯਾਦ ਰਹਿ ਜੂ, ਪਰ ਸ਼ਰਾਬੀ ਦੇ ਅੱਖੀਂ ਵੇਖੇ ਤੇ ਮੂੰਹੋਂ ਬੋਲੀ ਠੀਕ ਗੱਲ ਨੂੰ ਵੀ ਦੂਜੇ ਦਿਨ ਗਲਤ ਕਹਿ ਸਕਦਾ ਆਦਮੀ। ਚੱਲ ਬੁਝਾ ਬੱਤੀ ਤੇ ਆ ਜਾ ਇੱਧਰ ਨੂੰ। ਅੱਜ ਮੈਂ ਘਰੇ ਕੀ ਲੈਣ ਜਾਣਾ? ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬੇ ਰੱਖ। ਤੂੰ ਤਾਂ ਅੱਜ ਮੇਰਾ ਵੀ ਡਰ ਚੁੱਕਦਾ ਚਰਨੀ, ਐਂ ਤਾਂ ਕਦੇ ਵੀ ਨਿਧੜਕ ਨਹੀਂ ਸੀ ਹੋਈ। ਤੂੰ ਮੇਰੇ ਹੁੰਦੇ ਡਰੀ ਨਾ ਹੁਣ ਭੋਰਾ ਵੀ, ਕਹਿ ਕੇ ਚਰਨਾ ਛਿੰਦੋ ਨੂੰ ਹਿੱਕ ਨਾਲ ਘੁੱਟ ਲੈਂਦਾ। ਸਵੇਰੇ ਮੂੰਹ ਨੇਰੇ ਛਿੰਦੋ ਨੂੰ ਸੁੱਤੀ ਛੱਡ ਚਰਨਾ ਬਾਹਰਲੇ ਬੂਹੇ ਨਿਕਲ ਗਿਆ। ਜਦੋਂ ਮਾਲੇ ਨੇ ਆ ਕੇ ਬਿੱਲੂ ਨੂੰ ਆਵਾਜ਼ ਮਾਰੀ ਤਾਂ ਸੁਰਿੰਦਰੋ ਦੀ ਅੱਖ ਖੁੱਲੀ ਤਾਂ ਉਹਨੇ ਉੱਠ ਕੇ ਬਾਹਰਲਾ ਬੂਹਾ ਭੇੜਿਆ। ਕਾਂਡ 21। ਪ੍ਰੋਫੈਸਰ ਸੁਰੇਸ਼ ਸ਼ਰਮਾ ਕੱਲ ਸ਼ਾਮ ਦਾ ਫਿਰੋਜ਼ਪੁਰ ਗਿਆ ਨਹੀਂ ਸੀ ਮੁੜਿਆ। ਅੱਜ ਦੀ ਕਲਾਸ ਪੜ੍ਹਾਈ ਦੀ ਥਾਂ ਕੁੜੀਆਂ ਦੀਆਂ ਗੱਪਾਂ ਤੇ ਹਾਸੇ ਠੱਠੇ ਦੀ ਲੱਗ ਕੇ ਆਪੇ ਖਤਮ ਹੋ ਗਈ। ਵੇਲਾ ਸਮਾਂ ਵੇਖ ਸ਼ੀਲਾ ਜੀਤੀ ਨੂੰ ਸ਼ਹੀਦ ਫਿਲਮ ਵਿਖਾਉਣ ਚਲੀ ਗਈ। ਫਿਲਮ ਵੇਖ ਕੇ ਜੀਤੀ ਪਿੰਡ ਜਾਂਦੀ ਬੱਸ 'ਚ ਬੈਠ ਆਦਤ ਅਨੁਸਾਰ ਕਿਤਾਬ ਪੜ੍ਹਨ ਲੱਗੀ। ਬੱਸ ਖੜਦੀ ਤਾਂ ਉਹਨੂੰ ਉਦੋਂ ਪਤਾ ਲੱਗਾ ਜਦੋਂ ਅੱਧੋ-ਅੱਧ ਸਵਾਰੀਆਂ ਹੇਠਾਂ ਉਤਰ ਗਈਆਂ। ਜੀਤੀ ਨੇ ਖਿੜਕੀ 'ਚੋਂ ਬਾਹਰ ਵੇਖਿਆ, ਪਤਾ ਲੱਗਾ ਕਿ ਅੱਗੇ ਫਿਰੋਜ਼ਪੁਰ ਬਰਨਾਲਾ ਬੱਸ ਉਲਟੀ ਹੋਈ ਸੀ। ਜੀਤੀ ਕਾਹਲੀ ਬੱਸ 'ਚੋਂ ਹੇਠਾਂ ਉਤਰੀ। ਲੋਕ ਬੱਸ 'ਚੋਂ ਸਵਾਰੀਆਂ ਨੂੰ ਖਿੱਚ ਧੂ ਕੇ ਕੱਢ ਰਹੇ ਸੀ। ਸਵਾਰੀਆਂ ਦੇ ਕਾਫੀ ਸੱਟਾਂ ਵੱਜਣ ਕਰਕੇ ਲਹੂ ਨਾਲ ਲੱਥ-ਪੱਥ ਕੱਪੜੇ ਫਟੇ ਬੇਪਛਾਣ ਹੋਏ ਸੀ। ਜੀਤੀ ਨੇ ਪਹਿਲੀ ਵਾਰ ਅਜਿਹਾ ਹਾਦਸਾ ਵੇਖਿਆ ਸੀ। ਇੱਕ ਮਰਦਾਵੀ ਸਵਾਰੀ ਨੂੰ ਕੁਝ ਆਦਮੀਆਂ ਨੇ ਬਾਹਰ ਕੱਢਿਆ ਜਿਹਦੇ ਕਾਫੀ ਸੱਟਾਂ ਸਨ। ਜੀਤੀ ਵੀ ਸਵਾਰੀਆਂ ਦੇ ਨੇੜੇ ਪੁੱਜ ਕੇ ਜ਼ਖਮੀਆਂ ਦੀ ਮਦਦ ਕਰਨ ਲੱਗੀ। ਇਸ ਆਦਮੀ ਨੂੰ ਵੇਖ ਜੀਤੀ ਨੂੰ ਚੱਕਰ ਆ ਗਿਆ ਤਾਂ ਪ੍ਰੋਫੈਸਰ ਸੁਰੇਸ਼ ਸ਼ਰਮਾ ਸੀ। ਉਹਨੇ ਦੂਜੀਆਂ ਸਵਾਰੀਆਂ ਤੋਂ ਵਿਹਲੀ ਹੋ ਝਟਪਟ ਉਹਨੂੰ ਸੰਭਾਲਿਆ, ਉਹਦਾ ਮੂੰਹ ਮੱਥਾ ਸਾਫ਼ ਕੀਤਾ। ਕੋਲ ਖੜੇ ਇੱਕ ਦੋ ਆਦਮੀਆਂ ਦੀ ਮਦਦ ਨਾਲ ਉਹਨੇ ਸ਼ਰਮੇ ਨੂੰ ਜ਼ਰਾ ਹਵਾ 'ਚ ਲਿਆ ਕੇ ਲਟਾਇਆ। ਵੀਰ ਜੀ, ਗੰਭੀਰ ਹਾਲਤ ਵਾਲਿਆਂ ਨੂੰ ਹਸਪਤਾਲ ਪਹੁੰਚਾਉਣ ਦਾ ਹੀਲਾ ਕਰੀਏ। ਇਹ ਮੇਰੇ ਕਾਲਜ ਦੇ ਪ੍ਰੋਫੈਸਰ ਸ਼ਰਮਾ ਨੇ। ਡਰਾਈਵਰ ਦੇ ਵੀ ਸੱਟਾਂ ਕਾਫੀ ਸੀ। ਬਰਨਾਲੇ ਵੱਲ ਨੂੰ ਕੋਈ ਬੱਸ ਟਰੱਕ ਜਾਂਦਾ ਨਾ ਵੇਖ ਕੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਗੱਡਾ ਤੇ ਟਰੈਕਟਰ ਲੈ ਆਏ। ਇੰਨੇ ਨੂੰ ਇੱਕ ਜੀਪ ਆਈ ਜਿਹਦੇ 'ਚ ਡਰਾਈਵਰ ਤੇ ਪ੍ਰੋਫੈਸਰ ਸ਼ਰਮਾ ਨੂੰ ਪਾ ਇੱਕ ਆਦਮੀ ਦੇ ਨਾਲ ਜੀਤੀ ਬਰਨਾਲੇ ਹਸਪਤਾਲ ਲੈ ਆਏ। ਟਾਈਮ ਬਹੁਤ ਹੋ ਚੁੱਕਾ ਸੀ। ਹਸਪਤਾਲ 'ਚੋਂ ਡਾਕਟਰ ਜਾ ਚੁੱਕਾ ਸੀ। ਮਰੀਜ਼ਾਂ ਦੇ ਪਹੁੰਚਣ ਤੇ ਡਾਕਟਰ ਨੂੰ ਟੈਲੀਫੋਨ ਕਰਕੇ ਬੁਲਾਇਆ। ਡਾਕਟਰ ਥਾਣੇ SDM ਤੇ ਡਿਪੂ ਮੈਨੇਜਰ ਨੂੰ ਹਾਦਸੇ ਦੀ ਖਬਰ ਕਰਕੇ ਆਪ ਮਰੀਜ਼ਾਂ ਦੀ ਦੇਖਭਾਲ 'ਚ ਰੁੱਝ ਗਏ। ਮਰੀਜ਼ਾਂ ਨੂੰ ਆਉਣ ਸਾਰੀ ਨਰਸਾਂ ਸੰਭਾਲ ਰਹੀਆਂ ਸਨ, ਪਰ ਅਜੇ ਹੋਰ ਵੀ ਆ ਰਹੇ ਸਨ।
ਜਿਸ ਲਈ ਬਿਸਤਰੇ ਤੇ ਸਮਾਨ ਤਿਆਰ ਕਰਨ ਲਈ ਕਹਿ ਡਾਕਟਰ ਨੇ ਜੀਤੀ ਦੀ ਮਦਦ ਨਾਲ ਮਰੀਜ਼ਾਂ ਦੀ ਦੇਖਭਾਲ ਸ਼ੁਰੂ ਕਰਤੀ। ਡਾਕਟਰ ਸਾਹਿਬ ਇਹਨਾਂ ਦੀ ਕੀ ਪੋਜੀਸ਼ਨ ਹੈ? ਪ੍ਰੋਫੈਸਰ ਸ਼ਰਮੇ ਦੀ ਮੱਲਮ ਪੱਟੀ ਕਰ ਰਹੇ ਡਾਕਟਰ ਨੂੰ ਜੀਤੀ ਨੇ ਪੁੱਛਿਆ। ਫਿਕਰ ਵਾਲੀ ਕੋਈ ਗੱਲ ਨਹੀਂ, ਥੋੜੀ ਸਿਰ 'ਚ ਸੱਟ ਜ਼ਿਆਦਾ ਹੈ ਜਿਸ ਕਰਕੇ ਬੇਹੋਸ਼ ਹੋ ਗਏ ਹੈ। ਮੈਂ ਗਲੂਕੋਜ਼ ਲਾ ਰਿਹਾ, ਜੇ ਹੋ ਸਕੇ ਤਾਂ ਬਲੱਡ ਅਰੇਂਜ ਕਰੋ, ਸ਼ਾਇਦ ਆਪਰੇਸ਼ਨ ਦੀ ਲੋੜ ਪਵੇ। ਕਿੰਨੀ ਕੁ ਦੇਰ 'ਚ ਹੋਸ਼ 'ਚ ਆ ਜਾਣਗੇ? ਜੀਤੀ ਨੇ ਪਸੀਜ ਕੇ ਕਿਹਾ। ਉਮੀਦ ਹੈ ਸਵੇਰੇ 8 ਵਜੇ ਤੋਂ ਪਹਿਲਾਂ ਤੱਕ ਹੋਸ਼ ਆ ਜਾਏਗਾ। ਤੁਸੀਂ ਘਬਰਾਓ ਨਾ, ਮੈਂ ਇੰਜੈਕਸ਼ਨ ਦੇ ਦਿੱਤਾ ਹੈ। ਡਾਕਟਰ ਦੀ ਤਸੱਲੀ ਜੀਤੀ ਦਾ ਧੀਰਜ ਨਾ ਬਣ ਸਕੀ ਤੇ ਉਹਦਾ ਜ਼ਬਰਦਸਤੀ ਰੋਣ ਨਿਕਲ ਗਿਆ। ਡਾਕਟਰ ਦੇ ਅਗਲੇ ਕਮਰੇ ਜਾਂਦਿਆਂ ਜੀਤੀ ਪ੍ਰੋਫੈਸਰ ਸ਼ਰਮਾ ਦੇ ਦਿਲ ਤੇ ਸਿਰ ਨੂੰ ਆਸਤਾ-ਆਸਤਾ ਮਲਣ ਲੱਗ ਪਈ। ਉਹਨੂੰ ਪ੍ਰੋਫੈਸਰ ਦੇ ਘਰ ਖਬਰ ਕਰਨ ਦੀਆਂ ਵਿਉਂਤਾਂ ਸੋਚਦੀ ਨੂੰ ਰਾਤ ਦੇ 11 ਵੱਜ ਚੁੱਕੇ ਸੀ। ਪ੍ਰੋਫੈਸਰ ਅਜੇ ਤੱਕ ਬੇਹੋਸ਼ ਪਿਆ ਸੀ। ਡਿਊਟੀ ਨਰਸਾਂ ਨੂੰ ਛੱਡ ਸਪੈਸ਼ਲ ਡਿਊਟੀ ਤੇ ਬੁਲਾਈਆਂ ਨਰਸਾਂ ਅਜੇ ਤੱਕ ਮਰੀਜ਼ਾਂ ਨੂੰ ਸੰਭਾਲ ਰਹੀਆਂ ਸੀ। ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੀ ਸੰਭਾਲ ਕਰਕੇ ਤੇ ਦੂਸਰਿਆਂ ਨੂੰ ਨਰਸਾਂ ਦੀ ਨਿਗਰਾਨੀ ਹੇਠ ਛੱਡ ਕੇ ਬਲੱਡ ਦੀ ਹਿਦਾਇਤ ਕਰਕੇ ਡਾਕਟਰ ਵੀ ਚਲਾ ਗਿਆ ਸੀ। ਜੀਤੀ ਕਦੇ ਪ੍ਰੋਫੈਸਰ ਦੇ ਦਿਲ ਦੀ ਧੜਕਣ ਵੇਖਦੀ, ਕਦੇ ਉਹਦੀ ਨਬਜ਼, ਪਰ ਉਹਦੀ ਬੇਚੈਨੀ ਨੂੰ ਕਿਵੇਂ ਵੀ ਚੈਨ ਨਾ ਮਿਲਦਾ। ਇਉਂ ਹੀ ਸਵੇਰ ਹੋ ਗਈ। 7 ਵਜੇ ਨਰਸਾਂ ਦੀ ਡਿਊਟੀ ਬਦਲੀ। ਰਾਤ ਦੀ ਡਿਊਟੀ ਵਾਲੀ ਸਟਾਫ ਨਰਸ ਦਿਨ ਵਾਲੀ ਨੂੰ ਮਰੀਜ਼ਾਂ ਦਾ ਵੇਰਵਾ ਦੱਸ ਕੇ ਚਲੀ ਗਈ। ਨਰਸਾਂ ਨੂੰ ਡਿਊਟੀਆਂ ਵੰਡ ਸਟਾਫ ਨਰਸ ਜਦ ਪ੍ਰੋਫੈਸਰ ਦੇ ਬੈੱਡ ਕੋਲ ਪੁੱਜੀ, ਹੈ ਇਹ ਪ੍ਰੋਫੈਸਰ ਸ਼ਰਮਾ ਤਾਂ ਨਹੀਂ? ਰਾਜਧਾਨੀ ਅਕੈਡਮੀ ਵਾਲੇ ਪਛਾਣਦਿਆਂ ਜੀਤੀ ਨੂੰ ਪੁੱਛਣ ਲੱਗੀ। ਜੀ ਹਾਂ ਸਿਸਟਰ, ਉਹੀ ਨੇ। ਤੁਸੀਂ ਇਹਨਾਂ ਨੂੰ ਜਾਣਦੇ ਹੋ? ਜੀਤੀ ਨੂੰ ਜਿਵੇਂ ਕੁਝ ਹੌਸਲਾ ਤੇ ਧਰਵਾਸ ਮਿਲਿਆ। ਹਾਂ, ਇਹ ਮੇਰੇ ਘਰ ਦੇ ਨਜ਼ਦੀਕ ਹੀ ਹੈ। ਇਹਨਾਂ ਦੇ ਘਰ ਸੁਨੇਹਾ ਪਹੁੰਚਾਓਗੇ ਸਿਸਟਰ ਪਲੀਜ਼? ਜੀਤੀ ਰੋਣ ਹਾਕੀ ਹੋਈ ਸੀ। ਮੈਂ ਕੋਸ਼ਿਸ਼ ਕਰਦੀ ਹਾਂ, ਕਹਿ ਉਹ ਚਲੀ ਗਈ। ਥੋੜੀ ਦੇਰ ਬਾਅਦ ਇੱਕ ਨਰਸ ਟਰੇ 'ਚ ਇੰਜੈਕਸ਼ਨ ਲੈ ਆ ਪੁੱਜੀ। ਜ਼ਰਾ ਬਾਂਹ ਪਕੜੋ, ਨਾੜ 'ਚ ਟੀਕਾ ਲਾਉਣਾ ਹੈ। ਜੀਤੀ ਨੇ ਬਾਂਹ ਘੁੱਟ ਕੇ ਫੜ ਕੇ ਨਾੜ 'ਚ ਟੀਕਾ ਲਵਾਤਾ। ਗਲੂਕੋਜ਼ ਦੀ ਬੋਤਲ ਵੀ ਬਦਲਤੀ ਸੀ। ਇਸ ਵੇਲੇ ਪ੍ਰੋਫੈਸਰ ਦੀ ਹਾਲਤ ਤੇ ਨਬਜ਼ ਰਾਤ ਨਾਲੋਂ ਅੱਛੀ ਸੀ। ਹਾਂ ਬੀਬੀ, ਕੈਸੇ ਹੈ ਪ੍ਰੋਫੈਸਰ ਸ਼ਰਮਾ? ਡਾਕਟਰ ਨੇ ਆ ਕੇ ਪੁੱਛਿਆ। ਅਜੇ ਤੱਕ ਹੋਸ਼ 'ਚ ਨਹੀਂ ਆਏ ਡਾਕਟਰ ਸਾਹਿਬ। ਥੋੜੀ ਇੰਤਜ਼ਾਰ ਕਰੋ, ਜਲਦੀ ਹੋਸ਼ 'ਚ ਆਉਣ ਵਾਲੇ ਹੈ। ਟੀਕਾ ਲੱਗ ਗਿਆ ਹੈ। ਪੁੱਛ। ਡਾਕਟਰ ਅੱਗੇ ਰਾਊਂਡ ਤੇ ਚਲਾ ਗਿਆ। ਜੀਤੀ ਦੀ ਨਜ਼ਰ ਸ਼ਰਮੇ ਦੇ ਚਿਹਰੇ ਤੇ ਜੰਮੀ ਸੀ। ਉਹਨੇ ਚਿਹਰੇ ਦਾ ਉਤਰਾ ਚੜ੍ਹਾ ਵੇਖਿਆ। ਅੱਖ ਫਰਕੀ, ਥੋੜਾ ਮੂੰਹ ਵੀ ਹਰਕਤ 'ਚ ਆਇਆ। ਫਿਰ ਹੱਥ ਹਿੱਲਿਆ, ਫਿਰ ਅੱਖਾਂ ਖੁੱਲੀਆਂ। ਜੀਤੀ ਨੇ ਇੱਕਦਮ ਪ੍ਰੋਫੈਸਰ ਸੁਰੇਸ਼ ਦਾ ਹੱਥ ਫੜ ਕੇ ਚਿਹਰੇ ਤੇ ਹੱਥ ਫੇਰਿਆ। ਸਰ ਤਬੀਅਤ ਕੈਸੀ ਹੈ? ਜੀਤੀ, ਮੈਂ ਇੱਥੇ ਕਿਵੇਂ? ਤੂੰ ਪ੍ਰੋਫੈਸਰ ਨੂੰ ਕੋਈ ਯਾਦ ਹੀ ਨਹੀਂ ਸੀ। ਹਾਂ ਸਰ, ਤੁਹਾਡੇ ਬੱਸ 'ਚ ਸੱਟਾਂ ਲੱਗੀਆਂ ਸੀ। ਸਭ ਠੀਕ ਹੋ ਜਾਏਗਾ। ਤੁਸੀਂ ਠੀਕ ਹੋ ਨਾ ਹੁਣ? ਜੀਤੀ ਹਰਫਲੀ ਹੋਈ, ਕੁਝ ਖੁਸ਼ੀ ਤੇ ਕੁਝ ਪਰੇਸ਼ਾਨੀ 'ਚ ਠੀਕ ਹੋਈ ਬੋਲ ਵੀ ਨਹੀਂ ਸੀ ਸਕਦੀ। ਆਹਾ, ਗਲੂਕੋਜ਼ ਕਦੋਂ ਐਡਮਿਟ ਕਰਾਇਆ ਮੈਨੂੰ? ਸਰ ਰਾਤ ਦੇ ਤੁਸੀਂ ਇੱਥੇ ਹੋ। ਸਿਸਟਰ ਪ੍ਰੋਫੈਸਰ ਸਾਹਿਬ ਹੋਸ਼ 'ਚ ਆ ਗਏ। ਤੀਜੇ ਬੈੱਡ ਕੋਲ ਖੜੀ ਨਰਸ ਨੂੰ ਜੀਤੀ ਨੇ ਆਵਾਜ਼ ਮਾਰੀ। ਕੰਗ੍ਰੈਚੁਲੇਸ਼ਨਸ, ਹਾਊ ਆਰ ਯੂ ਪ੍ਰੋਫੈਸਰ ਸ਼ਰਮਾ? ਕੋਲ ਆ ਕੇ ਨਰਸ ਨੇ ਪ੍ਰੋਫੈਸਰ ਨੂੰ ਪੁੱਛਿਆ। ਹੁਣ ਤਾਂ ਅੱਛਾ ਸਿਸਟਰ, ਥੈਂਕ ਯੂ। ਪ੍ਰੋਫੈਸਰ ਸ਼ਰਮਾ ਇਜ਼ ਓਕੇ ਨਾਓ। ਡਾਕਟਰ ਗੋਇਲ? ਨਰਸ ਮੈਰੀ ਨੇ ਡਾਕਟਰ ਨੂੰ ਖਬਰ ਦਿੱਤੀ। ਓ ਵੈਲ ਨਰਸ ਮੈਰੀ, ਆਈ ਐਮ ਜਸਟ ਕਮਿੰਗ। ਥੋੜੀ ਦੇਰ ਬਾਅਦ ਡਾਕਟਰ ਨੇ ਪ੍ਰੋਫੈਸਰ ਨੂੰ ਚੈੱਕਅਪ ਕਰਕੇ ਨਵੀਂ ਦਵਾਈ ਦੇ ਦਿੱਤੀ ਤੇ ਕੁਝ ਦਵਾਈਆਂ ਬਾਜ਼ਾਰੋਂ ਲਿਆਉਣ ਲਈ ਪਰਚੀ ਲਿਖ ਕੇ ਦੇ ਦਿੱਤੀ। ਅੱਛਾ, ਮੈਂ ਦਵਾਈਆਂ ਲੈ ਆਵਾਂ ਤੇ ਘਰ ਆਂਟੀ ਉਹਨਾਂ ਨੂੰ ਖਬਰ ਵੀ ਕਰ ਆਵਾਂ, ਕਹਿ ਜੀਤੀ ਨਰਸ ਨੂੰ ਦੱਸ ਕੇ ਚਲੀ ਗਈ। ਤੂੰ ਕਿੱਧਰੋਂ ਨਹੀਂ ਅੱਜ ਇਸ ਵਕਤ ਹੀ? ਤੇ ਆ ਦਵਾਈਆਂ? ਖੈਰ ਤਾਂ ਹੈ, ਤੇਰਾ ਰੰਗ ਹੀ ਉੱਡਿਆ ਪਿਆ। ਸ਼ੀਲਾ ਨੇ ਜੀਤੀ ਨੂੰ ਵੇਖ ਕੇ ਜ਼ਰਾ ਫਿਕਰ 'ਚ ਪੁੱਛਿਆ। ਸ਼ੀਲਾ ਛੇਤੀ ਕਰ, ਚਾਹ ਬਣਾ ਤੇ ਆਂਟੀ ਜੀ ਨੂੰ ਵੀ ਕਹਿ ਤਿਆਰ ਹੋਣ, ਆਪਾਂ ਹਸਪਤਾਲ ਜਾਣਾ ਹੈ ਖਬਰ ਕਰਨ। ਕਿਹਦੀ ਖਬਰ? ਕੌਣ ਹੈ ਹਸਪਤਾਲ? ਐਂ ਲੱਗਦਾ ਜਿਵੇਂ ਤੂੰ ਰਾਤ ਭਰ ਨਹੀਂ ਸੁੱਤੀ ਹੁੰਦੀ। ਆਹੋ, ਤਾਈ ਨੂੰ ਲਿਆਂਦਾ ਹਸਪਤਾਲ 'ਚ, ਬਿਮਾਰ ਹੈ। ਅੱਛਾ ਤੂੰ ਨਹਾ ਲੈ ਜੀਤੀ, ਮੈਂ ਚਾਹ ਨਾਸ਼ਤਾ ਬਣਾਉਣੀ ਹੈ। ਮੈਨੂੰ ਕੁਛ ਨਹੀਂ ਲੱਗਿਆ ਨਹਾਉਣ ਨੂੰ। ਸ਼ੀਲਾ ਤੂੰ ਛੇਤੀ ਕਰ, ਨਾਲ ਲਿਜਾਣ ਨੂੰ ਚਾਹ ਵੀ ਬਣਾ ਲੈ। ਇੰਨੀ ਦੇਰ 'ਚ ਤੂੰ ਨਹਾ ਲੇਂਗੀ? ਕਿਹਾ ਮਨ। ਅੱਛਾ ਬਾਬਾ, ਨਹਾ ਲੈਂਦੀ ਹੈ। ਸ਼ੀਲਾ, ਜੀਤੀ ਤੇ ਆਂਟੀ ਤਿੰਨੇ ਹਸਪਤਾਲ ਜਾਣ ਲਈ ਰਿਕਸ਼ੇ ਤੇ ਬੈਠ ਗਈਆਂ ਤਾਂ ਕ੍ਰਿਸ਼ਨਾ ਦੇਵੀ ਨੇ ਕਿਹਾ, ਬੇਟੀ ਸੁਰੇਸ਼ ਹੁਣ ਤੱਕ ਨਹੀਂ ਆਇਆ। ਰਾਮ ਭਲੀ ਕਰੇ। ਜੀਤੀ ਚੁੱਪ ਰਹੀ। ਆਂਟੀ ਕੱਲ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ। ਹਾਏ ਰਾਮ, ਕਿਹੜੀ ਦਾ? ਫਿਰੋਜ਼ਪੁਰ ਬਰਨਾਲਾ ਵਾਲੀ ਦਾ। ਕਦੋਂ? ਸ਼ਾਮ ਦੇ ਵੇਲੇ, ਜਦੋਂ ਮੈਂ ਸ਼ੀਲਾ ਕੋਲੇ ਭਗਤੇ ਨੂੰ ਜਾ ਰਹੀ ਸੀ। ਫੇਰ ਕਿਸੇ ਨੂੰ ਸੱਟਾਂ ਤਾਂ ਨਹੀਂ ਲੱਗੀਆਂ ਜ਼ਿਆਦਾ? ਸ਼ੀਲਾ ਨੇ ਪੁੱਛਿਆ। ਸੱਟਾਂ ਤਾਂ ਲੱਗੀਆਂ ਪਰ ਬਚਾਅ ਹੋ ਗਿਆ। ਹੇ ਭਗਵਾਨ, ਸਭ ਤੇ ਮਿਹਰ ਕਰੀ, ਮੇਰਾ ਸੁਰੇਸ਼ ਨਹੀਂ ਆਇਆ। ਤੂੰ ਉਤਰ ਕੇ ਸਵਾਰੀਆਂ ਨੂੰ ਵੇਖਿਆ ਜੀਤੀਏ? ਸ਼ੀਲਾ ਨੇ ਘਬਰਾ ਕੇ ਪੁੱਛਿਆ। ਹਾਂ ਵੇਖਿਆ, ਪ੍ਰੋਫੈਸਰ ਸਾਹਿਬ ਉਸੇ ਬੱਸ 'ਚ ਹੀ ਸੀ। ਕਿਵੇਂ ਹੈ ਮੇਰਾ ਵੀਰ? ਮੇਰਾ ਬੇਟਾ ਕੈਸਾ ਜੀਤੀ, ਦੱਸ ਨਾ। ਮਾਂ ਧੀ ਇੱਕਦਮ ਘਬਰਾ ਕੇ ਜੀਤੀ ਨੂੰ ਸਵਾਲ ਤੇ ਸਵਾਲ ਕਰ ਰਹੀਆਂ ਸਨ।
ਹਾਂ ਸਭ ਠੀਕ ਹੈ, ਜ਼ਿਆਦਾ ਸੱਟ ਨਹੀਂ, ਵਾਲ ਬਚ ਗਏ। ਤੂੰ ਪੁੱਛਿਆ ਜੀਤੀ ਵੇਖਿਆ ਵੀਰ ਨੂੰ? ਹਾਂ ਮੈਂ ਉਹਨਾਂ ਕੋਲੋਂ ਹੀ ਆਈ ਹਾਂ, ਇਹ ਦਵਾਈਆਂ ਵੀ ਉਹਨਾਂ ਲਈ ਹੈ। ਤੇ ਤੇਰੀ ਤਾਈ? ਮੇਰੀ ਤਾਈ ਨਹੀਂ, ਸਗੋਂ ਪ੍ਰੋਫੈਸਰ ਸਾਹਿਬ ਨੂੰ ਹੀ ਲੈ ਕੇ ਆਈ ਸੀ ਮੈਂ ਤੁਹਾਨੂੰ ਇੱਕਦਮ ਦੱਸਣਾ ਨਹੀਂ ਸੀ ਚਾਹੁੰਦੀ। ਦਿਲ ਰੱਖੋ, ਇਸ ਵੇਲੇ ਸਭ ਠੀਕ ਹੈ। ਤੁਸੀਂ ਉਹਨਾਂ ਕੋਲ ਢਿੱਲੀ ਗੱਲ ਨਾ ਕਰਨੀ। ਮਾਂ ਧੀ ਨੂੰ ਹੰਝੂ ਕੇਰਦੀਆਂ ਵੇਖ ਜੀਤੀ ਨੇ ਕਰੜਿਆਂ ਕੀਤਾ। ਹਸਪਤਾਲ ਪਹੁੰਚ ਜੀਤੀ ਅੱਗੇ ਲੱਗ ਕੇ ਉਹਨਾਂ ਨੂੰ ਪ੍ਰੋਫੈਸਰ ਸ਼ਰਮਾ ਕੋਲ ਲੈ ਗਈ। ਵੇਖੋ ਸਰ, ਆਂਟੀ ਤੇ ਸ਼ੀਲਾ ਆਈਆਂ। ਅੱਖਾਂ ਮਿੱਟੀ ਪਏ ਸੁਰੇਸ਼ ਨੂੰ ਜੀਤੀ ਨੇ ਬੁਲਾਇਆ। ਇਹ ਕੀ ਹੋ ਗਿਆ ਬੇਟਾ, ਕਿਵੇਂ ਹੋ ਗਿਆ? ਕ੍ਰਿਸ਼ਨਾ ਨੇ ਵੀ ਮਨ ਕਰੜਾ ਕਰਨ ਦੇ ਬਾਵਜੂਦ ਵੀ ਪੱਟੀਆਂ 'ਚ ਲਿਪਟੇ ਪੁੱਤ ਨੂੰ ਵੇਖ ਹੰਝੂ ਡਿੱਗ ਪਏ। ਵੀਰ ਤਬੀਅਤ ਕੈਸੀ ਹੈ ਹੁਣ? ਢਿੱਲੀ ਜੀ ਆਵਾਜ਼ 'ਚ ਸ਼ੀਲਾ ਨੇ ਪੁੱਛਿਆ। ਘਬਰਾਓ ਨਹੀਂ, ਹੁਣ ਤਾਂ ਸਭ ਠੀਕ ਹੈ। ਸੱਟਾਂ ਜ਼ਿਆਦਾ ਤਾਂ ਨਹੀਂ ਵੀਰੇ? ਸ਼ੀਲਾ ਨੇ ਪੁੱਛਿਆ। ਨਹੀਂ ਕੋਈ ਖਾਸ ਨਹੀਂ, ਜਲਦੀ ਠੀਕ ਹੋ ਜਾਊਗਾ, ਬਚ ਗਿਆ। ਇਹ ਤਾਂ ਜੀਤੀ ਦੀ ਮਿਹਰਬਾਨੀ ਸਮਝੋ। ਨਹੀਂ ਸਰ, ਮੈਂ ਤਾਂ ਕੁਝ ਵੀ ਨਹੀਂ ਕਰ ਸਕੀ। ਇਹੀ ਤਾਂ ਵਡੱਪਣ ਦੀ ਨਿਸ਼ਾਨੀ ਹੁੰਦੀ ਹੈ ਜੀਤੀ, ਸਭ ਕੁਝ ਕਰਕੇ ਵੀ ਜੋ ਜਤਾਉਂਦੇ ਨਹੀਂ। ਇਹ ਤਾਂ ਕੁਦਰਤੀ ਢੋ ਮੇਲ ਲੱਗਦਾ ਹੈ ਸਰ। ਅੱਛਾ ਆਂਟੀ, ਹੁਣ ਤੁਸੀਂ ਇਹਨਾਂ ਦੀ ਦੇਖਭਾਲ ਕਰੋ, ਮੈਂ ਚੱਲਾਂ। ਘਰ ਫਿਕਰ ਕਰਦੇ ਹੋਣਗੇ ਕਿ ਆਈ ਕਿਉਂ ਨਹੀਂ। ਜੀਤੀ ਨੇ ਇਜਾਜ਼ਤ ਮੰਗੀ। ਨਾ ਮੇਰੀ ਧੀ, ਮੈਂ ਤਾਂ ਨਹੀਂ ਨਿਰਣੇ ਕਾਲਜੇ ਜਾਣ ਦਿੰਦੀ। ਤੂੰ ਸਾਡੇ ਤੇ ਇੰਨਾ ਲੁੱਝੇ ਤੇ ਮੈਂ ਤੈਨੂੰ ਕੁਝ ਖਵਾ ਕੇ ਵੀ ਨਾ ਘੱਲਾਂ। ਕ੍ਰਿਸ਼ਨਾ ਦੇਵੀ ਜੀਤੀ ਤੇ ਡੁੱਲ ਗਈ। ਇਹ ਤਾਂ ਇਨਸਾਨੀ ਫਰਜ਼ ਹੈ ਆਂਟੀ ਜੀ, ਇੱਕ ਦੂਜੇ ਦੇ ਕੰਮ ਆਉਣਾ। ਮੈਂ ਸਵੇਰੇ ਆਉਂਗੀ ਪਤਾ ਕਰਨ, ਕਹਿ ਜੀਤੀ ਨਮਸਤੇ ਕਰਕੇ ਤੁਰ ਗਈ। ਕਿੰਨੀ ਨੇਕ ਕੁੜੀ ਹੈ, ਰੱਬ ਇਹਨੂੰ ਭਾਗ ਲਾਵੇ, ਕ੍ਰਿਸ਼ਨਾ ਦੇਵੀ ਨੇ ਅਸੀਸ ਦਿੱਤੀ। ਖਾਂਡ 22ਵਾਂ। ਕੀ ਗੱਲ, ਰਾਤ ਤੂੰ ਕਿੱਥੇ ਰਹਿ ਗਈ ਜੀਤੀ? ਤੈਨੂੰ ਇੰਨੀ ਵੀ ਖਬਰ ਨਹੀਂ ਕਿ ਘਰੇ ਕੋਈ ਤੇਰਾ ਫਿਕਰ ਕਰਦਾ ਹੋ? ਸ਼ਿੰਦਰੋ ਜਿਹੜੀ ਜੀਤੀ ਦੇ ਰਾਤੀ ਨਾ ਆਉਣ ਤੇ ਅੰਦਰੋਂ ਤਾਂ ਬਾਗੋ ਬਾਗ ਸੀ, ਪਰ ਐਵੇਂ ਜੀਤੀ ਤੇ ਧੌਂਸ ਜਮਾਉਣ ਦੇ ਲਹਿਜੇ 'ਚ ਜਤਾਉਣ ਲੱਗੀ। ਕੁਝ ਗੱਲ ਹੀ ਇਹੋ ਜਿਹੀ ਬਣ ਗਈ ਜਿਸ ਕਰਕੇ ਮੈਂ ਰਾਤ ਨਾ ਆ ਸਕੀ। ਕੀ ਇਹੋ ਜਿਹੀ ਗੱਲ ਬਣ ਗਈ ਸੀ ਜਿੱਥੇ ਤੇਰੀ ਲੋੜ ਪੈ ਗਈ? ਫਿਰੋਜ਼ਪੁਰ ਤੋਂ ਬਰਨਾਲੇ ਜਾਣ ਵਾਲੀ ਬੱਸ ਉਲਟ ਗਈ ਸੀ, ਜਿਸ ਵਿੱਚ ਕਈ ਮੁਸਾਫਰ ਤੇ ਸ਼ੀਲਾ ਦਾ ਭਰਾ ਸਾਡਾ ਪ੍ਰੋਫੈਸਰ ਜ਼ਖਮੀ ਹੋ ਗਿਆ ਸੀ। ਸਾਡੀ ਬੱਸ ਦੀਆਂ ਸਵਾਰੀਆਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਵਾਪਸ ਹੋ ਗਈਆਂ। ਮੈਂ ਵੀ ਪ੍ਰੋਫੈਸਰ ਦੀ ਦੇਖਭਾਲ ਲਈ ਉੱਥੇ ਰਹਿ ਗਈ। ਅੱਜ ਸਵੇਰੇ ਆਂਟੀ ਤੇ ਸ਼ੀਲਾ ਨੂੰ ਹਸਪਤਾਲ ਛੱਡ ਕੇ ਆਈਆਂ। ਜੀਤੀ ਨੇ ਤਾਂ ਬੜੇ ਚਾਅ ਤੇ ਹੌਸਲੇ ਨਾਲ ਦੱਸਿਆ ਕਿ ਸ਼ਾਇਦ ਮੇਰੇ ਕੀਤੇ ਨੂੰ ਬਹੁਤ ਚੰਗਾ ਆਖਣਗੇ, ਪਰ ਜੇ ਤੂੰ ਨਾ ਹੁੰਦੀ ਤਾਂ ਸਾਰੀ ਬੱਸ ਦੇ ਆਦਮੀ ਮਰ ਜਾਂਦੇ, ਹੈ ਨਾ? ਬਿੱਲੂ ਤੋਂ ਇਹ ਸੁਣ ਉਹਦੀ ਆਤਮਾ ਪੱਛੀ ਗਈ। ਆਖਰ ਆਦਮੀ ਦਾ ਦਾਰੂ ਹੈ, ਮੈਂ ਕੋਈ ਮਾੜਾ ਤਾਂ ਨਹੀਂ ਕੀਤਾ। ਬਹੁਤ ਚੰਗਾ ਕੀਤਾ। ਅਸੀਂ ਭਾਵੇਂ ਲਾਲਟਣਾ ਲੈ ਤੈਨੂੰ ਸਾਰੀ ਰਾਤ ਭਾਲਦੇ ਫਿਰੀਏ। ਤੇ ਹੋਰ ਜੀਤੀ, ਇਹ ਤੇ ਚਰਨਾ ਬਲਈ ਵੱਡੀ ਰਾਤ ਤੱਕ ਬੈਠੇ ਉਡੀਕਦੇ ਰਹੇ ਤੇ ਫਿਰ ਤੈਨੂੰ ਵੇਖ ਭਾਲ ਕੇ ਵੀ ਆਏ। ਕਿੱਥੇ ਤੇ ਕਿਹੜੇ ਜੰਗਲ 'ਚ ਮੈਨੂੰ ਇਹ ਭਾਲ ਕੇ ਆਏ? ਮੈਂ ਭਾਬੀ ਦੁੱਧ ਪੀਂਦੀ ਬੱਚੀ ਨਹੀਂ ਜੋ ਗੁਆਚ ਜਾਊਂਗੀ। ਚੰਗਾ ਭਾਈ, ਸਾਨੂੰ ਕੀ, ਅੱਗੇ ਤੋਂ ਨਹੀਂ ਕਹਾਂਗੇ। ਜਿੱਥੇ ਮਰਜ਼ੀ ਰਹਿ ਤੇ ਜਿੱਥੇ ਮਰਜ਼ੀ ਤੁਰ ਫਿਰ। ਭਾਬੀ ਗੱਲ ਨੂੰ ਗਲਤ ਪਾਸੇ ਲਿਜਾਣ ਦੀ ਲੋੜ ਨਹੀਂ। ਜੇ ਤੁਹਾਨੂੰ ਮੇਰਾ ਬਹਾਨਾ ਲੱਗਦਾ ਤਾਂ ਚਲੋ ਹਸਪਤਾਲ ਜਾ ਕੇ ਵੇਖ ਲਓ ਸਾਡੇ ਪ੍ਰੋਫੈਸਰ ਨੂੰ। ਉਹ ਤੈਨੂੰ ਉਹਦਾ ਬਹੁਤ ਖੇਜ ਮਾਰਦਾ ਸੀ, ਉਹ ਮਰਦਾ ਸੀ ਤਾਂ ਮਰ ਜਾਂਦਾ। ਵੱਡੀ ਆਈ ਹਮਦਰਦਨ। ਕਿਉਂ? ਮੇਰੇ ਬਿਨਾਂ ਅੱਗੇ ਤਾਂ ਤੁਸੀਂ ਰੋਟੀ ਨਹੀਂ ਖਾਂਦੇ ਜੋ ਰਾਤੀ ਭੁੱਖੇ ਰਹਿ ਗਏ। ਕੀ ਖੜਾ ਸੀ ਜਾਂ ਕੀ ਥੁੜਿਆ ਸੀ ਮੇਰੇ ਬਿਨਾਂ? ਵੱਡੇ ਹੇਜਲੇ ਬਣਦੇ ਆ ਅੱਜ। ਕਿਵੇਂ ਲੱਗਿਆ ਪੁੱਠੀਆਂ ਸਿੱਧੀਆਂ ਮਾਰਨ? ਸਾਡੀਆਂ ਤਾਂ ਤੈਨੂੰ ਪੁੱਠੀਆਂ ਸਿੱਧੀਆਂ ਹੀ ਲੱਗਣਗੀਆਂ, ਤੇਰੇ ਭਲੇ ਲਈ ਜੋ ਕਹਿੰਦੇ ਆ। ਬਾਪੂ ਜੀ ਆ ਜਾਣਗੇ, ਸਾਰੀ ਗੱਲ ਉਹਨਾਂ ਕੰਨੀ ਪਾ ਦੇਈ। ਕੱਲ ਨੂੰ ਐਵੇਂ ਆਪਣਾ ਸਿਰ ਬੁਰਾ ਆਊਗਾ। ਸ਼ਿੰਦਰੋ ਨੇ ਤੇਜੀ ਵਿਖਾਉਂਦਿਆਂ ਬਿੱਲੂ ਨੂੰ ਤਾੜਨਾ ਕੀਤੀ। ਤੁਹਾਡੇ ਦੱਸਣ ਦੀ ਲੋੜ ਨਹੀਂ, ਮੈਂ ਆਪੇ ਸਾਰਾ ਕੁਝ ਦੱਸ ਦੂੰਗੀ। ਆਹੋ ਬੀਬੀ, ਤੂੰ ਸਾਡੀਆਂ ਵੀ 2-4 ਜੋੜ ਕੇ ਦੱਸ ਦੇ। ਬਸ ਕਰ ਭਾਬੀ, ਬਹੁਤ ਹੋ ਗਈ। ਅੱਗੇ ਮੈਂ ਕਿੰਨੀਆਂ ਕੁ ਜੋੜ ਕੇ ਦਸੀਆਂ ਤੁਹਾਡੀਆਂ। ਚੱਲ ਚਬੜ ਬੰਦ ਕਰ, ਹੁਣ ਜਾ ਆਪਦਾ ਕੰਮ ਕਰ। ਬਿੱਲੂ ਤੋਂ ਇਹ ਗੱਲ ਸੁਣ ਜੀਤੀ ਨੇ ਕਿਤਾਬਾਂ ਪਰਾਂ ਵਗਾ ਮਾਰੀਆਂ ਤੇ ਰੋਂਦੀ ਰੋਂਦੀ ਅੰਦਰ ਜਾਣ ਦੀ ਥਾਂ ਧਨਕੁਰ ਦੇ ਘਰ ਚਲੀ ਗਈ। ਭਾਂਡੇ ਮਾਂਜਣੇ ਛੱਡ ਚਰਨੋਂ ਹੱਥ ਝਾੜ ਕੇ ਜੀਤੀ ਕੋਲ ਆ ਖੜੀ। ਨਹੀਂ ਇਹ ਕੀ ਤੂੰ ਅੱਖਾਂ ਸੁਜਾਈਆਂ? ਜੀਤੀ ਕੁਝ ਬੋਲਣ ਦੀ ਥਾਂ ਸਗੋਂ ਫੁੱਟ ਕੇ ਰੋ ਪਈ। ਆ ਮੇਰੀ ਬੀਬੀ ਭੈਣ, ਚੱਲ ਦੱਸ ਖਾਂ ਮੈਨੂੰ ਕੀ ਗੱਲ ਹੋਈ ਹੈ। ਚਰਨੋਂ ਮੋਢੇ ਤੇ ਹੱਥ ਰੱਖ ਜੀਤੀ ਨੂੰ ਅੰਦਰ ਲਿਜਾ ਕੇ ਬਿਠਾ ਆਈ ਤੇ ਆਪ ਦੁੱਧ ਦਾ ਗਲਾਸ ਭਰ ਕੇ ਲੈ ਗਈ। ਲੈ ਫੜ ਕੁਝ ਖਾ ਪੀ, ਧੀਰਜ ਕਰ, ਬਸ ਮੇਰੀ ਭੈਣ ਬਸ। ਚਰਨੋਂ ਨੇ ਚੁੰਨੀ ਦੇ ਲੜ ਨਾਲ ਜੀਤੀ ਦੀਆਂ ਅੱਖਾਂ ਪੂੰਝ ਦੁੱਧ ਦਾ ਗਲਾਸ ਫੜਾਇਆ, ਪਰ ਉਹਨੇ ਫੜ ਕੇ ਪਾਸੇ ਰੱਖਤਾ। ਫਿਰ ਚਰਨੋਂ ਪਾਣੀ ਦਾ ਗਲਾਸ ਲਿਆਈ ਤਾਂ ਜੀਤੀ ਨੇ ਕੁਝ ਪਾਣੀ ਪੀਤਾ ਤੇ ਅੱਖਾਂ ਮੂੰਹ ਤੇ ਛਿੱਟੇ ਮਾਰ ਕੇ ਮਨ ਦਾ ਰੁੜਦਾ ਹੜ ਰੋਕਿਆ। ਹਾਂ ਦੱਸ ਕੀ ਗੱਲ ਹੋਈ? ਕੁਛ ਨਹੀਂ ਭਾਬੀ, ਜੀਤੀ ਨੇ ਭਰੇ ਗਲੇ ਨਾਲ ਮਸਾਂ ਜਵਾਬ ਦਿੱਤਾ। ਤਾਂ ਵੀ ਕੋਈ ਤਾਂ ਹੋਈ ਹੋਊ ਜੋ ਇੰਨੀ ਦੁਖੀ ਹੋਈ ਹੈ। ਚਰਨੋਂ ਦੇ ਜ਼ਿਆਦਾ ਜ਼ੋਰ ਦੇਣ ਤੇ ਜੀਤੀ ਨੇ ਸਾਰਾ ਕੁਝ ਦੱਸ ਦਿੱਤਾ। ਧਨਕੁਰ ਨੇ ਵੀ ਬਾਹਰ ਪੈਰ ਦੱਬ ਕੇ ਸਾਰੀ ਗੱਲ ਸੁਣ ਲਈ। ਲੈ ਹੈ, ਇਹਦੇ 'ਚ ਕੀ ਆਖਰ ਆ ਗਈ? ਗਰਕ ਜਾਣਾ ਨਾ ਹੋਣ ਤਾਂ ਕਿਵੇਂ ਲੱਗਿਆ ਕੁੜੀ ਤੇ ਹੈਂਕੜ ਜਗਾਉਣ।
ਚਰਨੋਂ ਦੀ ਥਾਂ ਧਨਕੁਰ ਨੇ ਬਿੱਲੂ ਦੇ ਵਹੁਟੀ ਨੂੰ ਘੁਰਕੀ ਦੇ ਕੇ ਜੀਤੀ ਨੂੰ ਧੀਰਜ ਦਿੱਤਾ। ਮੈਂ ਤਾਂ ਆਪਦੇ ਕਰਮਾਂ ਨੂੰ ਦੋਸ਼ ਦਿੰਨੀ ਆ, ਨਾ ਮਾਂ ਮਰਦੀ ਨਾ ਮੇਰਾ ਇਹ ਹਾਲ ਕਰਦੇ। ਜੀਤੀ ਫੇਰ ਅੱਖਾਂ ਭਰ ਕੇ ਭਾਰੀ ਆਵਾਜ਼ ਕਰਦੀ ਬੋਲੀ, ਚੁੱਪ ਮੇਰੀ ਧੀ, ਰੱਬ ਦੀ ਕੀਤੀ ਨੂੰ ਕੌਣ ਰੋਕ ਸਕਦਾ? ਆ ਲੈਣ ਦੇ ਕਿਸ਼ਨ ਸਿਓ ਨੂੰ, ਮੈਂ ਖਿੱਚੂ ਉਹਦੇ ਕੰਨ। ਕਿਵੇਂ ਕੋਠੇ ਜਿੱਡੀ ਧੀ ਇਹਨਾਂ ਦੇ ਪੇਠੇ ਪਾ ਬੇਫਿਕਰਾ ਹੋਇਆ ਤੁਰਦਾ ਫਿਰਦਾ। ਨਾ ਤਾਈ, ਬਾਪੂ ਨੂੰ ਕੁਛ ਨਾ ਆਖੀ। ਜੀਤੀ ਨੂੰ ਡਰ ਸੀ ਕਿ ਇਹ ਹੋਰ ਵੀ ਤੰਗ ਕਰਨਗੇ। 3 ਦਿਨ ਜੀਤੀ ਘਰੋਂ ਬਾਹਰ ਨਹੀਂ ਨਿਕਲੀ। ਇੱਕ ਦਿਨ ਅਚਾਨਕ ਸ਼ੀਲਾ ਆ ਕੇ ਖਬਰ ਕਰ ਗਈ ਕਿ ਪ੍ਰੋਫੈਸਰ ਸੁਰੇਸ਼ ਠੀਕ ਠਾਕ ਹੈ ਤੇ ਘਰ ਆ ਗਿਆ, ਹੋਰ 2 ਕੁ ਦਿਨਾਂ ਤਾਈਂ ਕਲਾਸਾਂ ਚਾਲੂ ਕਰ ਦੇਗਾ। ਜੀਤੀ ਨੇ ਆਪਦੇ ਦਿਲ ਦੀ ਉਪਰਾਮਤਾ ਕਾਂਤੀ ਨੂੰ ਖੱਤ ਲਿਖ ਕੇ ਦੂਰ ਕੀਤੀ। ਸ਼ੀਲਾ ਦੇ ਦੱਸੇ ਮੁਤਾਬਕ ਤੀਜੇ ਦਿਨ ਜੀਤੀ ਸਵਖਤੇ ਹੀ ਤਿਆਰ ਹੋ ਕੇ ਕਿਤਾਬਾਂ ਚੁੱਕ ਮੈਂ ਪੜ੍ਹਨ ਚੱਲੀਆਂ ਸੁਰਿੰਦਰ ਨੂੰ ਕਹਿ ਗਈ। ਉਸ ਦਿਨ ਪਿੱਛੋਂ ਜੀਤੀ ਨੇ ਸੁਰਿੰਦਰ ਨੂੰ ਘੱਟ ਹੀ ਬੁਲਾਇਆ ਸੀ ਕਦੇ। ਉਹ ਵੇਖ ਕੇ ਚੁੱਪ ਕੀਤੀ ਆਪਦੇ ਕੰਮ 'ਚ ਲੱਗੀ ਰਹੀ। ਨਮਸਤੇ ਸਰ। ਜੀਤੀ ਨੇ ਕੁਰਸੀ ਤੇ ਬੈਠੇ ਪ੍ਰੋਫੈਸਰ ਸ਼ਰਮਾ ਨੂੰ ਬੁਲਾਇਆ। ਨਮਸਤੇ ਜੀਤਾ, ਮੈਂ ਤੇਰਾ ਬਹੁਤ ਆਭਾਰੀ ਹਾਂ, ਤੂੰ ਮੈਨੂੰ ਨਵੀਂ ਜ਼ਿੰਦਗੀ ਦਿੱਤੀ। ਇਹ ਤਾਂ ਕੁਦਰਤੀ ਚਾਂਸ ਬਣਿਆ ਸਰ, ਜੇ ਮੇਰੀ ਥਾਂ ਕੋਈ ਹੋਰ ਵੀ ਹੁੰਦਾ ਤਾਂ ਇਹੀ ਕਰਦਾ ਜੋ ਇਨਸਾਨੀਅਤ ਦੇ ਨਾਤੇ ਮੈਂ ਕੀਤਾ। ਇੰਨਾ ਵੀ ਕੋਈ ਕਰ ਸਕਦਾ, ਹਰੇਕ ਨਹੀਂ। ਚਲੋ ਛੱਡੋ, ਹੁਣ ਤੁਸੀਂ ਦੱਸੋ ਤੁਹਾਡੀ ਤਬੀਅਤ ਕੈਸੀ ਹੈ? ਬਿਲਕੁਲ ਠੀਕ ਆ, ਅੱਜ ਕਲਾਸ ਲਵਾਂਗਾ। ਤੂੰ ਵੀ ਕੁਦਰਤੀ ਆ ਗਈ ਹੈ, ਬੜੀ ਖੁਸ਼ੀ ਦੀ ਗੱਲ ਹੈ। ਮੈਨੂੰ ਸ਼ੀਲਾ ਦੱਸ ਆਈ ਸੀ। ਸ਼ੀਲਾ ਨੂੰ ਮੈਂ ਹੀ ਭੇਜਿਆ ਸੀ। ਮੈਂ ਸੋਚਿਆ ਉਸ ਰਾਤ ਤੂੰ ਘਰ ਨਹੀਂ ਸੀ ਜਾ ਸਕੀ, ਸ਼ਾਇਦ ਤੇਰੇ ਘਰ ਦੇ। ਨਹੀਂ ਸਰ, ਐਸੀ ਕਿਹੜੀ ਗੱਲ ਹੈ? ਜੀਤੀ ਨੇ ਮੂੰਹ ਦੂਜੇ ਪਾਸੇ ਕਰਕੇ ਆਪਣੇ ਚਿਹਰੇ ਦਾ ਬਦਲਦਾ ਰੰਗ ਛੁਪਾ ਲਿਆ। ਕਲਾਸ 'ਚ ਪ੍ਰੋਫੈਸਰ ਦੇ ਸਾਰੇ ਵਿਦਿਆਰਥੀਆਂ ਨੇ ਉਹਦੀ ਸਿਹਤ ਦਾ ਹਾਲ ਚਾਲ ਪੁੱਛਿਆ। ਬਹੁਤੇ ਤਾਂ ਘਰ ਆ ਕੇ ਉਹਦੀ ਖਬਰ ਕਰਦੇ ਰਹੇ ਸੀ। ਕਲਾਸ ਸ਼ੁਰੂ ਕਰਦਿਆਂ ਪ੍ਰੋਫੈਸਰ ਸੁਰੇਸ਼ ਸ਼ਰਮਾ ਨੇ ਕਹਿਣਾ ਸ਼ੁਰੂ ਕੀਤਾ, ਅੱਜ ਮੈਂ ਤੁਹਾਨੂੰ ਕੁਝ ਕੁ ਲੇਖਾਂ ਦੀਆਂ ਆਊਟਲਾਈਨ ਦੱਸਾਂਗਾ, ਜਿਨ੍ਹਾਂ ਦਾ ਵਿਸਥਾਰ ਆਪਣੇ ਆਪ ਕਰਨਾ ਹੋਏਗਾ, ਯਾਨੀ ਸਵੈ ਵਿਸਥਾਰਕ ਲੇਖ। ਇਸ਼ਾਰੇ ਮਾਤਰ, ਜਿਵੇਂ ਸਾਡਾ ਸਮਾਜ, ਸਾਡਾ ਸਮਾਜਿਕ ਢਾਂਚਾ, ਇਸਤਰੀ ਦੀ ਸਮਾਜਤਾ ਆਦਿ। ਅਜਿਹੇ ਲੇਖਾਂ ਨੂੰ ਤੁਸੀਂ ਰੋਜ਼ਾਨਾ ਜ਼ਿੰਦਗੀ 'ਚ ਬੀਤ ਰਹੀਆਂ ਗੱਲਾਂ ਤੇ ਘਟਨਾਵਾਂ ਤੇ ਸਮੱਸਿਆਵਾਂ ਦੇ ਆਧਾਰ ਤੇ ਜਿੰਨਾ ਮਰਜ਼ੀ ਵਧਾ ਲਓ। ਸਮਾਜਿਕ ਪੱਖੋਂ ਵੀ ਤੁਸੀਂ ਸਾਰੇ ਜਾਣੂ। ਇਸ ਵੇਲੇ ਤੁਸੀਂ ਸਭ ਪ੍ਰੌੜ ਉਮਰ ਵਾਲੇ ਹੋ। ਕਿਤਾਬੀ ਗਿਆਨ ਦੇ ਵਰਣਨ ਨਾਲੋਂ ਸਵੈ ਵਿਸਥਾਰਕ ਵੱਧ ਪ੍ਰਭਾਵਸ਼ਾਲੀ ਤੇ ਗੁਣਕਾਰੀ ਹੁੰਦਾ ਹੈ। ਸਰ, ਮੈਂ ਕੁਝ ਸਵਾਲ ਪੁੱਛਾਂ? ਜੀਤੀ ਨੇ ਖੜੀ ਹੋ ਕੇ ਕਿਹਾ। ਹਾਂ, ਕਿਉਂ ਨਹੀਂ, ਪੁੱਛੋ। ਅਜੋਕੀ ਮਨੁੱਖਤਾ ਕਿਸ ਆਧਾਰ ਉੱਤੇ ਪਲ ਪਸਰ ਰਹੀ ਹੈ? ਜਿੱਥੋਂ ਤੱਕ ਮਨੁੱਖਤਾ ਦੇ ਪਲਣ ਪਸਰਨ ਦਾ ਸਵਾਲ ਹੈ, ਭਾਵੇਂ ਮਿਲਾਵਟ ਤਾਂ ਹਰੇਕ ਚੀਜ਼ 'ਚ ਹੀ ਹੈ ਅੱਜ ਕੱਲ੍ਹ, ਪਰ ਸਭ ਤੋਂ ਵੱਧ ਤੇ ਠੋਸ ਆਧਾਰ ਨਿਰਸਵਾਰਥ ਪਿਆਰ ਹੀ ਹੈ। ਸਵਾਰਥੀ ਪਿਆਰ 'ਚ ਸਭ ਤੋਂ ਵੱਡੀ ਗੱਲ ਪਸ਼ੂਪਣ ਜ਼ਿਆਦਾ ਹੁੰਦਾ ਹੈ ਤੇ ਮਨੁੱਖਤਾ ਘੱਟ। ਸੋ ਮਨੁੱਖਤਾ ਦੇ ਆਧਾਰ ਦੀਆਂ ਗੱਲਾਂ ਪਾਸੇ ਹੀ ਰੱਖੋ। ਭਾਵੇਂ ਉਹ ਪਸ਼ੂ ਹੈ ਜਾਂ ਮਨੁੱਖ, ਜੋ ਵੀ ਹੈ, ਉਹਨਾਂ ਦੇ ਇਕੱਠ ਦੇ ਤੇ ਪਿਆਰ ਦੇ ਆਧਾਰ 'ਚ ਕੋਈ ਅੰਸ਼ ਤਾਂ ਕੰਮ ਕਰ ਹੀ ਰਿਹਾ ਹੁੰਦਾ ਹੈ। ਦੂਸਰਾ, ਜ਼ਰੂਰੀ ਨਹੀਂ ਕਿ ਹਰੇਕ ਦੇ ਪਿਆਰ 'ਚ ਸਵਾਰਥਪਣ, ਵਹਿਸ਼ੀਪਣ ਤੇ ਪਸ਼ੂਪਣ ਹੋਵੇ। ਸਿਰਫ 2 ਚੀਜ਼ਾਂ ਵਿੱਚ ਹੀ ਆਦਮੀ ਆਪੇ ਤੋਂ ਬਾਹਰ ਹੁੰਦਾ ਨਜ਼ਰ ਆਇਆ ਹੈ, ਕਾਮ ਤੇ ਕ੍ਰੋਧ ਵਿੱਚ। ਇਹਨਾਂ ਦੋਹਾਂ ਚੀਜ਼ਾਂ ਵਿੱਚ ਹੀ ਆਦਮੀ ਦੀ ਹਾਲਤ ਸਧਾਰਨ ਤੋਂ ਅਸਾਧਾਰਨ ਹੁੰਦੀ ਹੈ। ਜਜ਼ਬਾ ਵੱਧਦਾ ਘਟਦਾ ਹੈ, ਖੂਨ ਦੀ ਹਰਕਤ ਤੇਜ਼ ਹੁੰਦੀ ਹੈ, ਨਿਗਾਹ ਘਟਦੀ ਹੈ, ਸਾਹਮਣੇ ਉਹੀ ਦਿਖਾਈ ਦਿੰਦਾ ਹੈ ਜੋ ਬਿੰਬ ਕਿਰਿਆ ਅਧੀਨ ਹੈ, ਅਰਥਾਤ ਉਹਦੀ ਦੂਰਦਰਸ਼ਕਤਾ ਅਕਸ ਦਾ ਜੇ ਅੰਤ ਨਹੀਂ ਤਾਂ ਮੱਧਮ ਜ਼ਰੂਰ ਹੋ ਜਾਂਦਾ ਹੈ। ਇਹਨਾਂ ਕਿਰਿਆਵਾਂ 'ਚ ਕੀ ਮਨੁੱਖ ਦੀਆਂ ਹਰਕਤਾਂ ਪਸ਼ੂ ਨਾਲ ਵੱਧ ਨਹੀਂ ਮਿਲਦੀਆਂ? ਪਰ ਇਹਨਾਂ ਚੀਜ਼ਾਂ ਦੀ ਪੈਦਾਇਸ਼ ਦੇ ਜੋ ਤੱਤ ਜ਼ਿੰਮੇਵਾਰ ਹਨ, ਉਹਨਾਂ ਬਾਰੇ ਵੀ ਕਦੇ ਇਨਸਾਨ ਨੇ ਸੋਚਿਆ? ਜੇ ਮੈਂ ਗਲਤ ਨਹੀਂ ਤਾਂ ਆਦਮੀ ਦਾ ਚੌਗਿਰਦਾ ਤੇ ਉਹਦੇ ਹਾਲਾਤ ਹੀ ਇਹਨਾਂ ਚੀਜ਼ਾਂ ਦੀ ਪੈਦਾਇਸ਼ ਦੇ ਜ਼ਿੰਮੇਵਾਰ ਨਹੀਂ? ਇਹ ਕੁਝ ਵੀ ਤਾਂ ਮਨੁੱਖਤਾ ਵਿੱਚੋਂ ਹੀ ਪੈਦਾ ਹੁੰਦਾ ਹੈ ਨਾ, ਤਾਂ ਕਿ ਸਾਰੀ ਮਨੁੱਖਤਾ ਨੂੰ ਹੀ ਪਸ਼ੂਪਣ ਦਾ ਨਾਂ ਦੇ ਦਈਏ? ਨਹੀਂ, ਕਿਉਂਕਿ ਇਹ ਹਾਲਾਤ ਸਭ ਲਈ ਹਰ ਵੇਲੇ ਨਾ ਬਰਾਬਰ ਪੈਦਾ ਹੁੰਦੇ ਹੈ, ਨਾ ਹੀ ਪ੍ਰਾਪਤ ਤੇ ਨਾ ਹੀ ਸਦਾ ਰਹਿੰਦੇ। ਇਹਨਾਂ 'ਚੋਂ ਕੁਝ ਕੋਈ ਅਜਿਹੇ ਹੁੰਦੇ ਆ ਜੋ ਇਹਨਾਂ ਹਾਲਾਤਾਂ ਦੀ ਪ੍ਰਾਪਤੀ ਦੀ ਸਹੀ ਵਰਤੋਂ ਕਰਕੇ ਨਜ਼ਰ ਆਉਂਦੇ, ਪਰ ਦੁਰਵਰਤੋਂ ਵੱਧ ਹੁੰਦੀ ਹੈ। ਜਦ ਪਿਆਰ 'ਚ ਨਿੱਜਪਣ ਤੇ ਸਵਾਰਥ ਰਹਿ ਹੀ ਕੋਈ ਨਹੀਂ ਜਾਂਦਾ ਤਾਂ ਉਹਨਾਂ ਦਾ ਆਸ਼ਾ ਸਿਰਫ ਪਿਆਰ ਹੀ ਹੋ ਨਿਬੜਦਾ ਹੈ ਤੇ ਦੁਰਵਰਤੋਂ ਕਿਵੇਂ ਹੁੰਦੀ ਹੈ? ਠੀਕ ਹੈ, ਨਿੱਜਪਣ ਨਹੀਂ ਰਹਿ ਜਾਂਦਾ, ਸਿਰਫ ਉਹਨਾਂ 'ਚ ਜੋ ਪਿਆਰ 'ਚ ਜੀਵਨ ਜੋਤੀ ਭਿਉਂ ਕੇ ਦਿਨ ਰਾਤ ਖੀਵੇ ਹੋ ਦੁਨੀਆ ਦੀ ਹੋਂਦ ਵੀ ਭੁੱਲ ਜਾਂਦੇ ਹੈ, ਜਿੱਥੇ ਸਿਰਫ ਮੈਂ ਤੇ ਤੂੰ ਹੀ ਰਹਿ ਜਾਂਦੀ ਹੈ। ਰਹੀ ਆਸ਼ੇ ਦੀ ਗੱਲ, ਆਸ਼ੇ 'ਚ ਵੀ ਫਰਕ ਹੁੰਦਾ ਹੈ। ਇੱਕ ਨਾ ਦਾ ਆਸ਼ਾ ਸਵਾਰਥਪਣ ਹੁੰਦਾ ਹੈ ਜੋ ਪਿਆਰ ਰਾਹੀਂ ਜਾਂ ਝਗੜੇ ਰਾਹੀਂ ਹੱਲ ਕਰਦੇ ਹੈ, ਪਰ ਕਈਆਂ ਦਾ ਆਸ਼ਾ ਪਿਆਰ ਰਾਹੀਂ ਪ੍ਰੀਤਮਾ ਦੀ ਪ੍ਰਾਪਤੀ ਹੁੰਦੀ ਹੈ, ਜੋ ਅਕਸਰ ਬਹੁਤ ਹੀ ਘੱਟ ਕਾਮਯਾਬ ਹੁੰਦੀ ਵੇਖੀ ਹੈ। ਸੋ ਇਹੀ ਆਸ਼ਾ ਪਹਿਲੀ ਸ਼ਕਲ 'ਚ ਬੇਈਮਾਨੀ, ਦੂਜੀ ਸ਼ਕਲ 'ਚ ਨਿਰਾਸ਼ਾ ਦਾ ਰੂਪ ਧਾਰ ਲੈਂਦਾ ਹੈ।
ਸਵਾਲ ਫਿਰ ਉੱਥੇ ਆ ਗਿਆ ਕਿ ਅਜਿਹੀ ਹਾਲਤ ਵਿੱਚ ਅਜਿਹੀ ਮਨੁੱਖਤਾ ਦਾ ਕੀ ਆਧਾਰ ਬਣੇਗਾ। ਅਜਿਹੀ ਹਾਲਤ ਵਿੱਚ ਪਾਪ, ਅਨਿਆਂ, ਜ਼ਬਰ ਤੇ ਜ਼ੁਲਮ ਇੱਕ ਪਾਸੇ ਜਨਮ ਲੈਂਦਾ ਹੈ, ਜੋ ਜਾਬਰ ਲੋਕਾਂ ਦਾ ਸਰਮਾਇਆ ਹੋ ਨਿਬੜਦਾ ਹੈ। ਦੂਜੇ ਪਾਸੇ ਨਿਰਾਸ਼ਾ, ਬੇਕਾਰੀ, ਭੁੱਖਮਰੀ, ਆਤਮ ਹੱਤਿਆ, ਵਿਹਲੜਪਣ, ਬਿਮਾਰੀਆਂ, ਉਧਾਲੇ, ਉਜਾੜੇ ਮਿਲਦੇ ਹੈ। ਉਹਨਾਂ ਲੋਕਾਂ ਨੂੰ ਜੋ ਠੁਕਰਾਏ ਹੋਏ, ਨਿਰਾਸ਼ ਹੋਏ, ਰੁੱਸੇ, ਹਾਰੇ ਤੇ ਥੱਕੇ ਸਰੀਰ ਤੇ ਟੁੱਟੇ ਦਿਲਾਂ ਵਾਲੇ ਹੁੰਦੇ ਆ। ਤਾਂ ਤੇ ਮਨੁੱਖਤਾ ਵਿੱਚੋਂ ਮਨੁੱਖਤਾ ਦੇ ਅੰਸ਼ਾਂ ਦੀ ਹੋਰ ਵੀ ਘਾਟ ਹੋ ਜਾਂਦੀ ਹੈ ਇਸ ਤਰ੍ਹਾਂ। ਹਾਂ, ਇਸੇ ਲਈ ਤਾਂ ਅੱਜ ਨਾ ਕਿਸੇ ਨੂੰ ਸਬਰ ਹੈ, ਨਾ ਸੰਤੋਖ ਹੈ, ਨਾ ਇਮਾਨਦਾਰੀ ਹੈ, ਨਾ ਹੀ ਭਰੋਸਾ ਜਾਂ ਵਿਸ਼ਵਾਸ। ਤੇ ਫਿਰ ਪਿਆਰ ਦੀ ਹੋਂਦ ਦਿਨੋਂ ਦਿਨ ਘਟਦੀ ਜਾਏਗੀ। ਘਟੇ ਭਾਵੇਂ ਨਾ, ਪਰ ਸਵਾਰਥੀ ਤੇ ਛਲਾਵਾ ਪਿਆਰ ਜ਼ਰੂਰ ਪੈਦਾ ਹੋ ਜਾਏਗਾ ਤੇ ਹੋ ਵੀ ਰਿਹਾ ਹੈ। ਕੀ ਇਸ ਗੱਲ ਦੀ ਪਰਖ ਪਿਆਰ ਤੋਂ ਪਹਿਲਾਂ ਨਹੀਂ ਹੋ ਸਕਦੀ? ਅਗਰ ਇੰਨੀ ਸੋਚ ਪਹਿਲਾਂ ਹੀ ਆ ਗਈ ਤਾਂ ਉੱਥੇ ਪਿਆਰ ਪੈਣ ਤੋਂ ਪਹਿਲਾਂ ਹੀ ਟੁੱਟ ਜਾਏਗਾ। ਕਈ ਵਾਰ ਅੱਗ ਦਾ ਨਿੱਘ ਲੈਣ ਲੱਗਿਆ ਅੱਗ ਬਾਲਣ ਸਮੇਂ ਹੀ ਹੱਥਾਂ ਨੂੰ ਸੇਕ ਲੱਗ ਜਾਇਆ ਕਰਦਾ ਹੈ। ਉਹ ਪਹਿਲਾਂ ਲੱਗਿਆ ਸੇਕ ਅੱਗੇ ਲਈ ਹੁਸ਼ਿਆਰ ਕਰ ਦਿੰਦਾ ਹੈ, ਪਰ ਕਈ ਵਾਰ ਸੇਕ ਦਾ ਸਵਾਦ ਤੇ ਨਿੱਘ ਲੈਂਦਿਆਂ ਲੈਂਦਿਆਂ ਪਤਾ ਹੀ ਉਸ ਵੇਲੇ ਲੱਗਦਾ ਹੈ ਜਦੋਂ ਹੱਥ ਜਾਂ ਮੂੰਹ ਨੂੰ ਲੋ ਲੱਗ ਜਾਂਦੀ ਹੈ। ਕਈ ਵਾਰ ਸੰਭਲਣ ਤੋਂ ਪਹਿਲਾਂ ਹੀ ਜ਼ਖਮ ਨਹੀਂ ਤਾਂ ਰੋਮ ਤਾਂ ਜ਼ਰੂਰ ਭਸਮ ਹੋ ਜਾਂਦੇ ਹੈ। ਤੁਹਾਡੇ ਖਿਆਲ ਮੁਤਾਬਕ ਅਜਿਹਾ ਕਿੰਨਿਆਂ ਕੁ ਨਾਲ ਵਾਪਰਦਾ ਹੈ? ਜਿੰਨੇ ਵੀ ਵੱਧ ਜਜ਼ਬਾਤੀ ਵਿਅਕਤੀ ਹੋਣਗੇ ਉਹਨਾਂ ਨਾਲ ਅਕਸਰ ਅਜਿਹਾ ਹੀ ਬੀਤਦਾ ਹੈ। ਮਨੁੱਖਤਾ ਤੇ ਵਫਾਦਾਰੀ ਦਾ ਅੰਸ਼ ਔਰਤ ਵਿੱਚ ਜਾਂ ਮਰਦ ਵਿੱਚ ਵੱਧ ਹੁੰਦਾ ਹੈ? ਇੱਕ ਅਜਿਹਾ ਸਵਾਲ ਹੈ ਜਿਹਦਾ ਵਾਦ ਵਿਵਾਦ ਕਈਆਂ ਦੇ ਘਰ, ਕਈਆਂ ਦੇ ਕਬੀਲੇ, ਕਈਆਂ ਦੇ ਰਾਜ ਭਾਗ ਤੇ ਕਈਆਂ ਦੀਆਂ ਦੋਸਤੀਆਂ ਖਤਮ ਕਰ ਚੁੱਕਾ ਹੈ ਤੇ ਕਰ ਵੀ ਸਕਦਾ ਹੈ। ਕਈ ਵਾਰ ਪਿਆਰ ਦੀ ਲਹਿਰ 'ਚ ਠਿੱਲਣ ਤੋਂ ਪਹਿਲਾਂ ਉਹ ਅਗੇਰੇ ਆਉਣ ਵਾਲੀਆਂ ਔਕੜਾਂ, ਸੰਕਟ ਤੇ ਮਜਬੂਰੀਆਂ ਨੂੰ ਅੱਖੋਂ ਓਹਲੇ ਕਰ ਛੱਡਦੇ ਹੈ। ਜਾਂ ਅਗਿਆਨਤਾ ਵਸਿਓਂ ਹੋ ਜਾਂਦਾ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਿਆਰ 'ਚ ਤੇ ਗੁੱਸੇ 'ਚ ਦੂਰਦਰਸ਼ਕਤਾ ਚਲੀ ਜਾਂਦੀ ਹੈ। ਸੋ ਅਜਿਹੇ ਸਮੇਂ ਮਜਬੂਰੀ ਦਾ ਸ਼ਿਕਾਰ ਹੋਇਆ ਜੀਵ ਵੀ ਦੂਜੇ ਦੀਆਂ ਨਜ਼ਰਾਂ 'ਚ ਬੇਵਫਾ ਸਾਬਤ ਹੋ ਜਾਂਦਾ ਹੈ। ਕਈ ਵਾਰ ਸਵਾਰਥ ਪੂਰਾ ਨਾ ਹੋਣ ਦੇ ਤੇ ਕਈ ਵਾਰ ਕਿਸੇ ਦੀ ਚੁਭਵੀਂ ਗੱਲ ਦਾ ਬਦਲਾ ਲੈਣ ਤੇ ਇਹ ਹਾਲਾਤ ਮਰਦ ਨੂੰ ਅਜਿਹਾ ਕਰਨ ਲਈ ਉਕਸਾਉਂਦੇ ਹੈ ਜਾਂ ਔਰਤ ਨੂੰ ਇਹ ਜ਼ਿਆਦਾ ਸਮੇਂ ਤੇ ਨਿਰਭਰ ਕਰਦਾ ਹੈ। ਪਰ ਹੁੰਦਾ ਕੀ ਹੈ, ਅਜੋਕੇ ਸਮੇਂ 'ਚ ਔਰਤ ਭਾਵੇਂ ਕਿੰਨਾ ਵੀ ਆਪਣੇ ਆਪ ਨੂੰ ਅਗਾਂਹ ਵੱਧ ਤੇ ਮਰਦ ਦੇ ਬਰਾਬਰ ਸਮਝਦੀ ਹੈ, ਪਰ ਫਿਰ ਵੀ ਉਹ ਪਿਆਰ ਤੇ ਵਿਆਹ ਦੇ ਮਾਮਲੇ 'ਚ ਖੁੱਲ੍ਹ ਪ੍ਰਾਪਤ ਨਹੀਂ ਕਰ ਸਕੀ, ਸਗੋਂ ਕਠਪੁਤਲੀ ਬਣ ਕੇ ਰਹਿ ਜਾਂਦੀ ਹੈ। ਸੋ ਅਣਜਾਣੇ ਹੀ ਪਾਇਆ ਪਿਆਰ ਜਦ ਨੇਪਰੇ ਨਹੀਂ ਚੜ੍ਹਦਾ ਤਾਂ ਕਠਪੁਤਲੀ ਬਣੀ ਔਰਤ ਨੂੰ ਵੀ ਮਰਦ ਸਮਾਜ ਅੱਗੇ ਝੁਕਣਾ ਪੈਂਦਾ ਹੈ। ਫਲਸਰੂਪ ਪ੍ਰੇਮੀ ਆਪਣੇ ਪਿਆਰ 'ਚ ਖੀਵਾ ਹੋਇਆ ਔਰਤ ਨੂੰ ਬੇਵਫਾ ਦੀ ਤੋਹਮਤ ਦਿੰਦਾ ਹੈ ਤੇ ਇਸ ਤੋਂ ਇਲਾਵਾ ਔਰਤ ਵੱਧ ਦੁਸ਼ਮਣ ਹੈ। ਜੇ ਪਿਆਰ ਕੁੱਠੀ ਔਰਤ ਕਿਸੇ ਦੂਜੀ ਔਰਤ ਨੂੰ ਜੋ ਉਹਦੇ ਪ੍ਰੇਮੀ ਨਾਲ ਵਿਆਹ ਕਰਾ ਰਹੀ ਹੋਵੇ ਉਸ ਅੱਗੇ ਤਰਲਾ ਕਰੇ ਕਿ ਹੱਕ ਮੇਰਾ ਤਾਂ ਉਹ ਵੀ ਮੰਨਿਆ ਨਹੀਂ ਜਾਂਦਾ, ਕਿਉਂਕਿ ਲੋਕਾਂ ਦੀਆਂ ਨਜ਼ਰਾਂ 'ਚ ਲੜਕੀ ਦਾ ਵਿਆਹ ਰੁਕ ਜਾਣਾ, ਮੰਗਣੀ ਟੁੱਟ ਜਾਣਾ, ਮਾਨੋ ਸਿਰ ਪਹਾੜ ਗਿਰਨਾ। ਮਰਦ ਫਿਰ ਵੀ ਘੱਟ ਸੋਚਦਾ ਹੈ, ਪਰ ਔਰਤ ਉਹ ਵੀ ਪਿਆਰ ਕਰਨ ਵਾਲੀ ਨੂੰ ਕੋਈ ਵੀ ਮਾਂ, ਭੈਣ, ਨਣਦ ਜਾਂ ਸੱਸ, ਦਰਾਣੀ ਜਾਂ ਜਠਾਣੀ ਕਬੂਲਣ ਲਈ ਤਿਆਰ ਨਹੀਂ ਹੁੰਦੀ। ਇਸ ਤਰ੍ਹਾਂ ਕੀ ਔਰਤ ਲਈ ਵੱਧ ਬੇਵਫਾ ਸਾਬਤ ਹੁੰਦੀ ਹੈ। ਬੇਵਫਾ ਹੋਵੇ ਜਾਂ ਨਾ, ਪਰ ਮੈਂ ਸਮਝਦਾ ਕਿ ਉਹ ਬੇਵਫਾ ਨਾਲੋਂ ਕਾਇਰ ਜ਼ਿਆਦਾ ਹੈ, ਜੋ ਆਪਣੇ ਹੱਕਾਂ ਲਈ ਤੇ ਉਹਨਾਂ ਦੀ ਰਾਖੀ ਲਈ ਨਹੀਂ ਲੜਦੀ, ਕਿਸੇ ਨੂੰ ਕਹਿ ਨਹੀਂ ਸਕਦੀ, ਵਿਦਰੋਹ ਨਹੀਂ ਕਰਦੀ ਜਾਂ ਦੂਜਿਆਂ ਨੂੰ ਉਕਸਾ ਨਹੀਂ ਸਕਦੀ। ਇਸ ਪੱਖੋਂ ਉਹਦਾ ਚੋਰੀ ਪਿਆਰ ਕਰਨਾ ਵੀ ਇੱਕ ਕਮੀ ਜਾਂ ਕਮਜ਼ੋਰੀ ਬਣ ਜਾਂਦੀ ਹੈ। ਜੇਕਰ ਉਹ ਪਹਿਲਾਂ ਹੀ ਨਿਸ਼ੰਗ ਹੋ ਕੇ ਕਿਸੇ ਆਸ਼ੇ ਭਰਪੂਰ ਜਾਂ ਕਿਸੇ ਮੰਜ਼ਿਲ ਨੂੰ ਮੁੱਖ ਰੱਖ ਕੇ ਕਿਸੇ ਮੰਤਵ ਭਰਪੂਰ ਨਾ ਕਿ ਜਜ਼ਬਾਤੀ ਜਾਂ ਗਿਆਨ ਪਿਆਰ ਕਰੇ ਤਾਂ ਉਹ ਅੱਧੀ ਕਾਮਯਾਬੀ ਪਹਿਲਾਂ ਹੀ ਹਾਸਲ ਕਰ ਲਏ। ਡੁੱਬੀ ਤਾਂ ਜੇ ਸਾਹ ਨਾ ਆਇਆ। ਕੀ ਔਰਤ ਇੰਨੀ ਹਿੰਮਤ ਕਰ ਸਕਦੀ ਹੈ? ਇਹ ਗੱਲ ਤਾਂ ਨਹੀਂ ਹੈ। ਹਿੰਮਤ, ਬਲ, ਦਲੇਰੀ, ਜਜ਼ਬਾ ਇਸ ਔਰਤ ਵਿੱਚ ਉਸ ਵੇਲੇ ਕਿੱਥੋਂ ਆਉਂਦਾ ਹੈ ਜਦੋਂ ਇਹ ਬਹਾਦਰੀ 'ਚ ਚੰਡੀ ਦਾ ਰੂਪ ਧਾਰਦੀ ਹੈ, ਜਦੋਂ ਇਹ ਨਿਰਾਸ਼ਾ 'ਚ ਆਤਮ ਹੱਤਿਆ ਦਾ ਰਾਹ ਚੁਣਦੀ ਹੈ, ਜਦੋਂ ਇਹ ਸਮਾਜ ਤੋਂ ਡਰ ਕੇ ਪਰ ਦਲੇਰੀ 'ਚ ਘਰੋਂ ਨੱਠਣ ਲਈ ਕਦਮ ਚੁੱਕਦੀ ਹੈ। ਅਸਲ 'ਚ ਇਹ ਸਾਰਾ ਕੁਝ ਵੀ ਕੀ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਨਹੀਂ ਕਰਦੀ, ਕਮਜ਼ੋਰੀ ਨੂੰ ਛੁਪਾਉਣ ਲਈ ਜਾਂ ਮਨੁੱਖਤਾ ਦਾ ਆਧਾਰ ਪਰਖਣ ਲਈ। ਤੁਸੀਂ ਤਾਂ ਫੇਰ ਸਰ ਸਵਾਲ ਨੂੰ ਸਵਾਲ 'ਚ ਹੀ ਬਦਲਤਾ। ਜੋ ਸਵਾਲ ਸਦੀਆਂ ਤੋਂ ਸਵਾਲ ਹੀ ਤੁਰਿਆ ਆਉਂਦਾ ਹੈ ਉਹ ਅੱਜ 4 ਕੁ ਲਫ਼ਜ਼ਾਂ ਨਾਲ ਸੰਤੁਲਿਤ ਜਵਾਬ ਕਿਵੇਂ ਬਣ ਸਕਦਾ ਹੈ? ਕੋਸ਼ਿਸ਼ ਨਾਲ ਕੀ ਨਹੀਂ ਹੋ ਸਕਦਾ? ਤਾਂ ਫਿਰ ਕੋਸ਼ਿਸ਼ ਜਾਰੀ ਰੱਖੋ। ਕਾਂਡ 23। ਜੀਤੀ ਦੇ ਘਰੋਂ ਨਿਕਲਦਿਆਂ ਚਰਨਾ ਆਣ ਵੜਿਆ। ਰਾਤ ਦੀ ਬਿੱਲੂ ਨੂੰ ਬਠਿੰਡੇ ਭੇਜਣ ਦੀ ਚਾਲ ਸ਼ਿੰਦਰੋਂ ਨੇ ਉਹਨੂੰ ਦੱਸਦੀ ਸੀ। ਚਰਨੇ ਨੇ ਅੰਦਰ ਵੜਦਿਆਂ ਬਾਹਰਲਾ ਬੂਹਾ ਮਾਰਤਾ। ਵਿਹੜੇ ਦੀ ਬਿੜਕ ਲੈਂਦਿਆਂ ਰਸੋਈ 'ਚ ਖੜੀ ਸ਼ਿੰਦਰੋਂ ਨੂੰ ਬੈਠਕ 'ਚ ਖਿੱਚ ਲਿਆਇਆ। ਮਰ ਜਾਣਿਆ, ਮਾਲੇ ਕੀ ਬੁੜੀ ਤੁਰਦੀ ਫਿਰਦੀ ਇੱਧਰ ਆ ਜਾਂਦੀ ਹੈ ਕਈ ਵਾਰੀ, ਪਰ ਅੱਜ ਨਹੀਂ ਆਉਂਦੀ ਸ਼ਿੰਦਰੋਂ।
क्यों अज तू मंत्र मारता? अज ਉਹਨੂੰ पता बघियाड़ बकरी ਨੂੰ पैण वाला है। बछेरिया मैं तेनू बकरी लगदी आ? ना ना तू तो गलगल है, वो भी मिठी। हौली बोल, मर, बाहर कोई सुन लो तो सुन ले। छिंदो जद मियाँ बीवी राजी तो की करूगा काजी। चल बेशरम कितों दा। चंगा बेशरम तो मैं ही हाँ। हुण जरा अड़ीअल बछेरी ते तां काठी पवा दे। काठी छड्ड के डंगर दे खुरियां लाउण वालियां वांगू तां ढाई पिया। तू तो है ही मैं अड़ीअल बछेरी दी गल करदा। ਕਿਹੜੀ ਵੀ ਅੜੀਅਲ ਬਛੇਰੀ? ਆ ਤੇਰੀ ਨਨਾਣ ਜੀਤੀ। ਚਰਨੇ ਸ਼ਰਮ ਨਹੀਂ ਆਉਂਦੀ ਤੈਨੂੰ ਅੱਗੇ ਵਧਦੇ ਨੂੰ? ਤੂੰ ਆਪੇ ਹੀ ਤਾਂ ਬੇਸ਼ਰਮ ਕਿਹਾ ਸੀ। ਤੈਨੂੰ ਮੇਰੇ ਤੇ ਸਬਰ ਨਹੀਂ ਆਉਂਦਾ? ਸਬਰ ਤਾਂ ਤੇਰੇ ਤੇ ਬਥੇਰਾ ਹੈ, ਪਰ ਤੂੰ ਵਿਚਲੀ ਗੱਲ ਨਹੀਂ ਸਮਝਦੀ। ਕਿਹੜੀ ਵੀ ਵਿਚਲੀ ਗੱਲ? ਜੇ ਇੱਕ ਵਾਰੀ ਜੀਤੀ ਤਾਂ ਫਿਰ ਆਪਾਂ ਨੂੰ ਮੌਜਾਂ ਹੀ ਮੌਜਾਂ, ਸਾਰੇ ਰਾਹ ਖੁੱਲੇ। ਤੂੰ ਜਿਵੇਂ ਮਰਜ਼ੀ ਕਰ, ਮੈਂ ਕੁਛ ਨਹੀਂ ਕਰ ਸਕਦੀ। ਉਹ ਤਾਂ ਖਾਣ ਨੂੰ ਆਉਂਦੀ ਹੈ। ਇਹੀ ਤਾਂ ਤੈਨੂੰ ਪਤਾ ਨਹੀਂ। ਕੌੜ ਮੈਂ ਜਦ ਪਸਮ ਪਵੇ ਤਾਂ ਦੁੱਧ ਬੜਾ ਲਾਉਂਦੀ ਹੈ। ਕਿਤੇ ਦੋਹਾਂ ਦੇ ਛੜਾ ਨਾ ਪੈਂਦੀਆਂ ਹੁਣ। ਕੋਈ ਨਹੀਂ, ਟੀਟਣੇ ਖਾ ਕੇ ਸਵਾਰੀ ਕਰੀ ਦੀਏ। ਹਾਂ ਸੱਚ, ਉਦੋਂ ਨੂੰ ਰਾਤ ਕਿੱਥੇ ਸੀ? ਬਰਨਾਲੇ ਆਪਦੇ ਮਾਸਟਰ ਕੋਲ ਹਸਪਤਾਲ। ਕਿਉਂ? ਉਹਨੂੰ ਭੂੰਡ ਨੂੰ ਕੀ ਡੰਗ ਵੱਜਿਆ ਸੀ? ਚਰਨਾ ਨਫ਼ਰਤ ਨਾਲ ਭਰ ਕੇ ਬੋਲਿਆ। ਆਖੇ ਸੱਟਾਂ ਵੱਜੀਆਂ ਸੀ ਐਕਸੀਡੈਂਟ 'ਚ, ਤੇ ਉਹਦੇ ਸਾਰੇ ਮਰ ਗਏ ਸੀ ਸੰਭਾਲਣ ਨੂੰ। ਐਵੇਂ ਹੀ ਜਿਹਦਾ ਕਿਸੇ ਨੂੰ ਤੇ ਹੋਊ ਉਹੀ ਉਹਦਾ ਤੇ ਬੁਝਾਊ। ਟੇਢੀ ਅੱਖ ਨਾਲ ਛਿੰਦਰੋਂ ਨੇ ਚਰਨੇ ਵੱਲ ਵੇਖਿਆ। ਅੱਛਾ ਤਾਂ ਮਾਸਟਰ ਦੀ ਤੇ ਬੁਝਾ ਸਕਦੀ ਹੈ ਤੇ ਅਸੀਂ ਭਾਵੇਂ ਧਿਆਏ ਮਰ ਜੀਏ। ਇਹ ਤਾਂ ਹਿੰਮਤ ਦੀਆਂ ਗੱਲਾਂ ਹੈ। ਮੇਰੀ ਹਿੰਮਤ ਦਾ ਤੈਨੂੰ ਅਜੇ ਪਤਾ ਨਹੀਂ ਲੱਗਾ। ਮੈਂ ਤਾਂ ਪਹਿਲੇ ਹੀ ਤੇਰੇ ਤੇ ਮਰੀ ਪਈ ਸੀ, ਪਰ ਹੁਣ ਵੇਖਾਂਗੇ ਕੌੜ ਵਛੇਰੀ ਨੂੰ ਤੂੰ ਕਿਵੇਂ ਕਾਬੂ ਕਰਦਾ ਹੈ। ਛਿੰਦਰੋਂ ਚਰਨੇ ਨੂੰ ਵੰਗਾਰਦੀ। ਹੈ ਤਾਂ ਸੱਚੀ ਉਹ ਕੌੜ ਵਛੇਰੀ। ਇੱਕ ਵਾਰ ਤਾਂ ਮੈਨੂੰ ਉਹ ਟੀਟਣੇ ਮਾਰ ਗਈ ਹੈ, ਸਹੁੰ ਮਹਾਰਾਜ ਦੀ। ਵੇ ਸੱਚੀ? ਹੱਸਦੀ ਹੱਸਦੀ ਛਿੰਦੋ ਚਰਨੇ ਨੂੰ ਪਰੇ ਕਰਕੇ ਆਪਾਂ ਸੰਭਾਲਣ ਲੱਗੀ। ਸਹੁੰ ਢਾਂਡੀ ਦੀ, ਮੈਂ ਵੀ ਪਿਓ ਦਾ ਨਹੀਂ ਜੇ ਬਦਲਾ ਨਾ ਲਿਆ ਤਾਂ। ਚਰਨੋਂ ਨੇ ਮੂੰਹ ਤੇ ਦੀ ਹੱਥ ਫੇਰ ਕੇ ਕਿਹਾ, ਪਰ ਤੂੰ ਵੀ ਤਾਂ ਕੁਝ ਹੀਲਾ ਕਰ ਛਿੰਦੋ। ਮੌਕਾ ਮੈਂ ਬਣਾ ਦੂੰ, ਸੰਭਾਲ ਤੂੰ ਲਈ। ਕਹਿ ਚਰਨੇ ਦੇ ਬਾਹਰ ਜਾਣ ਤੇ ਛਿੰਦਰੋਂ ਨੇ ਬੂਹਾ ਬੰਦ ਕਰਤਾ। ਚਰਨਾ ਇਸੇ ਵਿਉਣ 'ਚ 2-3 ਗੇੜੇ ਮਾਰ ਗਿਆ। ਸਾਰੀ ਗੰਢ ਧੁੱਪ ਕਰਕੇ ਸਕੀਮ ਘੜ ਲਈ। ਬਿੱਲੂ ਨੇ ਅੱਜ ਮੁੜਨਾ ਨਹੀਂ ਸੀ ਬਠਿੰਡਿਓਂ। ਦਿਲੋਂ ਤਾਂ ਛਿੰਦਰੋਂ ਚਾਹੁੰਦੀ ਸੀ ਕਿ ਜੇ ਅੱਜ ਜੀਤੀ ਵੀ ਨਾ ਆਵੇ ਤਾਂ ਮਜ਼ਾ ਹੀ ਆ ਜਾਏ, ਪਰ ਉਹ ਸ਼ਾਮ ਢਲਦਿਆਂ ਆ ਗਈ। ਜੀਤੀ ਦੇ ਆਉਣ ਤੇ ਛਿੰਦਰੋਂ ਕਦੇ ਉਹਨੂੰ ਚਾਹ ਤੇ ਕਦੇ ਰੋਟੀ, ਕਦੇ ਕਿਸੇ ਗੱਲ 'ਚ ਮਜ਼ਾਕ, ਕਦੇ ਕਿਸੇ ਗੱਲ 'ਚ ਠੱਠਾ ਕਰਦੀ ਫਿਰੀ। ਉਹਨੂੰ ਇੰਨੀ ਬਦਲੀ ਹੋਈ ਵੇਖ ਕੇ ਜੀਤੀ ਹੈਰਾਨ ਹੋਈ ਤੇ ਫਿਰ ਇਹ ਸੋਚ ਕੇ ਗੱਲ ਆਈ ਗਈ ਕਰ ਗਈ ਕਿ ਸ਼ਾਇਦ ਮੈਨੂੰ ਬੁਰਾ ਭਲਾ ਕਹਿਣ ਤੇ ਆਪਣੀ ਗਲਤੀ ਮਹਿਸੂਸ ਕੀਤੀ ਹੋਵੇ। ਜੀਤੀ ਅੱਜ ਤੇਰਾ ਬਾਈ ਇੱਥੇ ਨਹੀਂ, ਤੂੰ ਮੇਰੇ ਕੋਲ ਬੈਠਕ 'ਚ ਪੈ ਜੀ। ਚੰਗਾ ਕਹਿ ਜੀਤੀ ਆਪਣੀ ਪੜ੍ਹਾਈ ਖਤਮ ਕਰਕੇ ਛਿੰਦਰੋਂ ਦੇ ਕੋਲ ਆ ਗਈ। ਸਕੀਮ ਮੁਤਾਬਕ ਛਿੰਦੋ ਨੇ ਗਲੀ ਵਾਲਾ ਬੂਹਾ ਪਹਿਲਾਂ ਹੀ ਖੁੱਲਾ ਰੱਖ ਛੱਡਿਆ ਸੀ, ਜਿਹਦਾ ਜੀਤੀ ਨੂੰ ਕੋਈ ਪਤਾ ਨਹੀਂ ਸੀ। ਜੀਤੀ ਪੈਂਦਿਆਂ ਹੀ ਸੌਂ ਗਈ। ਛਿੰਦਰੋਂ ਚਰਨੇ ਦੇ ਆਉਣ ਤੇ ਦੇ ਕੰਨ ਬੜਿੱਕੇ ਲੈ ਰਹੀ ਸੀ ਤੇ ਆਹਿਸਤਾ ਜੇ ਦਰਵਾਜ਼ਾ ਖੁੱਲਿਆ। ਚਰਨਾ ਅੰਦਰ ਆ ਗਿਆ। ਛਿੰਦਰੋਂ ਬਾਹਰ ਵਿਹੜੇ 'ਚ ਖਿਸਕ ਗਈ। ਚਰਨੇ ਨੇ ਜੀਤੀ ਦੇ ਦੋਵੇਂ ਹੱਥ ਦੱਬ ਕੇ ਨੇੜੇ ਹੋਇਆ ਹੀ ਸੀ ਕਿ ਜੀਤੀ ਸ਼ੇਰ ਵਾਂਗ ਭੜਕ ਕੇ ਉੱਠੀ। ਕੌਣ ਕੌਣ? ਭਾਬੀ ਭਾਬੀ। ਜਾਂ ਜੀਤੀ ਨੂੰ ਚਰਨੇ ਦਾ ਸ਼ੱਕ ਪਿਆ ਤਾਂ ਉਹਨੇ ਦੋਵੇਂ ਪੈਰ ਜੋੜ ਕੇ ਉਹਦੀ ਹਿੱਕ 'ਚ ਮਾਰੇ। ਚਰਨਾ ਕੰਧ ਨਾਲ ਜਾ ਵੱਜਿਆ। ਆਪ ਛਾਲ ਮਾਰ ਕੇ ਨਿਕਲਣ ਲੱਗੀ ਤਾਂ ਬਾਹਰ ਖੜੀ ਛਿੰਦਰੋਂ ਵਿੱਚ ਵੱਜੀ। ਭਾਬੀ ਤੂੰ ਕਿੱਥੇ ਚਲੀ ਗਈ ਉੱਠ ਕੇ? ਉਹ ਉਤਰਾ ਕਿੱਥੋਂ? ਇਹਨੇ ਨੂੰ ਪਟਾਕ ਕਰਦਾ ਥੱਪੜ ਜੀਤੀ ਦੇ ਵੱਜਾ। ਚਰਨੇ ਨੇ ਜੀਤੀ ਨੂੰ ਬਾਹੋਂ ਫੜ ਅੰਦਰ ਨੂੰ ਖਿੱਚਿਆ। ਹਰਾਮ ਦੀ ਇਹ ਨਸਲੇ, ਤੂੰ ਮਾਸਟਰਾਂ ਕੋਲ ਬਰਨਾਲੇ ਤੇ ਬਠਿੰਡੇ ਤਾਂ ਖੇ ਖਾ ਸਕਦੀ ਐ, ਮੈਨੂੰ ਕੀੜੇ ਪਏ ਆ। ਜੀਤੀ ਨੇ ਚਰਨੇ ਦੀ ਬਾਂਹ ਤੇ ਦੰਦੀ ਵੱਢ ਕੇ ਆਪਣੇ ਆਪ ਨੂੰ ਛੁਡਾ ਲਿਆ। ਤੂੰ ਕੁੱਤਿਆ ਜਾਂਦਾ ਇੱਥੋਂ ਕਿ ਚੋਰ ਚੋਰ ਬਾਈ ਮਾਲਿਆ, ਚੋਰ ਚੋਰ। ਰੌਲਾ ਪਾਉਣ ਦੀ ਦੇਰ ਸੀ ਕਿ ਚਰਨਾ ਹਵਾ ਹੋ ਗਿਆ। ਇਹ ਤੋਂ ਪਹਿਲਾਂ ਕਿ ਮਾਲਾ ਤੇ ਧਨ ਕੌਰ ਉੱਠ ਕੇ ਆਉਂਦੇ, ਛਿੰਦਰੋਂ ਆਪੇ ਹੀ ਉਹਨਾਂ ਦੇ ਵਿਹੜੇ ਜਾ ਕੇ ਕੁਛ ਨੀ ਬਾਈ ਕੁਛ ਨੀ ਬੇਬੇ। ਜੀਤੀ ਡਰ ਗਈ ਸੀ, ਐਵੇਂ ਬਰੜਾ ਉੱਠੀ ਦਬਾ ਪੈਣ ਤੇ। ਇਹ ਕੀ ਭਾਬੀ, ਤੈਨੂੰ ਕੁਝ ਪਤਾ ਨਹੀਂ ਕੀ ਹੋਇਆ? ਮੈਨੂੰ ਸਭ ਪਤਾ। ਚੁੱਪ 'ਚ ਹੀ ਫਾਇਦਾ, ਰੌਲਾ ਪਾਇਆ ਆਪਦੀ ਬਦਨਾਮੀ ਹੈ। ਬਾਹਰਲਾ ਬੂਹਾ ਕਿਹਨੇ ਖੁੱਲਾ ਰੱਖਿਆ ਤੇ ਇਹਨੂੰ ਕਿਵੇਂ ਪਤਾ ਸੀ ਬਿੱਲੂ ਇੱਥੇ ਨਹੀਂ? ਜਾਂਦਾ ਜਾਂਦਾ ਆਪ ਹੀ ਤੇਰਾ ਭਰਾ ਮੂੰਹ ਮਾਰ ਗਿਆ ਹੋਊ। ਬੂਹੇ ਦਾ ਤਾਂ ਮੈਨੂੰ ਯਾਦ ਨਹੀਂ, ਨਾਲੇ ਪਿੱਛੋਂ ਤਾਂ ਤੂੰ ਹੀ ਆ ਕੇ ਸੁੱਤੀ ਐ। ਤੇਰਾ ਮਤਲਬ ਹੈ ਬੂਹਾ ਮੈਂ ਖੁੱਲਾ ਰੱਖਿਆ? ਮੈਨੂੰ ਕੀ ਪਤਾ ਭਾਬੀ। ਤੈਨੂੰ ਕਿਹਾ ਨਾ ਕਿ ਰੌਲਾ ਪਾਉਣ 'ਚ ਕੋਈ ਫਾਇਦਾ ਨਹੀਂ। ਠੀਕ ਹੈ, ਮੈਂ ਸਭ ਸਮਝ ਗਈ। ਜਦੋਂ ਚੋਰ ਤੇ ਕੁੱਤੀ ਰਲ ਜਾਣ, ਉੱਥੇ ਘਰ ਮਾਲ ਧਨ ਦਾ ਨਾਸ਼ ਤਾਂ ਹੋਣਾ ਹੀ ਹੈ। ਜੀਤੀ ਨੂੰ ਛਿੰਦਰੋਂ ਦੇ ਚਰਨੇ ਬਾਰੇ ਜੋ ਡਰ ਤੇ ਸ਼ੱਕ ਸੀ, ਉਹ ਗੱਲ ਸੱਚ 'ਚ ਬਦਲ ਗਈ। ਕੁੜੀਏ ਪਹਿਲਾਂ ਆਪਦੀ ਪੀੜੀ ਹੇਠ ਸੋਟਾ ਮਾਰ, ਕਦੇ ਮਾਸਟਰ ਕੋਲ, ਕਦੇ ਬਠਿੰਡੇ ਮਾਸੀ ਦੇ ਪੁੱਤ ਕੋਲ ਜਾਨੀ ਹੈ, ਉੱਤੋਂ ਮੇਰੇ ਤੇ ਤੋਹਮਤ। ਚਰਨੇ ਨੇ ਛਿੰਦਰੋਂ ਨੂੰ ਸਾਰੀ ਗੱਲ ਦੱਸ ਜੋ ਦਿੱਤੀ ਸੀ। ਬਕਵਾਸ ਬੰਦ ਕਰ,
ਹੁਣ ਤਾਂ ਤੈਨੂੰ ਮੇਰੀ ਗੱਲ ਬਕਵਾਸ ਲੱਗਣੀ ਹੈ। ਘਰੋਂ ਪੈਰ ਕੀ ਨਿਕਲ ਗਏ, ਜ਼ੁਬਾਨ ਵੀ ਗਿੱਠ ਭਰ ਨਿਕਲ ਗਈ। ਇਹ ਘਰੇ ਕੀ ਲੈਣ ਆਉਂਦਾ ਮੈਨੂੰ ਤੂੰ ਇਹ ਦੱਸ। ਅੱਧੀ ਰਾਤ ਤਾਈਂ ਤੂੰ ਬਰਾਬਰ ਬੈਠ ਕੇ ਹਿੜੇੜ ਕਰਦੀ ਰਹਿਨੀ ਹੈ। ਇਹਦਾ ਕੀ ਮਤਲਬ ਹੈ? ਤੂੰ ਕੀ ਸਮਝਦੀ ਹੈ ਮੈਂ ਕੁਝ ਵੀ ਨਹੀਂ ਜਾਣਦੀ? ਤੇ ਅੱਜ ਦੀ ਸਾਜ਼ਿਸ਼ ਵੀ ਤੇਰੀ ਗਿਣੀ ਮਿੱਥੀ ਸੀ। ਜਿਹੜਾ ਤੂੰ ਮੇਰਾ ਮੂੰਹ ਬੰਦ ਕਰਦੀ ਹੈ, ਬਾਪੂ ਨੂੰ ਆ ਲੈਣ ਦੇ, ਇਸ ਗੱਲ ਦਾ ਨਤਾਰਾ ਹੋ ਕੇ ਰਹੂਗਾ। ਨਿਵਾਦੂ ਭੁੜਕਣਾ ਲਾਲੀ, ਜਿਹੜੀਆਂ ਬਾਹਰਾਂ ਲਾਉਣੀਆਂ ਤੂੰ ਕਰਾ ਲਈ, ਜਿਹੜੀ ਕੈਦ ਕਰਾਉਣੀ ਹੈ। ਜੀਤੀ ਬੁਸਕਦੀ ਡੁਸਕਦੀ ਅੰਦਰ ਜਾ ਕੇ ਮੰਜੇ ਤੇ ਡਿੱਗ ਪਈ। ਉਹਨੂੰ ਉਦੋਂ ਪਤਾ ਲੱਗਾ ਜਦੋਂ ਸਵੇਰ ਦਾ ਸੂਰਜ ਸਿਰ ਤੇ ਆ ਗਿਆ ਤੇ ਰੋਸ਼ਨਦਾਨ ਰਾਹੀਂ ਧੁੱਪ ਉਹਦੇ ਮੂੰਹ ਤੇ ਪੈ ਰਹੀ ਸੀ। ਉਹਨੂੰ ਨਾ ਕੁਝ ਖਾਣ ਪੀਣ ਬਾਰੇ ਕਿਹਾ ਗਿਆ, ਨਾ ਹੀ ਉਸ ਖਾਧਾ ਪੀਤਾ। ਉਹਦੇ ਅੰਦਰ ਜੋ ਜਵਾਰ ਭਾਟਾ ਮੱਚ ਰਹੀ ਸੀ, ਉਹਦੀ ਭੜਾਸ ਕੱਢਣ ਦਾ ਇੱਕੋ ਇੱਕ ਰਸਤਾ ਸੀ, ਕਾਂਤੀ ਨੂੰ ਖੱਤ ਲਿਖਣਾ। ਮੇਰੀ ਪਿਆਰੀ ਹਮਰਾਜ਼ ਕਾਂਤੀ, ਘੁੱਟ ਕੇ ਜੱਫੀ ਤੇ ਦਰਦਾਂ ਭਰੀ ਸਤਿ ਸ੍ਰੀ ਅਕਾਲ। ਗਮਾਂ ਦੀ ਹਨੇਰੀ ਦੇ ਪਹਿਲੇ ਝੌਂਕੇ ਦਾ ਤੈਨੂੰ ਪਹਿਲਾ ਖੱਤ ਜ਼ਰੂਰ ਮਿਲ ਚੁੱਕਾ ਹੋਏਗਾ। ਜਦ ਇਨਸਾਨ ਕੋਈ ਮੰਜ਼ਿਲ ਪਾਰ ਕਰ ਜਾਂਦਾ ਹੈ, ਅਗਲੀ ਮੰਜ਼ਿਲ ਦੇ ਰਸਤੇ ਉੱਪਰ ਵਿਚਰਦਾ ਹੈ, ਤਾਂ ਉਹਨੂੰ ਭੂਤ ਤੇ ਵਰਤਮਾਨ ਮੰਜ਼ਿਲ ਦੇ ਰਾਹ ਪੱਗ ਦਾ ਚੰਗੇ ਬੁਰੇ ਦਾ ਪਤਾ ਲੱਗਦਾ ਹੈ। ਸੁੱਖ ਤੇ ਆਰਾਮ 'ਚ ਬੀਤੇ ਪਲ ਦਰਦਾਂ ਦੀ ਮਰਹਮ ਬਣ ਕੇ ਤਾਜ਼ੇ ਜ਼ਖਮਾਂ ਤੇ ਲੇਪ ਦਾ ਕੰਮ ਕਰਦੇ ਹੈ। ਪਰ ਕਈ ਵਾਰ ਜ਼ਖਮਾਂ ਦੀ ਧਾਰ ਇੰਨੀ ਤਿੱਖੀ ਹੁੰਦੀ ਹੈ ਕਿ ਟੀਸ ਧੁਰ ਅੰਦਰ ਤੱਕ ਪੈਂਦੀ ਹੈ। ਛੋਟੇ ਹੁੰਦਿਆਂ ਜਿੰਨਾ ਮੈਂ ਆਪਣੀ ਕਿਸਮਤ ਤੇ ਨਾਜ਼ ਕਰਦੀ ਤੇ ਤੇਰੇ ਬਾਰੇ ਹਮੇਸ਼ਾ ਸੋਚਦੀ ਸੀ ਕਿ ਪਤਾ ਨਹੀਂ ਵਿਚਾਰੀ ਦੇ ਕਿਹੇ ਦਿਨ ਕੱਟਣਗੇ, ਪਰ ਅੱਜ ਕਾਂਤੀ ਤੇਰੇ ਹੁਸ਼ਿਆਰ ਤੇ ਅਕਲਮੰਦ ਜੀਤੀ ਦੇ ਦਿਨ ਨਸੂਰ ਬਣ ਘਟ ਰਹੇ ਨੇ। ਪਰਾਇਆਂ ਉੱਪਰ ਆਦਮੀ ਛੇਤੀ ਭਰੋਸਾ ਨਹੀਂ ਕਰਦਾ ਕਿ ਪਰਾਇਆ ਆਖਰ ਪਰਾਇਆ ਹੀ ਰਹਿੰਦਾ, ਪਰ ਮੈਂ ਇਸ ਗੱਲ ਨੂੰ ਬਿਲਕੁਲ ਗਲਤ ਕਰਦੀ ਹਾਂ। ਬੇਗਾਨੇ ਨੂੰ ਉੱਚ ਨੀਚ ਜਿੱਤ ਹਾਰ ਦੀ ਕੋਈ ਬੰਦੇਜ ਲਾਲਚ ਲੋਭ ਨਹੀਂ ਹੁੰਦਾ, ਜਦਕਿ ਆਪਣੇ ਤਾਂ ਘੁੰਮਦੇ ਹੀ ਲਾਲ ਚੀਰਖਾ ਸਾੜੇ ਤੇ ਵੱਡੱਪਣ ਦੇ ਨਾਤੇ ਉੱਪਰ ਹੈ। ਕਿਸੇ ਦੀ ਗੱਲ, ਕਿਸੇ ਦੀ ਕੋਈ ਹਰਕਤ, ਕਿਸੇ ਦਾ ਕੋਈ ਕਦਮ ਕਿਤੇ ਆਪਣੇ ਵੱਡੱਪਣ ਨੂੰ ਨੀਵਾਂ ਨਾ ਕਰਦੇ। ਵੇਖਣ ਵਾਲਾ ਤੇ ਸੋਚਣ ਵਾਲੇ ਦਾ ਆਪਣਾ ਆਪ ਬੇਸ਼ੱਕ ਕਿੰਨਾ ਵੀ ਗਰਕਿਆ ਕਿਉਂ ਨਾ ਹੋਵੇ। ਕਾਂਤੀ, ਬੇਸ਼ੱਕ ਤੂੰ ਮੇਰੇ ਤੇ ਕੋਈ ਦੋਸ਼ ਥੱਪ, ਪਰ ਮੈਂ ਤੈਨੂੰ ਕਹਿਣੋਂ ਨਹੀਂ ਰੁਕਾਂਗੀ। ਤੂੰ ਆਪਦੇ ਪਤੀ ਬਾਰੇ ਗਲਤਫਹਿਮੀਆਂ 'ਚ ਸ਼ਿਕਾਰ ਹੋਈ ਨੇ ਮੈਨੂੰ ਖੱਤ ਲਿਖਿਆ, ਪਰ ਮੈਨੂੰ ਉਹਨਾਂ ਨਾਲ ਪਹਿਲੀ ਮੁਲਾਕਾਤ 'ਚ ਕੁਝ ਅਜਿਹਾ ਦਿਸਿਆ ਜੋ ਦੂਜੇ ਨੂੰ ਆਪਣਾ ਬਣਾ ਲੈਣ ਵਾਲਾ ਗੁਣ ਹੈ। ਉਸ ਕੋਲ ਪਿਆਰ, ਮੋਹ, ਮੁਹੱਬਤ, ਸਨੇਹ ਤੇ ਮਮਤਾ ਦਾ ਅਜਿਹਾ ਨਿਰਸਵਾਰਥ ਸੁਮ ਹੈ ਜਿਸ 'ਚੋਂ ਹਜ਼ਾਰਾਂ ਹੀ ਗੇੜਾ ਖਾ ਕੇ ਕਵਲ ਬਣ ਨਿਕਲ ਸਕਦੇ ਹੈ। ਕਾਂਤੀ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਤੂੰ ਇਸ ਮਹਾਨ ਮਮਤਾ ਕੁੰਭ ਨੂੰ ਪਛਾਣ ਤੇ ਗੋਤੇ ਲਾਲਾ ਦੇਹੀ ਕੁੰਦਨ ਕਰ ਲੈ। ਮੈਂ ਨਿਮਾਣੀ ਨੂੰ ਤਾਂ ਅਜਿਹੇ ਚੰਦਰਮਾ ਦੀ ਇੱਕ ਰਿਸ਼ਮੀ 100 ਸੁਰਗਾਂ ਬਰਾਬਰ ਹੈ। ਮੈਂ ਖੁਦ ਗਰਜਨ ਨਹੀਂ ਬਲਕਿ ਭਿਖਾਰਨ ਬਣ ਕੇ ਭੀਖ ਮੰਗਦੀ ਹਾਂ ਕਿ ਤੂੰ ਮੈਨੂੰ ਉਹੀ ਪਹਿਲਾਂ ਭੈਣ ਤੇ ਸਹੇਲੀ ਦਾ ਸਨੇਹ ਮੋੜਦੀ ਰਹੀ। ਵੀਰ ਮਹਿੰਦਰ ਨੂੰ ਕਹੀਂ ਕਿ ਮੈਨੂੰ ਮਿੱਠੀ ਪਿਆਰੀ ਮਹਿਕ ਦੇ ਕੇ ਸੇਧ ਬਖਸ਼ਦਾ ਰਹੇ। ਕਾਂਤੀ, ਅੱਜ ਮੇਰਾ ਦਿਲ ਬਹੁਤ ਉਪਰਾਮ ਹੋਇਆ ਹੈ। ਅੱਜ ਮੈਂ ਆਪਣਿਆਂ 'ਚ ਬੇਗਾਨੀ, ਸਕਿਆਂ 'ਚ ਉਪਰੀ, ਮਾਂ ਜਾਇਆਂ 'ਚ ਦੁਸ਼ਮਣ ਬਣੀ ਬੈਠੀ ਹਾਂ। ਇਸ ਵੇਲੇ ਮੇਰੇ ਦੁੱਖਾਂ ਦਾ ਮਣਾ ਮੂੰਹ ਬੋਝ ਉਠਾਉਣ ਵਾਲਾ ਕੋਈ ਵੀ ਨੇੜੇ ਤੇੜੇ ਨਹੀਂ। ਮੈਂ ਜਿਹਨੂੰ ਵੀ ਸੱਚੇ ਦਿਲੋਂ ਚਾਹਿਆ ਉਹ ਹਮੇਸ਼ਾ ਹੀ ਦੂਰ ਖਲੋਤਾ ਮੈਨੂੰ ਧੁਖਦੀ ਤੜਫਦੀ ਨੂੰ ਦੇਖਦਾ ਰਿਹਾ। ਦੂਸਰਾ ਅਣਜਾਣੇ 'ਚ ਤਾਂ ਕਿਸੇ ਮਰੇ ਦੀ ਖਬਰ ਨਾ ਮਿਲਣ ਤੇ ਸਕੇ ਵੀ ਖੁਸ਼ੀਆਂ ਮਨਾਉਂਦੇ ਰਹਿੰਦੇ ਆ। ਸੋ ਉਸ ਵਿਚਾਰੇ ਨੂੰ ਵੀ ਕੀ ਦੋਸ਼ ਜਦੋਂ ਉਹਨੂੰ ਖਬਰ ਹੀ ਕੋਈ ਨਹੀਂ। ਕਾਸ਼ ਤੇਰਾ ਕਿਹਾ ਸੱਚ ਹੋ ਜਾਂਦਾ ਕਾਂਤੀ। ਕਾਸ਼ ਤੂੰ ਹੀ ਪ੍ਰੀਤੇ ਦੀ ਮੰਗਣੀ ਤੋਂ ਪਹਿਲਾਂ ਮੂੰਹ ਗੱਲ ਮਾਸੀ ਦੇ ਚਾਚੀ ਕੰਨੇ ਪਾ ਦਿੰਦੀ। ਤੇਰਾ ਮੈਨੂੰ ਭਾਬੀ ਕਹਿ ਬੁਲਾਉਣਾ ਕਿੰਨਾ ਮਿੱਠਾ ਲੱਗਿਆ ਸੀ। ਮੈਂ ਕਿੰਨਾ ਸਵਾਦ ਨਾਲ ਭਰ ਗਈ ਸੀ। ਖੁਸ਼ੀ 'ਚ ਮੈਂ ਕਿੰਨੀ ਖੀਵੀ ਹੋ ਗਈ ਸੀ। ਖਬਰੇ ਉਸ ਖੁਸ਼ੀ ਨੂੰ ਚੰਦਰੀ ਮੇਰੀ ਨਜ਼ਰ ਲੱਗ ਗਈ। ਸਭ ਕੁਝ ਲੁੱਟਿਆ ਪੁੱਟਿਆ ਗਿਆ ਹੈ, ਕੁਛ ਵੀ ਬਾਕੀ ਬਚਣ ਵਾਲਾ ਨਹੀਂ ਹੈ। ਅੱਜ ਦੇ ਜ਼ਮਾਨੇ 'ਚ ਬਦ ਤੋਂ ਬਦਨਾਮ ਬੁਰਾ, ਸ਼ਰਾਫਤ ਦੇ ਪਰਦੇ 'ਚ ਦਿਨ ਦੇ ਡਾਕੂ ਲੁਕੇ ਰਹਿੰਦੇ ਆ, ਪਰ ਰਾਤ ਦੇ ਪਹਿਰੇ 'ਚ ਰੱਬ ਤੇ ਭਗਤ ਦੀ ਸਮਾਧੀ ਨੂੰ ਵੀ ਮੌਕਾ ਤਾੜਦਾ ਕਹਿ ਲੋਕੀ ਪੱਥਰ ਮਾਰ ਜਾਂਦੇ ਆ। ਜੋ ਹੋਇਆ, ਜੋ ਬੀਤਿਆ, ਤੈਨੂੰ ਆਈ ਨੂੰ ਦੱਸਾਂਗੀ ਮੈਂ। ਚਿੱਠੀ ਦੇ ਕਾਗਜ਼ ਮੇਰੇ ਦੁੱਖਾਂ ਦਰਦਾਂ ਦਾ ਭਾਰ ਨਹੀਂ ਉਠਾ ਸਕਦੇ। ਕੋਈ ਹਿੰਮਤ ਕਰਕੇ ਮੇਰੀ ਦਾਸਤਾਂ ਸੁਣ ਸਕਦਾ ਹੈ। ਬਸ ਆਖਰੀ ਬੇਨਤੀ, ਜੇ ਕਿਤੇ ਟਾਈਮ ਕੱਢ ਕੇ ਇੱਕ ਵਾਰ ਮਿਲ ਜਾਏ ਤਾਂ ਬਸ ਇੱਕ ਵਾਰ ਜ਼ਰੂਰ ਤੈਨੂੰ ਮਿਲਣ ਲਈ ਤੜਪਦੀ ਤੇਰੀ ਦੁਖੀਆ ਜੀਤੀ। ਕਾਂਡ 24। ਜੀਤੀ ਨੂੰ ਇੱਕ ਤੜਪਣੀ ਲੱਗੀ ਸੀ। ਉਹਦਾ ਗਲਾ ਸੁੱਕ ਕੇ ਜਿਵੇਂ ਸਾਹ ਰੁਕ ਜਾਂਦਾ। ਉਹ ਬਾਰ-ਬਾਰ ਪਾਣੀ ਦੀ ਘੁੱਟ ਨਾਲ ਤਾਲੂਆ ਗਿੱਲਾ ਕਰਦੀ। ਅਧਮੋਈ ਜੀ ਹਾਲਤ 'ਚੋਂ ਕੱਪੜੇ ਬਦਲਣ ਨੂੰ ਅੰਦਰ ਵੜੀ। ਉਹਨੇ ਸਾਰੇ ਕੱਪੜੇ ਬਿਸਤਰੇ ਉਲਟ-ਪੁਲਟ ਕੀਤੇ। ਅੱਜ ਉਹ ਆਪਦੀ ਮਾਂ ਦੇ ਸੰਦੂਕ ਅੱਗੇ ਖੜ ਕੇ ਪਰਲ ਹੰਝੂ ਸਿੱਟੀ ਮੂੰਹ ਤੇ ਹੱਥ ਰੱਖ ਕੇ ਬਿਨਾਂ ਆਵਾਜ਼ ਕੱਢਿਆਂ ਭੁੱਬੀ ਰੋਈ ਜਾਂਦੀ ਸੀ। ਕਿਵੇਂ ਵੀ ਮਨ ਥੰਮਦਾ ਨਾ ਦੇਖ ਉਸ ਪਹਿਲਾਂ ਬਠਿੰਡੇ ਜਾਣ ਦੀ ਸੋਚੀ, ਫਿਰ ਹੋਰ ਮੁਸੀਬਤ ਦਾ ਪਹਾੜ ਗਿਰਨ ਤੋਂ ਡਰਦੀ ਨੇ ਇਰਾਦਾ ਬਦਲਤਾ।
ਉਹਦੇ ਦਿਲ ਦਾ ਦੁੱਖ ਸੁਣਨ ਵਾਲੀ ਨਾ ਚਰਨੋਂ ਇੱਥੇ ਸੀ ਤੇ ਨਾ ਹੀ ਸੱਤੋ। ਤਾਈ ਧਨਕਰ ਨੂੰ ਉਹ ਕੀ ਦੱਸੇ ਤੇ ਕੀ ਛੁਪਾਵੇ। ਜਕੋ ਤੱਕੋ ਦੀ ਹਾਲਤ ਵਿੱਚ ਉਸ ਕਿਤਾਬਾਂ ਚੁੱਕੀਆਂ ਬਰਨਾਲੇ ਚਲੀ ਗਈ। ਉਹਨੂੰ ਕੋਈ ਸੁੱਧ ਬੁੱਧ ਨਹੀਂ ਸੀ ਤੇ ਸੰਦੂਕ ਖੁੱਲਾ, ਕੱਪੜੇ ਖਿਲਰੇ, ਗਲ ਤੇੜ ਵੀ ਉਹੀ, ਕੱਪੜੇ ਬਿਨਾਂ ਬਦਲੇ ਹੀ ਰਾਹ ਪੈ ਗਈ। ਬਿੱਲੂ ਦੇ ਆਏ ਦਾ ਪਤਾ ਕਰਨ ਦੇ ਬਹਾਨੇ ਚਰਨਾ ਦੁਪਹਿਰੇ ਗੇੜਾ ਮਾਰਨ ਆਇਆ ਤੇ ਜੀਤੀ ਦੀ ਕੰਸੋਲ ਲੈ ਕੇ ਦੋਹਾਂ ਛਿੰਦਰੋ ਤੇ ਚਰਨੇ ਨੂੰ ਨੇ ਗੋਂਦ ਗੁੰਦ ਲਈ। ਛਿੰਦਰੋ ਅੰਦਰ ਵੜੀ, ਉਹਨੇ ਸਭ ਕੁਝ ਖਿਲਰਿਆ ਵੇਖਿਆ। ਆਪਦੀ ਪੇਟੀ ਖੋਲ ਕੇ ਉਹਨੇ ਕੁਝ ਕੱਪੜੇ ਇੱਧਰ ਉੱਧਰ ਵਗਾ ਮਾਰੇ, ਗਹਿਣਿਆਂ ਦੀ ਪੋਟਲੀ ਬੰਨ ਚਰਨੇ ਦੇ ਹੱਥ ਦੇ ਦਿੱਤੀ। ਪੋਟਲੀ ਗਾਇਬ ਕਰਕੇ ਚਰਨਾ ਕਿਸ਼ਨ ਸਿੰਘ ਨੂੰ ਲੈਣ ਬਠਿੰਡੇ ਚਲਾ ਗਿਆ। 2 ਘੰਟਿਆਂ 'ਚ ਉਹ ਸ਼ਰਾਬ ਨਾਲ ਅੰਨੇ ਹੋਏ ਕਿਸ਼ਨ ਸਿੰਘ ਨੂੰ ਲੈ ਕੇ ਘਰ ਪੁੱਜ ਗਿਆ। ਨਵੇਂ ਲਾਇਸੈਂਸ ਦੀ ਦੁਨਾਲੀ ਕਿਸ਼ਨੇ ਨੇ ਕਿੱਲੇ ਨਾਲ ਢੰਗਦੀ। ਚਰਨੇ ਵੋਟੀ ਨੂੰ ਇੰਨੀ ਤੱਦੀ ਦਾ ਕੀ ਕੰਮ ਆਣ ਪਿਆ? ਰਾਜ ਕਿਸ਼ਨੇ ਨੇ ਪੁੱਛਿਆ। ਮੈਂ ਤਾਂ ਚਾਚਾ ਸੁਬੈਕੀ ਗਿਆ ਸੀ ਬਿੱਲੂ ਦਾ ਪਤਾ ਲੈਣ। ਅੱਗੇ ਗਿਆ ਤਾਂ ਭਾਬੀ ਰੋਈ ਜਾਂਦੀ ਸੀ, ਅੰਦਰ ਲੀੜੇ ਕੱਪੜੇ ਖਿਲ ਰਹੇ ਪਏ ਸੀ। ਕੀ ਕਿਹਾ? ਰਾਤ ਚੋਰੀ ਹੋ ਗਈ। ਜੋ ਲੀੜੇ ਕੱਪੜੇ ਖਿਲ ਰਹੇ ਸੀ, ਚੋਰੀ ਦਾ ਤਾਂ ਨਾਂ ਨਹੀਂ ਲਿਆ ਭਾਬੀ ਨੇ, ਬਸ ਰੋਈ ਜਾਂਦੀ ਸੀ। ਆਖੇ ਮੇਰਾ ਘਰ ਖਾਲੀ ਕਰਤਾ, ਮੈਂ ਲੁੱਟੀ ਗਈ, ਬਸ ਇਹੋ ਹੀ ਕਹੀਗੀ। ਜੀਤੀ ਕਿੱਥੇ ਸੀ? ਘਰੇ ਨਹੀਂ ਸੀ। ਚਾਚਾ ਆਖੇਗਾ ਕੀ ਆਂਦਾ? ਕੁੜੀ ਜੀਤੀ ਤਾਂ ਕਦੇ 2 ਦਿਨ 3 ਦਿਨ ਬਰਨਾਲੇ ਰਹਿੰਦੀ ਆ, ਕਦੇ ਬਠਿੰਡੇ। ਇੱਕ ਦਿਨ ਮੈਂ ਖੁਦ ਵੇਖੀ ਬਠਿੰਡਿਓਂ ਚੜ੍ਹਦੀ। ਮੈਂ ਪੁੱਛਿਆ ਤਾਂ ਮੈਨੂੰ ਵੀ ਬੁਰਾ ਭਲਾ ਬੋਲੀ। ਚਰਨੇ ਨੇ ਮੌਕਾ ਵੇਖ ਬਰੂਦ ਨੂੰ ਤੀਲੀ ਵਿਖਾਤੀ। ਕੋਈ ਨਹੀਂ, ਲੈਣਾ ਮੈਂ ਜਾ ਕੇ ਖਬਰ। ਇੱਕ ਤੀੜ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਰਹਿ ਗਿਆ। ਕਿਸ਼ਨੇ ਦੇ ਘਰ ਪੁੱਜਣ ਤੋਂ ਪਹਿਲਾਂ ਬਿੱਲੂ ਵੀ ਆਇਆ ਬੈਠਾ ਸੀ, ਜਿਹਨੂੰ ਵੇਖਣ ਤੋਂ ਪਤਾ ਲੱਗਦਾ ਸੀ ਕਿ ਛਿੰਦਰੋਂ ਨੇ ਖੂਬ ਹਵਾ ਭਰਤੀ। ਜੀਤੀ ਅੰਦਰ ਬੈਠੀ ਬਿੱਲੂ ਦੀਆਂ ਤੱਤੀਆਂ ਠੰਡੀਆਂ ਸੁਣ ਕੇ ਰੋ ਰੋ ਕੇ ਅੰਨੀ ਹੋਈ ਜਾਂਦੀ ਸੀ। ਆਹ ਚੰਗਾ ਕੀਤਾ ਚਰਨਿਆ, ਬੁਲਾ ਲਿਆ ਆ ਬੁੜੇ ਨੂੰ। ਕਿਸ਼ਨ ਸਿੰਘ ਦੇ ਸਾਹਮਣੇ ਬਿੱਲੂ ਨੇ ਲਿਆਕਤ ਦਾ ਨਮੂਨਾ ਦਿੱਤਾ। ਮੈਂ ਲੁੱਟੀ ਗਈ ਬਾਪੂ, ਇਸ ਘਰ 'ਚ ਮੇਰਾ ਕੋਈ ਨਹੀਂ। ਛਿੰਦਰੋਂ ਫਫੇ ਕੁੱਟਣੀ ਸਾਰਿਆਂ ਤੋਂ ਪਹਿਲਾਂ ਚੀਕਾ ਮਾਰਦੀ ਕਿਸ਼ਨ ਸਿੰਘ ਨੂੰ ਜਾ ਚੰਬੜੀ। ਸਬਰ ਕਰ ਪੁੱਤ, ਗੱਲ ਕੀ ਹੋਈ ਮੈਨੂੰ ਦੱਸਦਾ ਸੀ। ਕਿਸ਼ਨ ਸਿੰਘ ਨੇ ਛਿੰਦਰੋਂ ਨੂੰ ਥੋੜਾ ਪਾਸੇ ਕਰਦਿਆਂ ਕਿਹਾ। ਆਪਦੀ ਲਾਡਲੀ ਧੀ ਨੂੰ ਪੁੱਛੋ ਮੇਰੀਆਂ ਟੂਮਾਂ ਕਿਹੜੇ ਤਗੜੇ ਨੂੰ ਦੇ ਕੇ ਆਈ ਹੈ। ਆਖੇ ਮੈਂ ਪੜਨ ਜਾਨੀ ਆ, ਮਾਸਟਰ ਦੇ ਘਰੇ ਰਾਤਾਂ ਰਹਿ ਆਉਂਦੀ ਹੈ ਬਾਪੂ। ਅਸੀਂ ਤਾਂ ਕਿਸੇ ਥਾਂ ਜੋਗੇ ਨਹੀਂ ਛੱਡੇ ਨੇ। ਇਹ ਡਰਾਮਾ ਵੇਖ ਜੀਤੀ ਦੀਆਂ ਤਾਂ ਖਾਨੇ ਹੋਈ ਗਈਆਂ। ਉਹ ਤਾਂ ਦਿਲ ਦੀ ਧੀਰ ਬਣ ਰਹੀ ਸੀ ਪਿਓ ਕੋਲ ਵਾਰਾਂ ਲਾਉਣ ਨੂੰ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਉਹ ਖਾਈ 'ਚੋਂ ਨਿਕਲਣ ਦੀ ਗੱਲ ਸੋਚਦੀ ਹੈ ਤੇ ਉਹਦੇ ਲਈ ਤਾਂ ਖੂਹ ਖਾਤਾ ਤਿਆਰ ਹੋਇਆ ਪਿਆ। ਮੈਂ ਮਰ ਗਿਆ ਚੰਗਾ ਇਦੋਂ ਗੰਦੀ ਔਲਾਦ ਨਾਲੋਂ, ਕਹਿ ਕਿਸ਼ਨ ਸਿੰਘ ਦੁਨਾਲੀ ਚੱਕਣ ਨੂੰ ਲਰਿਆ। ਚਰਨੇ ਨੇ ਜੱਫਾ ਪਾ ਲਿਆ। ਖਿੱਚੀਂਦਾ ਧੂਈਂਦਾ ਕਿਸ਼ਨੇ ਨੇ ਛੁੱਟ ਕੇ ਸੋਟੀ ਚੁੱਕੀ ਜੀਤੀ ਤੇ ਵਰਾਉਣੀ ਸ਼ੁਰੂ ਕਰਤੀ। ਇਹ ਸਾਰੇ ਝੂਠ ਹੈ ਬਾਪੂ ਮੈਂ ਬੇਕਸੂਰ। 2 4 5 7 ਪਤਾ ਨਹੀਂ ਕਿੰਨੀਆਂ ਹੋਰ ਜੀਤੀ ਦੇ ਵੱਜਦੀਆਂ ਜੇ ਰੌਲਾ ਸੁਣ ਕੇ ਧਨਕੁਰ ਆ ਕੇ ਉਹਦੇ ਉੱਤੇ ਨਾ ਡਿੱਗਦੀ। ਹਾਏ ਵੇ ਤੇਰਾ ਕੱਖ ਨਾ ਰਹੇ ਹੈ ਸਿਆਰੇ ਦਾ, ਗਊ ਮਾਰਤੀ ਵੇ ਦੁਸ਼ਟਿਆ। ਵੇ ਕਿਸ਼ਨਿਆ ਕਿਉਂ ਘਰ ਲੱਗਾ ਉਜਾੜਨ? ਵੇ ਬਘਿਆੜਾਂ ਦੇ ਪਿੱਛੇ ਲੱਗ ਕੇ। ਵੇ ਦੇਵੀ ਵਰਗੀ ਧੀ ਤੇਰੀ ਹਰੇਕ ਘਰੇ ਨਹੀਂ ਜੰਮਣੀ। ਧਨਕੁਰ ਨਾਲੇ ਰੋਈ ਜਾਂਦੀ ਨਾਲੇ ਕਿਸ਼ਨੇ ਨੂੰ ਕੋਸੀ ਜਾਂਦੀ। ਹਟ ਜਾ ਬੁੜੀਏ। ਮੈਂ ਇਹਨੂੰ ਦੂਜਾ ਪੁੱਤ ਸਮਝ ਕੇ ਵਾਗਾਂ ਢਿੱਲੀਆਂ ਛੱਡੀਆਂ, ਪਰ ਇਹਨੇ ਉੱਠ ਕੇ ਮੇਰੇ ਸਿਰ ਖੇ ਪਾਈ। ਮੈਂ ਤਾਂ ਗਰਾਈਆਂ ਮੂੰਹ ਪਾ ਇਹ ਪਾਲੇ ਹੋਏ ਵੇ, ਤੇਰੇ ਕੀ ਲੱਗਦੇ ਆ? ਲੈ ਡੁੱਬੜਿਆ, ਪਹਿਲਾਂ ਮੈਨੂੰ ਮਾਰ ਫੇਰ ਅੱਗੇ ਲੰਘੀ। ਲੈ ਹੋਗਾ ਕਹਿੰਦੇ ਆ ਧਨਕੁਰ ਕੁਹਾੜੀ ਚੁੱਕ ਕੇ ਬੇਹੋਸ਼ ਪਈ ਜੀਤੀ ਅੱਗੇ ਖੜ ਗਈ। ਚੱਕੋ ਇਹਨੂੰ ਕਲੈਣੀ ਕਲ ਜੋਗਣ ਨੂੰ, ਸਿੱਟੋ ਅੰਦਰ। ਖਬਰਦਾਰ ਜੇ ਕਿਸੇ ਨੇ ਰੋਟੀ ਪਾਣੀ ਦਿੱਤਾ ਇਹਨੂੰ। ਤੂੰ ਹਟ ਪਰਾਂ ਬੁੜੀਏ, ਕਿਤੇ ਤੂੰ ਹੀ ਮਰਦੀ ਹੋਵੇਂ ਮੇਰੇ ਹੱਥੋਂ। ਕਿਸ਼ਨੇ ਨੇ ਧਨਕੁਰ ਨੂੰ ਬਾਹੋਂ ਫੜ ਕੇ ਪਰਾਂ ਵਗਾ ਮਾਰਿਆ। ਧਨਕੁਰ ਦੇ ਉੱਠਣ ਤੋਂ ਪਹਿਲਾਂ ਜੀਤੀ ਨੂੰ ਅੰਦਰ ਸੁੱਟ ਕੇ ਬਾਹਰੋਂ ਤਾਲਾ ਲਾ ਕੇ ਚਾਬੀ ਛਿੰਦਰੋ ਹੱਥ ਦੇ ਕਿਸ਼ਨਾ ਬਾਹਰ ਨਿਕਲ ਗਿਆ। ਬਖਸ਼ੀ ਵੇ ਵਾਹਿਗੁਰੂ ਬਖਸ਼ੀ, ਕਿੱਥੋਂ ਕਲਯੁਗ ਆ ਗਿਆ। ਆਏ ਤਾਂ ਮਾਪੇ ਕਸਾਈ ਬਣਦੇ ਨਹੀਂ ਸੀ ਵੇਖੇ। ਧਨਕੁਰ ਰੋਂਦੀ ਅੱਖਾਂ ਪੂੰਝਦੀ ਹੱਥ ਜੋੜ ਕੇ ਅਸਮਾਨ ਵੱਲ ਨੂੰ ਝਾਕੇ। ਲਿਆ ਨੀ ਡੁੱਬੜੀਏ ਦੇ ਕੁੰਜੀ, ਮੂੰਹ ਪਾਣੀ ਪਾਵਾਂ ਨਖਸਮੀਏ। ਧਨਕੁਰ ਨੇ ਛਿੰਦਰੋ ਨੂੰ ਅੱਗੇ ਹੱਥ ਕੀਤਾ। ਬਾਪੂ ਤੋਂ ਹੀ ਲੈ ਲਾ, ਤੈਨੂੰ ਬਹੁਤਾ ਹੇਜ ਮਾਰਿਆ ਤਾਂ। ਛਿੰਦਰੋ ਦੀਆਂ ਚੜ੍ਹ ਮੱਚੀਆਂ। ਨੀ ਤੂੰ ਫੜਾਉਣੀ ਆ ਕੁੰਜੀ ਉਰੇ ਕਿ ਨਹੀਂ? ਚਰਨਾ ਤੇ ਬਿੱਲੂ ਵੀ ਕਿਸ਼ਨੇ ਦੇ ਮਗਰ ਹੀ ਬਾਹਰ ਨਿਕਲੇ ਵੇਖ ਧਨਕੁਰ ਨੇ ਝਪਟ ਮਾਰ ਕੁੰਜੀ ਛਿੰਦਰੋ ਤੋਂ ਖੋਲੀ। ਧਨਕੁਰ ਨੇ ਜੀਤੀ ਦੇ ਮੂੰਹ ਪਾਣੀ ਪਾ ਮੂੰਹ ਤੇ ਛਿੱਟੇ ਮਾਰ ਕੇ ਹੋਸ਼ 'ਚ ਲਿਆਂਦਾ। ਜੀਤੀ ਨੇ ਅੱਖਾਂ ਪੱਟ ਕੇ ਵੇਖਿਆ। ਧਨਕੁਰ ਨੇ ਰੋਂਦੀ ਜੀਤੀ ਦਾ ਸਿਰ ਆਪਣੇ ਗੋਡੇ ਤੇ ਰੱਖ ਸਿਰ ਦੇ ਵਾਲ ਮੂੰਹ ਤੋਂ ਹਟਾਏ ਤਾਂ ਉਹਦੇ ਹੱਥ ਨੂੰ ਲਹੂ ਲੱਗਾ। ਤਾਈ ਤੇਰੇ ਸੱਟ ਤਾਂ ਨਹੀਂ? ਕਹਿੰਦੇ ਆ ਜੀਤੀ ਦਾ ਫੇਰ ਰੋਣ ਨਿਕਲ ਗਿਆ। ਧਨਕੁਰ ਨੇ ਸਿਰ ਦਾ ਲੀੜਾ ਪਾੜ ਕੇ ਗਿੱਲਾ ਕਰ ਜ਼ਖਮ ਪੂੰਝਿਆ। ਉਸੇ ਨਾਲੋਂ ਟਾਕੀ ਪਾੜ ਕੇ ਸਿਰ ਦਾ ਜ਼ਖਮ ਬੰਨ ਆਪ ਦੁੱਧ ਲੈਣ ਚਲੀ ਗਈ। ਕੱਢਦਾ ਦੁੱਧ ਘਿਓ ਪਾ ਕੇ ਜੀਤੀ ਨੂੰ ਮੱਲੋ ਮੱਲੀ ਪਿਆਇਆ। ਉਹਦੇ ਗਲੋਂ ਤਾਂ ਇੱਕ ਤੁਪਕਾ ਵੀ ਹੇਠਾਂ ਨਹੀਂ ਸੀ ਉਤਰਦਾ।
ਆਪਦੇ ਘਰੇ ਲੈ ਜਾ ਇਹਨੂੰ ਵੱਡੀਏ ਹੇਜਣੇ। ਛਿੰਦਰੋਂ ਨੇ ਧਨਕੁਰ ਤੇ ਆਵਾਜ਼ ਕਸੀ। ਚੱਲ ਉੱਠ ਮੇਰੀ ਧੀ, ਇਹਨਾਂ ਰਾਖਸ਼ਾਂ ਦੀ ਛਾਵੇਂ ਵੀ ਨਾ ਬੈਠ। ਧਨਕੁਰ ਜੀਤੀ ਨੂੰ ਉਠਾਉਣ ਲੱਗੀ। ਪਹਿਲਾਂ ਮੇਰਾ ਟੂਮ ਛੱਲਾ ਕਿੱਥੇ ਦੇ ਕੇ ਆਈ ਐ? ਬੁੜੀਏ ਪੁੱਛ ਲਾਏ ਤੂੰ। ਲਿਆ ਕੇ ਦੇਵੇ, ਫਿਰ ਜਿੱਥੇ ਮਰਜ਼ੀ ਲੈ ਜੀ ਇਹਨੂੰ, ਪਾਰਸ ਦੀ ਵੱਟੀ ਨੂੰ। ਛਿੰਦਰੋਂ ਨੇ ਧਨਕੁਰ ਨੂੰ ਖਿੱਚ ਕੇ ਬਾਹਰ ਕੱਢ ਬੂਹੇ ਨੂੰ ਜਿੰਦਰਾ ਮਾਰਤਾ। ਕਿਸ਼ਨਾ ਘਰੋਂ ਨਿਕਲਿਆ, ਮੁੜ ਵਾਪਸ ਨਹੀਂ ਆਇਆ। ਬਿੱਲੂ ਤੇ ਚਰਨਾ ਵੱਡੀ ਰਾਤ ਗਏ, ਸ਼ਰਾਬ ਨਾਲ ਗੁੱਟ ਹੋਏ ਘਰ ਮੁੜੇ। ਕਿਉਂ ਹੁਣ ਸੌਖੀ ਐ ਮੇਰੇ ਨਾਲ ਪੰਗਾ ਲੈ ਕੇ? ਬੋਲ, ਅਜੇ ਵੀ ਜੇ ਸਿੱਧੀ ਹੁੰਨੀ ਐ ਤਾਂ ਖੁਲਾ ਦਿਆਂ ਜੰਦਰੇ। ਬਿੱਲੂ ਨੂੰ ਜਰਾ ਬਾਹਰ ਗਿਆ ਵੇਖ ਚਰਨੇ ਨੇ ਜੀਤੀ ਨੂੰ ਬਾਰੀ ਚੋਂ ਪੁੱਛਿਆ। ਕੁੱਤਿਓ, ਰੱਬ ਦਾ ਖੌਫ ਖਾਓ, ਹਰਾਮੀਓ। ਮੈਂ ਮਰਨੀ ਮਰ ਜੂ, ਪਰ ਤੁਹਾਡੇ ਦੁਸ਼ਟਾਂ ਦੇ ਪਰਛਾਵੇਂ ਨਹੀਂ ਲੰਘਣਾ। ਚੰਗਾ ਕਰ ਮੌਜ, ਜਰਾ ਹੋ ਜਾਣ ਦੇ ਇਹਨੂੰ ਢਿੱਲੀ। ਛਿੰਦਰ ਭਾਬੀ, 2 ਦਿਨ ਲੰਘ ਗਏ, ਨਾ ਪਾਣੀ ਨਾ ਰੋਟੀ, ਨਾ ਜੀਤੀ ਨੂੰ ਕਿਸੇ ਨੇ ਬਾਹਰ ਕੱਢਿਆ। ਟੱਟੀ ਪਿਸ਼ਾਬ ਵੀ ਜੀਤੀ ਅੰਦਰ ਹੀ ਕਰਦੀ। ਮਾਲਾ ਤੇ ਧਨਕੁਰ ਕਈ ਵਾਰ ਆਉਂਦੇ, ਛਿੰਦਰੋਂ ਤੇ ਬਿੱਲੂ ਦੀਆਂ ਮਿੰਨਤਾਂ ਕਰਦੇ, ਪਰ ਠੰਡੀਆਂ ਤੱਤੀਆਂ ਸੁਣ ਕੇ ਚਲੇ ਜਾਂਦੇ। ਕਾਂਡ 25। ਅੱਜ ਤੀਸਰਾ ਦਿਨ ਸੀ, ਸਵੇਰ ਦਾ ਵੇਲਾ। ਛਿੰਦਰੋਂ ਸਵਖਤੇ ਹੀ ਉੱਠ ਕੇ ਟੱਟੀ ਗਈ ਹੋਈ ਸੀ। ਮਾਲਾ ਤੇ ਧਨਕੁਰ ਮਲਕੜੇ ਜਿਹੇ ਆਏ। ਮਾਲੇ ਨੇ ਸੱਬਲ ਪਾ ਕੇ ਤਖਤਿਆਂ ਦਾ ਕੁੰਡਾ ਪੱਟ ਕੇ ਅਧਮੋਇਆਂ ਬਰਾਬਰ ਜੀਤੀ ਨੂੰ ਬਾਹਰ ਕੱਢ ਲਿਆ। ਧਾਈ ਰੋਂਦੀ ਜੀਤੀ ਦੋਹਾਂ ਦੇ ਗਲੋਂ ਨਾ ਲੱਥੇ। ਸਬਰ ਕਰ ਮੇਰੀ ਭੈਣ, ਹੁਣ ਮੈਂ ਵੇਖੂ ਜਿਵੇਂ ਮੇਰੇ ਨਾਲ ਨਿਬੜੂ। ਮਾਲਾ ਖੈਰ ਖੁਆ ਤੇ ਵਿਚਾਰਾ ਬਣਿਆ। ਪਹਿਲਾਂ ਤਾਂ 2-3 ਦਿਨ ਤਮਾਸ਼ਾ ਵੇਖਦਾ ਰਿਹਾ, ਪਰ ਅੱਜ ਉਹਦੀ ਗੈਰਤ ਨੇ ਉਹਨੂੰ ਵੰਗਾਰਿਆ। ਦੋਵੇਂ ਮਾਂ ਪੁੱਤ ਸਾਰੀ ਰਾਤ ਨਹੀਂ ਸੀ ਸੁੱਤੇ। ਸੋਚਾਂ ਸੋਚਦੇ ਰਹੇ ਕਿ ਕੀ ਕਰੀਏ। ਛਿੰਦਰੂ ਨੇ ਬਾਹਰੋਂ ਆ ਕੇ ਸਾਰਾ ਕੁਝ ਵੇਖ ਉੱਠ ਤਾਂ ਮੂੰਹ ਟੱਡੀ ਪਿਆ। ਬੁੜੀ ਤੇ ਉਹਦਾ ਠੇਠਰ ਪੁੱਤ ਲੈ ਚੱਲੇ, ਕੱਢ ਕੇ ਤੇਰੀ ਲੱਗਦੀ ਨੂੰ। ਬਿੱਲੂ ਨੂੰ ਜਗਾਇਆ। ਹੈ ਕੀ? ਕੌਣ? ਮਾਲਾ। ਰਾਤ ਦੇ ਨਸ਼ੇ ਦਾ ਭੰਨਿਆ ਬਿੱਲੂ ਚਾਦਰਾ ਵੱਲੇ ਵੇੜਦਾ ਬਾਹਰ ਆਇਆ। ਤੂੰ ਕੀ ਲੱਗਦਾ ਓਏ ਸਾਡੇ ਘਰ ਦੀ ਗੱਲ 'ਚ ਲੱਤ ਅੜਾਉਣ ਦਾ? ਬਿੱਲੂ ਬੋਲਿਆ। ਜੇ ਭਲੀ ਚਾਹੁੰਦਾ ਤਾਂ ਜਾ ਕੇ ਪੈ ਜਾ, ਨਹੀਂ ਤਾਂ ਮੈਂ ਦੱਸ ਦੂੰ ਤੈਨੂੰ ਮੈਂ ਕੌਣ ਆ, ਕੁੱਤਾ ਕਿਸੇ ਥਾਂ ਦਾ। ਮਾਲੇ ਨੇ ਕੜਕਵਾਂ ਜਵਾਬ ਦਿੱਤਾ। ਜਵਾਨ ਸੰਭਾਲ ਕੇ ਗੱਲ ਕਰ ਓਏ ਮਾਲਿਆ, ਕਿਤੇ ਹੋਰ ਤੂੰ ਜਾਨਾ ਅੰਦਰ ਕੇ? ਮਾਲੇ ਨੇ ਧੱਕਾ ਦੇ ਕੇ ਬਿੱਲੂ ਨੂੰ ਅੰਦਰ ਸਿੱਟਤਾ ਤੇ ਆਪ ਜੀਤੀ ਨੂੰ ਗਲ ਲਾ ਕੇ ਆਪਦੇ ਘਰ ਲੈ ਗਿਆ। ਧਨਕੁਰ ਨਾਲੇ ਰੋਂਦੀ ਫਿਰਦੀ, ਨਾਲੇ ਜੀਤੀ ਨੂੰ ਦੁੱਧ ਚਾਹ ਪਾਣੀ ਤੱਤਾ ਠੰਡਾ ਦੇਈ ਜਾਂਦੀ। ਬੇਬੇ ਤੂੰ ਕੁੜੀ ਨੂੰ ਉੱਠਦੀ ਕਰ, ਮੈਂ ਅੱਜ ਘਰੇ ਹੀ ਆ। ਮੈਂ ਵੇਖੋ ਇਹਨਾਂ ਸਾਨਾਂ ਨੂੰ ਗਊ ਗਰੀਬਣੀ ਤੇ ਕਿਵੇਂ ਹੱਥ ਚੁੱਕੀਦਾ। ਉੱਠੋਏ ਵੱਡਿਆ ਸੂਰਮਿਆਂ, ਜੇ 2 ਹੱਥ ਵੇਖਣੇ ਆ ਤਾਂ ਨਿਕਲ ਬਾਹਰ। ਜੀਤੀ ਨੂੰ ਪੋਰੀ ਪੋਰੀ ਭੰਨੀ ਵੇਖ ਕੇ ਉਹਦਾ ਖੂਨ ਖੌਲ ਉੱਠਿਆ। ਸੰਭਾਲ ਲਓ ਆਪਦਾ ਪਸ਼ੂ ਢਾਂਡਾ ਤੇ ਕਾਰੋਬਾਰ ਅੱਜ ਤੋਂ। ਜੇ ਤੁਸੀਂ ਢਿੱਡੋਂ ਜਾਇਆਂ ਦੇ ਸਕੇ ਨਹੀਂ ਤਾਂ ਮੇਰੇ ਕਿੱਥੋਂ ਬਣੇ? ਮਾਲੇ ਨੇ ਸਾਰਾ ਜੂਲ ਪਤਾਨ ਦਾ ਜੰਜਾਲ ਗਲੋਂ ਲਾ ਕੇ ਵਗਾ ਮਾਰਿਆ। ਜੀਤੀ ਭੈਣੇ, ਭਾਵੇਂ ਮੈਨੂੰ ਰੱਬ ਜਿੰਨਾ ਇਤਬਾਰ ਹੈ ਤੇਰੇ ਤੇ, ਪਰ ਫਿਰ ਵੀ ਗੱਲ ਦੱਸ ਵਿੱਚੋਂ ਹੈ ਕੀ? ਮਾਲੇ ਨੇ ਅਸਲੀਅਤ ਜਾਣਨ ਦੇ ਲਿਹਾਜ਼ ਨਾਲ ਪੁੱਛਿਆ। ਜੀਤੀ ਨੇ ਧਨਕੁਰ ਤੇ ਮਾਲੇ ਨੂੰ ਚਰਨੇ ਤੇ ਛਿੰਦਰੋਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਗੱਲਾਂ ਤੇ ਬਰਨਾਲੇ ਪ੍ਰੋਫੈਸਰ ਸ਼ਰਮਾ ਦੇ ਐਕਸੀਡੈਂਟ ਵਾਲੀ ਗੱਲ ਸਭ ਕੁਝ ਸੱਚ ਦੱਸਦੇ। ਲੈ ਜੀਤੀ, ਅੱਜ ਤੋਂ ਤੂੰ ਮੇਰੀ ਸੱਤੋ ਭੈਣ ਤੇ ਮੈਂ ਦੇਉਂ ਇਹਨਾਂ ਦੀਆਂ ਟੂਮਾਂ ਲੱਭ ਕੇ। ਕਹਿ, ਮਾਲੇ ਨੇ ਮੁੱਕੀ ਵੱਟੀ। ਤੂੰ ਜੀਤੀ ਬਰਨਾਲੇ ਨੂੰ ਤਿਆਰ ਹੋ, ਮੈਂ ਤੇਰੇ ਮਾਸਟਰ ਨੂੰ ਵੀ ਅੱਜ ਮਿਲਣਾ। ਬੈਠਿਆਂ ਮਾਲੇ ਨੇ ਕੁਝ ਸੋਚ ਕੇ ਕਿਹਾ। ਉਹ ਕਿਉਂ ਮਾਲਿਆ? ਧਨਕੁਰ ਨੇ ਪੁੱਛਿਆ। ਇਹ ਤੈਨੂੰ ਮੈਂ ਆ ਕੇ ਦੱਸੂਗਾ ਬੇਬੇ। ਜੀਤੀ ਤੇ ਮਾਲਾ ਪ੍ਰੋਫੈਸਰ ਸ਼ਰਮੇ ਦੇ ਘਰ ਜਾ ਪੁੱਜੇ। ਸਾਰਾ ਪਰਿਵਾਰ ਘਰੇ ਹੀ ਸੀ। ਜੀਤੀ ਦੀ ਸ਼ਕਲ ਦੇਖ ਸਾਰਿਆਂ ਦਾ ਸਾਹ ਤਾਂ ਦਾ ਤਾਂ ਹੀ ਰਹਿ ਗਿਆ। ਹੈ ਇਹ ਕੀ ਹੋਇਆ ਨਹੀਂ ਤੈਨੂੰ ਜੀਤੀ? ਸਾਰਿਆਂ ਦੇ ਮੂੰਹ ਇੱਕੋ ਵਾਰ ਨਿਕਲਿਆ। ਜੀਤੀ ਜਵਾਬ ਦੇਣ ਦੀ ਥਾਂ ਫੁੱਟ ਕੇ ਰੋ ਪਈ। ਸ਼ੀਲਾ ਨੇ ਜੀਤੀ ਦੇ ਮੋਢੇ ਤੇ ਹੱਥ ਰੱਖ ਉਹਨੂੰ ਦਿਲਾਸਾ ਦੇ ਕੇ ਚੁੱਪ ਕਰਾਇਆ, ਪਾਣੀ ਪੀਣ ਨੂੰ ਦਿੱਤਾ। ਮੈਂ ਜੀਤੀ ਦਾ ਭਰਾ ਮਾਸਟਰ ਜੀ, ਤੇਰੇ ਨਾਲ ਇੱਕ ਗੱਲ ਕਰਨਾ ਆ। ਮਾਲੇ ਨੇ ਸਿੱਧੇ ਸਾਦੇ ਸ਼ਬਦਾਂ 'ਚ ਆਉਣ ਦਾ ਕਾਰਨ ਦੱਸਿਆ। ਹਾਂ ਕਹੋ, ਕੀ ਗੱਲ ਕਰਨੀ ਹੈ ਤੁਸੀਂ? ਪ੍ਰੋਫੈਸਰ ਨੇ ਪੁੱਛਿਆ। ਜਰਾ ਪਾਸੇ ਆ ਕੇ ਸੁਣੇ ਤਾਂ ਚੰਗਾ ਹੈ। ਨਹੀਂ ਕੋਈ ਗੱਲ ਨਹੀਂ, ਆਪਾਂ ਸਾਰੇ ਘਰ ਦੇ ਹੀ ਬੈਠੇ ਆ। ਸਿੱਧੇ ਜੇ ਅਣਜਾਣੇ ਬੰਦੇ ਦੇ ਤੌਰ ਚੜੇ ਤੇ ਹੱਥ 'ਚ ਕਿਰਪਾਨ ਫੜੀ ਵੇਖ ਪ੍ਰੋਫੈਸਰ ਸ਼ਰਮਾ ਬੁਖਲਾ ਜਿਹਾ ਗਿਆ। ਜੀਤੀ ਤੂੰ ਮੇਰੀ ਗੱਲ 'ਚ ਨਾ ਬੋਲੀ, ਮਾਲੇ ਨੇ ਖਬਰਦਾਰ ਕੀਤਾ। ਗੱਲ ਇਹ ਹੈ ਮਾਸਟਰ ਜੀ, ਕੁੜੀ ਤੇਰੇ ਕੋਲ ਪੜ੍ਹਦੀ ਰਹੀ ਹੈ ਨਾ? ਹਾਂ ਪੜ੍ਹਦੀ ਹੈ। ਜੀਤੀ ਤੇ ਤੇਰੀ ਭੈਣ ਦਾ ਸਹੇਲਪੁਣਾ ਤੇ ਇਕੱਠੀਆਂ ਦਾ ਬਾਹਰ ਅੰਦਰ ਜਾਣਾ ਆਉਣਾ ਵੀ ਹੈ। ਠੀਕ ਹੈ, ਪਰ ਗੱਲ ਕੀ ਹੋਈ ਸੀ? ਤੇਰਾ ਐਕਸੀਡੈਂਟ ਹੋਇਆ, ਕੁੜੀ ਜੀਤੀ ਨੇ ਤੈਨੂੰ ਭਰੱਪੇ ਤੌਰ ਤੇ ਸੰਭਾਲਿਆ ਸੀ। ਇਸ 'ਚ ਕੀ ਸ਼ੱਕ ਹੈ? ਇਹ ਤਾਂ ਜੀਤੀ ਦਾ ਬੜਾ ਪਰਉਪਕਾਰ ਸੀ, ਪਰ ਉਹ ਰਾਤ ਇੱਥੇ ਰਹਿ ਜਾਣਾ ਕੁੜੀ ਵਾਸਤੇ ਕਹਿਰ ਉੱਠ ਖੜਾ ਹੋ ਗਿਆ। ਉਹਦੀ ਤੇ ਤੇਰੀ ਜ਼ਮੀਰ ਉੱਤੇ ਇਹਦੇ ਭਰਾ ਭਰਜਾਈ ਨੇ ਸ਼ੱਕ ਕੀਤਾ। ਰੱਬ ਨੂੰ ਜਾਣ ਦੇਣੀ ਹੈ। ਮੇਰੇ ਦਿਲ ਦਿਮਾਗ 'ਚ ਐਸੀ ਗੱਲ ਨਹੀਂ, ਉਹ ਵੀ ਜੀਤੀ ਬਾਰੇ।
ਜੀਤੀ 4-5 ਦਿਨ ਪਹਿਲਾਂ ਤੇਰੇ ਕੋਲ ਪੜ੍ਹਨ ਆਈ ਸੀ। ਆਈ ਜ਼ਰੂਰ ਸੀ ਪਰ ਇਹ ਪੜ੍ਹ ਨਹੀਂ ਸੀ ਸਕੀ ਤੇ ਮੇਰੀ ਭੈਣ ਸ਼ੀਲਾ ਕੋਲ ਕੁਝ ਚਿਰ ਟਾਈਮ ਬਿਤਾ ਕੇ ਵਾਪਸ ਚਲੀ ਗਈ। ਤੁਹਾਡੇ ਘਰ ਤੋਂ ਸਿਵਾ ਜੀਤੀ ਕਿਸੇ ਹੋਰ ਘਰ ਵੀ ਜਾਂਦੀ ਹੈ। ਇਸ ਗੱਲ ਦੀ ਅਸੀਂ ਤਸੱਲੀ ਦਿੰਦੇ ਹਾਂ। ਕੁੜੀ ਸਿੱਧੀ ਬੱਸ ਅੱਡੇ ਤੋਂ ਸਾਡੇ ਕੋਲ ਤੇ ਇੱਥੋਂ ਵਾਪਸ ਅੱਡੇ। ਉਸ ਦਿਨ ਕੁੜੀ ਨੇ ਤੁਹਾਨੂੰ ਕੋਈ ਚੀਜ਼ ਲਿਆ ਕੇ ਦਿੱਤੀ। ਕਿਹੀ ਚੀਜ਼ ਭਾਈ ਸਾਹਿਬ? ਮਾਸਟਰ ਭੋਲਾ ਨਾ ਬਣ। ਮੈਂ ਭੈਣ ਦੇ ਬਦਲੇ ਜਾਨ ਦੀ ਬਾਜ਼ੀ ਲਾਉਣ ਆਇਆ। ਜੇ ਗੱਲ 'ਚ ਭੋਰਾ ਵੀ ਫਰਕ ਨਿਕਲਿਆ ਤਾਂ ਮੈਂ ਹੁਣੇ ਤੇਰੀ ਧੌਣ ਲਾ ਕੇ ਰੱਖ ਦੂੰ। ਮਾਲੇ ਨੇ ਕਿਰਪਾਨ ਦੀ ਮੁੱਠ ਨੂੰ ਹੱਥ ਪਾਇਆ। ਭਾਈ ਹੋਸ਼ ਕਰ। ਮਾਲੇ ਦੇ ਤੌਰ ਚੜੇ ਵੇਖ ਜੀਤੀ ਉੱਠ ਕੇ ਖੜੋ ਗਈ। ਤੂੰ ਬਹਿ ਜਾ ਕੁੜੀਏ। माले ने जीती ਨੂੰ हथ का इशारा करके बिठाता। बेटा आराम से बात करो। मेरा पुत्र ऐसा वैसा नहीं। कृष्णा देवी पुत की बेइज्जती हुंदी जर ना सके। कोई ऐसी वैसी गल भी तां होवे भाई साहब। प्रोफैसर शर्मा ने हथों जब्त नहीं छड्डिया पर यह थोड़ा कंबिया जरूर। पहली गल भाई साहब तेरे ते इल्जाम है कि कुड़ी तेरे कोल आपदी भरजाई दे गहने दे के गई है। वेखदा इहदी हालत। प्यो भरा ते भरजाई ने रल के कुट मार के 3 दिन अंदर बंद कर रखी। दूजी गल उन्हां कुड़ी नूं तेरे पल्ले पाया। दोहां गल्लां दा मैनूं हुणे जवाब चाहीदा ऐसे वक्त। हे राम किन्ना अंधेर पिया दुनिया ते। कृष्णा देवी ने दोवें हथ धरती ते ला के कन्नां नूं लाए। देख बेटा सानूं तेरा दुख ते गुस्सा समझ आ गया। सानूं रब दा दिता सब कुछ मिलिया वे। कुड़ी जीती अमानत वजों भी कदे कोई चीज़ इत्थे रख के नहीं गई। ना ही इहो जी कुड़ी है। ਇਹਦੇ ਘਰਦਿਆਂ ਨੂੰ बेशक यकीन नहीं पर मैं तैनूं यकीन दे सकदी हां। जे ਇਹਦੇ ਪਿਓ ਤੇ ਭਰਾ ਨੇ ਕੁੜੀ ਨੂੰ ਮੇਰੇ ਪੁੱਤ ਦੇ ਪੱਲੇ ਪਾਇਆ ਤਾਂ ਜੀ ਸਦਕੇ ਮੈਂ ਆਪਦੇ ਪੁੱਤ ਨੂੰ ਪੁੱਛੇ ਬਿਨਾ ਕੁੜੀ ਨੂੰ ਬਹੂ ਬਣਾ ਕੇ ਘਰ ਰੱਖਣ ਨੂੰ ਤਿਆਰ ਹਾਂ। ਗਹਿਣੇ ਨਗਦੀ ਦੀ ਤਲਾਸ਼ ਕਰਨਾ ਤੁਹਾਡਾ ਕੰਮ ਹੈ। ਜੇ ਸਾਡੇ 'ਚੋਂ ਕੋਈ ਗਲਤੀ ਨਿਕਲੇ ਤਾਂ ਭਾਵੇਂ ਸਾਡੇ ਸਿਰ ਲਾ ਦੇਣੇ। ਕ੍ਰਿਸ਼ਨਾ ਦੇਵੀ ਨੇ ਗੁੱਸਾ ਹਲੀਮੀ ਸਿਆਣਪ ਸਭ ਦਾ ਮਿਲਿਆ ਜੁਲਿਆ ਮਾਲੇ ਤੇ ਐਸਾ ਲੇਪਣ ਫੇਰਿਆ ਕਿ ਮਾਲਾ ਇੱਕਦਮ ਪੰਗਰ ਕੇ ਹੱਥ ਬੰਨ ਕੇ ਖੜੋ ਗਿਆ। बस यही मेरा मतलब सी। मैं माफ़ी मंगदा। कह माला जुत्ती पा मंजे तो उठ खड़ा होया। तुसी बैठो मैं चाह बनाउणी आ बाई जी। कह शीला रसोई 'च चली गई। नहीं मेरे कोल वक्त नहीं बेबी। कुड़ी जीती इत्थे ही रहेगी तुहाडे कोल। हुण मैं चलिया फिर आवांगा कारज ते। जीती जद होई साडी साडे कोल ही रहूगी हुण तां। कृष्णा देवी ने प्यार नाल जीती दे सिर ते हथ फेरिया। कांड 26 ना चरनिया ना कर। मेरा चित्त नहीं चंगा। छिंदरो चरने तो छुट के परे जा रही सी तो उहनूं फड़ के फेर कोल खिच लैंदा। चित्त तेरे नूं की होया? हरामदीए नस्ले पतंदरनी नूं क्यों निकलन दिता पंजे चों? चरना छिंदरो ते खफे हो रहा सी। मैं किथे मोर भनाउंदी मर जाने नूं। उठाया सी मैं तां बई आपे सिर पड़वाऊ अगे हो के। 4 दिन खुल मिलूगी आपां नूं। पर इक्को धक्के नाल ही मूंह दे मूंह मंजे ते जा डिग्या। वे टूमा तां लई आउंदा मैं इत्थे किते लुको लैंदी। गल ठंडी दा पै जाण दे। मैं खांदा तां नहीं टूमा तेरियां नूं। बैठक दे बूहे अगों दी लंघदियां माले ने घुसर मुसर जी सुण के पैर मलिया। पहलां उहनूं बिल्लू दा शक पिया पर गल्लां तो जाण गया कि कोई होर है। माले ने ऐसता करके बैठक दा बाहरला कुंडा लाता। आप भज के अंदरला बूहा खोल सीधा अंदर जा वड़िया। छिंदरों नूं चरने दी बुक्कल 'च बैठिया वेख उहनूं सत्ती कपड़ी अग लग उठी। उहने धक्का मार के छिंदरों नूं बाहर कढता। बूहा बंद करता। लै होला जिहा होना भैन आपदी दिया खसमा। मैं तेरा जम आ गया। अन्ने थे माले दे हथ जो भी आया फड़ के चरने ते वर पिया। उन्हें बैठक दा बाहरला बूहा खोल के भजन की कोशिश की पर वो तां पहले ही माला बाहरों बंद कर आया सी। बोल टूमा कित्थे है? मैनू नहीं पता। तैनू नहीं पता है? तैनू नहीं पता। बोल टूमा कित्थे है? माले च जिवें प्रेत आ गए हुण। वो कदे चरने नूं वालां तो फड़दा कदे गलमे तो फड़ कंध नाल मारदा कदे सिर तो उच्चा चुकदा। बोल वड्डिया वैलिया बोल टूमा कित्थे है? हाय मर गया दसदा टूमा मैनू छिंदरू ने दित्तियां सी। छिंदरू कोल तू की लैण आया सी? बोल क्यों आया सी? बिल्लू दे पिछों मैं आउंदा जांदा सी। माले नूं कोई सुध सुरत नहीं सी कि बाहरों छिंदरू बिल्लू ते धनकुर बूहे नूं खड़का रहे सी। आखिर उन्हां धक्का मार के बूहे दी कुंडी पट अंदर आके माले नूं फड़िया। आओ ए कुत्तिया वेख लै आपदी रन दे काम। ये हराम दा तेरा यार नहीं ये तेरी रन दा यार है। आ पुछ लै इन्हां तो टूमा कित्थे है? ये कहंदे माले ने बिल्लू दे भी 5-7 जड़दियां। दस ओए हराम दिया टूमा किने दित्तियां सी तैनूं? माला ठुड्डियां नाल फिर डिगे पे चरने ते वर पिया। छिंदरू ने दित्तियां सी। हाय बाई छड़ दे। छिंदरू तेरी की लगदी है? बोल बोल हराम दिए बोल। माला अजे भी चरने नूं मारनों नहीं सी हटदा। बाई छिंदरू नाल मेरी गल बात सी। तुसी गंदियो बिठो
ਰਲ ਕੇ ਕੁੜੀ ਨੂੰ ਕਿਉਂ ਤਪਾਇਆ? ਬੋਲ। ਸਿਰ ਦੇ ਵਾਲਾਂ ਤੋਂ ਖਿੱਚ ਕੇ ਚਰਨੇ ਨੂੰ ਬਿਠਾਤਾ। ਮੈਂ ਭੁੱਲ ਗਿਆ ਬਾਈ, ਮੈਂ ਜੀਤੀ ਨੂੰ ਬੁਰੀ ਨਜ਼ਰ ਨਾਲ ਵੇਖਦਾ ਸੀ। ਇੱਧਰ ਨਿਕਲ ਬਾਹਰ ਕੁੱਤੀਏ, ਹੁਣ ਅੰਦਰ ਕਿਉਂ ਵੜਦੀ ਹੈ? ਤੇਰੀ ਮੈਂ ਮਾਂ, ਤੂੰ ਯਾਰ ਰੱਖੇ ਘਰ ਤੇ ਕੁੜੀ ਤੇ ਤੂਮਤਾਂ ਲਾਵੇਂ। ਬਿੱਲੂ ਛਿੰਦਰੇ ਨੂੰ ਜਾ ਕੇ ਡਹਿ ਪਿਆ। ਬੇਨਖਸਮਿਆਂ, ਤੇਰੇ ਮਰ ਜਾਣ ਜਾਣਦੇ। ਹੁਣ ਜੋ ਆਪਦੀ ਮਾਂ ਨੂੰ ਮਾਰਨ ਲੱਗਾ ਹੈ, ਜੇ ਪਹਿਲਾਂ ਹੀ ਪਤੰਦਰ ਨੂੰ ਘਰੇ ਨਾ ਵਾੜਿਆ ਕਰਦਾ। ਛੱਡ ਇਹਨੂੰ, ਜੇ ਚੰਗਾ ਹੈ ਤਾਂ, ਨਹੀਂ ਪੱਟੂ ਮੈਂ ਤੇਰੇ ਬੋਦੇ। ਸਾਹੋ ਸਾਹ ਹੋਈ ਧਨਕੌਰ ਨੇ ਭੱਜ ਕੇ ਬਿੱਲੂ ਤੋਂ ਛਿੰਦਰੋਂ ਛਡਾਈ। ਕੋ ਨਸਲੇ ਆਪਦੇ ਬੰਦੇ ਤੇ ਸਬਰ ਨਹੀਂ ਆਉਂਦਾ। ਧਨ ਮੱਝਾਂ ਗਊਆਂ ਜਿਹੜੀਆਂ ਕਿਤੇ 3 ਸਾਲ 2 ਦਿਨ ਹੇਚ ਆਉਂਦੀਆਂ, ਪਸ਼ੂਆਂ ਤੋਂ ਵੀ ਨਿੱਗਰ ਗਈ ਔਂਤਰੀਏ। ਤੂੰ ਤਾਂ ਪਿਓ ਤੇ ਚਾਚੇ ਦੀ ਪੱਗ ਵੀ ਨਾ ਦੇਖੀ, ਇੱਥੇ ਸਹੁਰੇ ਦੀ ਤੇ ਖਸਮ ਦੀ ਪੱਗ ਪੈਰਾਂ 'ਚ ਰੋਲਤੀ। ਹਰੇਕ ਜੁੱਤੀ ਪੈਂਦੀ ਤਾਂ ਭਾਵੇਂ ਪੈਰਾਂ 'ਚ ਹੀ ਹੈ, ਪਰ ਚਮੜੇ ਦੀ ਨਸਲ ਤੇ ਲੋਕ ਐਵੇਂ ਨਹੀਂ ਡਿੱਗਦੇ। ਗਊਆਂ ਵਰਗੀ ਕੁੜੀ ਤੇ ਤੁਹਮਤ ਲਾਉਂਦਿਆਂ ਰੱਬ ਦਾ ਖੌਫ ਨਾ ਕੀਤਾ ਤੂੰ। ਕੋੜ ਪੈ ਕੇ ਮਰੇਂਗੀ, ਕੋੜ ਪੈ ਕੇ। ਮੇਰੀਆਂ ਅੰਦਰਾਂ ਤੈਨੂੰ ਦੁਰਸੀਸ ਦਿੰਦੀਆਂ। ਜਾ ਤੇਰੀ ਜੜ ਪੁੱਟੀ ਜਾਏ ਇਹੋ ਜੀ ਦੀ। ਕਹਿੰਦੀ ਕਹਿੰਦੀ ਧਨਕੌਰ ਰੋਣ ਲੱਗ ਪਈ। ਔਰਤ ਦਾ ਹਿਰਦਾ ਹੀ ਐਸਾ ਹੈ ਕਿ ਜੇਕਰ ਇੱਕ ਜ਼ੁਲਮ ਕਰਨ ਲੱਗੀ ਪੱਥਰ ਬਣ ਜਾਂਦੀ ਹੈ, ਦੂਜੀ ਦੁਸ਼ਮਣ ਤੇ ਵੀ ਜ਼ੁਲਮ ਹੁੰਦਾ ਵੇਖ ਵੇਖ ਮੋਮ ਬਹਿ ਜਾਂਦੀ ਹੈ। ਚਲੋ ਨਿਕਲ ਬਾਹਰ, ਵੱਡੇ ਯਾਰ ਵਾਲਿਆ। ਲਿਆ ਬੇਬੇ ਇੱਥੋਂ ਜੰਦਾ। ਧੱਕਾ ਮਾਰ ਕੇ ਬਿੱਲੂ ਨੂੰ ਬਾਹਰ ਕੱਢ ਚਰਨੇ ਨੂੰ ਅੰਦਰ ਸੁੱਟ ਜਿੰਦਾ ਮਾਰਤਾ। ਜਾ ਓਏ, ਲਿਆ ਆਪਦੇ ਪਿਓ ਨੂੰ ਸੱਦ ਕੇ। ਉਹਨੂੰ ਆਖੀ ਜੀਤੀ ਨੇ ਗਹਿਣੇ ਲਿਆਤੇ, ਆ ਕੇ ਲੈ ਲਵੇ। ਮਾਲੇ ਤੋਂ ਧੱਕੇ ਮੁੱਕੇ ਝਿੜਕਾਂ ਖਾ ਬਿੱਲੂ ਚੁੱਪਚਾਪ ਕਿਸ਼ਨ ਸਿੰਘ ਨੂੰ ਲੈਣ ਤੁਰ ਗਿਆ। ਚੱਲ ਠੰਡਾ ਹੋ ਹੁਣ ਪੁੱਤ, ਬਥੇਰੀ ਹੋ ਗਈ ਪਾਪੀਆਂ ਨਾਲ। ਕੁੜੀ ਨੂੰ ਕਿੱਥੇ ਛੱਡ ਆਇਆ? ਕੁੜੀ ਨੂੰ ਉਹਦੇ ਘਰ ਛੱਡ ਆਇਆ ਜਿਹੜਾ ਉਹਨਾਂ ਨੇ ਉਹਦੇ ਪੱਲੇ ਪਾਇਆ ਸੀ, ਉਸੇ ਮਾਸਟਰ ਦੇ ਘਰ। ਇਹ ਕਮਲੇ ਆਏ, ਤੂੰ ਕੀ ਲੋੜਾ ਮਾਰਿਆ? ਵੀ ਕਿਸ਼ਨਾ ਕੀ ਆਖੂ? ਬੇਗਾਨਾ ਧੀ ਪੁੱਤ ਬੇਗਾਨਾ ਹੀ ਹੁੰਦਾ ਹੈ। ਉਹਦੇ ਮਾਪੇ ਕਿੰਨੇ ਵੀ ਜ਼ਾਲਮ ਕਿਉਂ ਨਾ ਹੋਣ। ਸਾਡੇ ਦੇਸ਼ 'ਚ ਔਲਾਦ ਬਦਲਣ ਦਾ ਕਾਨੂੰਨ ਤਾਂ ਬਣ ਗਿਆ, ਪਰ ਮਾਪੇ ਬਦਲ ਲੈਣ ਦਾ ਕਾਨੂੰਨ ਨਹੀਂ ਬਣਾਇਆ ਡੁੱਬੜੀ ਸਰਕਾਰ ਨੇ। ਮਾਂ, ਤੂੰ ਉਸ ਕਿਸ਼ਨੇ ਦੀ ਗੱਲ ਕਰਦੀ ਐ ਜਿਹੜਾ ਧੀ ਨੂੰ ਮਾਰ ਕੁੱਟ ਕੇ ਅੰਦਰ ਸੁੱਟ ਗਿਆ ਸੀ, ਜਿਹਨੇ ਹੁਣ ਤੱਕ ਪਿੱਠ ਭੁਆ ਕੇ ਵੀ ਨਹੀਂ ਦੇਖਿਆ। ਉਹਦਾ ਘਰ ਕਿੱਥੇ ਹੈ? ਉਹਦੇ ਜਵਾਕ ਕਿੱਥੇ ਹੈ? ਉਹਦੀ ਕਬੀਲਦਾਰੀ ਦਾ ਕੀ ਬਣਦਾ ਹੈ ਤੇ ਕੀ ਢਹਿੰਦਾ ਹੈ? ਮੈਂ ਤੇ ਤੂੰ ਤਾਂ ਉਹੀ ਟੱਬਰ ਪਾਲਿਆ, ਉਹਦਾ ਘਰ ਸੰਭਾਲਿਆ। ਉਹ ਪਿਓ ਕਹਾਉਣ ਦੇ ਕਾਬਲ ਹੈ? ਪਿਓ ਖਵਾਉਣ ਦਾ ਹੱਕ ਹੈ ਉਹਨੂੰ? ਹਰਕੁਰ ਚਾਚੀ ਮਰ ਗਈ ਤਾਂ ਉਹਨੇ ਬੋਤਲ ਨਾਲ ਵਿਆਹ ਕਰਾ ਲਿਆ। ਹੋਰ ਉਹਦਾ ਹੁਣ ਹੈ ਹੀ ਕੌਣ? ਉਹਦੀ ਇਕੱਲੀ ਬੋਤਲ, ਸਿਰਫ ਬੋਤਲ। ਤੂੰ ਹੀ ਦੱਸ ਬੇਬੇ, ਹੁਣ ਮੈਂ ਆਪਦੇ ਹੱਥੀਂ ਪਾਲੀ ਫਸਲ ਦੀ ਰਾਖੀ ਨਾ ਕਰਾਂ, ਨਾ ਸੰਭਾਲਾਂ, ਉੱਜੜ ਜਾਣ ਦਿਆਂ, ਕੋਈ ਲੁੱਟੀ ਜਾਏ ਚੁੱਕੀ ਜਾਏ, ਮੈਂ ਨਾ ਬੋਲਾਂ? ਮੈਂ ਵੀ ਕਿਸ਼ਨੇ ਵਾਂਗੂ ਆਪਦਾ ਫਰਜ਼ ਭੁੱਲ ਜਾਵਾਂ? ਤੂੰ ਹੀ ਦੱਸ ਬੇਬੇ, ਮੈਂ ਕੀ ਕਰਾਂ? ਧਨਕੌਰ ਚੁੱਪ ਕੀਤੀ ਹੈਰਾਨੀ ਨਾਲ ਮਾਲੇ ਵੱਲ ਵੇਖੀ ਜਾਂਦੀ, ਜੋ ਕਦੇ ਮੂੰਹ ਵੀ ਨਹੀਂ ਸੀ ਫੁੱਟਿਆ। ਜੋ ਉਸ 'ਚ ਕਿੱਥੋਂ ਕਹਿਰ ਦਾ ਜੋਸ਼, ਕਹਿਰ ਦਾ ਗੁੱਸਾ, ਹੱਦੋਂ ਵੱਧ ਸਿਆਣਪ ਆ ਵੜੀ। ਉਹ ਹੈਰਾਨ ਪਰੇਸ਼ਾਨ ਸੀ ਕਿ ਹੋਰ ਖਬਰੇ ਮਾਲਾ ਕੀ ਕਰੂ। ਕਾਂਡ 27। ਅਖੇ ਵੈਲੀਆਂ ਦਾ ਟਿਕਾਣਾ, ਠੇਕਾ ਜਾਂ ਠਾਣਾ ਵਾਲੀ ਗੱਲ ਵਾਂਗ ਕਿਸ਼ਨੇ ਨੂੰ ਕੁੜਮਾਂ ਦੀ ਮਹਿਫਿਲ 'ਚੋਂ ਬਿੱਲੂ ਨੇ ਜਾ ਉਠਾਇਆ। ਪਾਸੇ ਕਰਕੇ ਬਿੱਲੂ ਨੇ ਡਰਦੇ ਡਰਦੇ ਸਾਰੀ ਗੱਲ ਦੱਸੀ। ਅਸਲੀਅਤ ਛੁਪਾ ਕੇ ਅਖੇ, ਚਰਨਾ ਮੇਰੇ ਪਿੱਛੋਂ ਕਿਤੇ ਘਰ ਆਇਆ ਸੀ, ਛਿੰਦੋ ਬਾਹਰ ਗਈ ਸੀ, ਵੇਖ ਘਰ ਨੂੰ ਹੁੰਜਾ ਫੇਰ ਗਿਆ। ਬਾਈ ਮਾਲੇ ਨੇ ਉਹਨੂੰ ਕੁੱਟ-ਕੁੱਟ ਕੇ ਮਨਾ ਲਿਆ। ਆ ਬਈ ਲੀਡਰ, ਅੱਜ ਕਿਵੇਂ ਗਰਮੀ 'ਚ ਦਿਸਦਾ? ਬੱਸੋਂ ਉਤਰਦਿਆਂ ਕਿਸ਼ਨ ਸਿੰਘ ਸਿੱਧਾ ਥਾਣੇ ਜਾ ਕੇ ਥਾਣੇਦਾਰ ਦੇ ਕਮਰੇ 'ਚ ਵੜ ਗਿਆ। ਅੱਗੇ ਲੋਕਾਂ ਦੇ ਕੰਮੇ ਧੰਦੀ ਆਈਦਾ ਸੀ, ਲੋਕਾਂ ਦੇ ਫੈਸਲੇ ਕਰਾਈਦੇ ਸੀ। ਅੱਜ ਜਨਾਬ ਆਪਦੇ ਤੇ ਆਪ ਹੀ ਆ। ਹੋਇਆ ਕੀ ਇਹੋ ਜਿਹਾ? ਕਿਹਦੀ ਹਿੰਮਤ ਪੈ ਗਈ ਲੀਡਰ ਦੇ ਗਲ ਹੱਥ ਦੇਣ ਦੀ? ਘਰ ਦੇ ਭੇਤੀ ਹੁਣ ਤੱਕ ਲੰਕਾ ਢਾਉਂਦੇ ਆਏ ਆ। ਸਰਦਾਰ ਸਾਹਿਬ, ਆਪਣੇ ਮੁੰਡੇ ਦਾ ਯਾਰ ਬੇਲੀ ਘਰੋਂ ਗਹਿਣਾ ਗੱਟਾ ਚੋਰੀ ਕਰ ਗਿਆ ਹੈ ਤੇਰੇ। ਤੇ ਹੁਣ ਉਹ ਸਾਲਾ ਹੈ ਕਿੱਥੇ? ਆਪਣਾ ਸਾਂਝੀ ਬੜਾ ਹਿੰਮਤੀ ਆਦਮੀ ਆ ਜਨਾਬ, ਉਹਨੇ ਕਮਰੇ 'ਚ ਬੰਦ ਕਰਕੇ ਸਾਰਾ ਕੁਝ ਇਕਬਾਲ ਕਰਾ ਲਿਆ। ਤੁਸੀਂ ਚੱਲੋ ਜ਼ਰਾ ਟੂਮਾ ਬਰਾਮਦ ਕਰ ਲਈਏ। ਮੁਨਸ਼ੀ ਸਦਾਰਾਮ ਮੇਰੀ ਤੇ ਨਾਲ 4 ਸਿਪਾਹੀਆਂ ਦੀ ਰਵਾਨਗੀ ਪਾਤੀ। ਜਰਾ ਅਸੀਂ ਪੜਤਾਲ ਕਰ ਆਈਏ। ਤੂੰ ਲੀਡਰਾ ਘਰ ਪਹੁੰਚ, ਅਸੀਂ ਆਏ ਤੇਰੇ ਮਗਰੇ, ਕਹਿ ਥਾਣੇਦਾਰ ਸਰਦੂਲ ਸਿੰਘ ਨੇ ਬਿੱਲੂ ਤੇ ਕਿਸ਼ਨੇ ਨੂੰ ਤੋਰਤਾ। ਸਰਦੂਲ ਸਿੰਘ ਕੱਦ ਕਾਠ ਦਾ ਪੂਰਾ ਦਿਓ ਲੱਗਦਾ ਸੀ। ਭਾਰੀਆਂ ਰੁਗ-ਰੁਗ ਭਰੀਆਂ ਮੁੱਛਾਂ, ਸਾਂਵਲੇ ਜਿਹੇ ਰੰਗ 'ਚ ਜਦੋਂ ਲਾਲ ਅੱਖਾਂ ਕੱਢ ਕੇ 4 ਕੁ ਫਲੋਰ ਪਾਸ ਗਾਲਾਂ ਕੱਢਦਾ ਤਾਂ ਥੱਪੜ ਮਾਰਨ ਤੋਂ ਪਹਿਲਾਂ ਹੀ ਮੁਲਜ਼ਮ ਦਾ ਪਿਸ਼ਾਬ ਨਿਕਲ ਜਾਂਦਾ। ਇਵੇਂ ਚਰਨੇ ਨਾਲ ਹੋਈ। ਚਰਨੇ ਨੂੰ ਅੰਦਰੋਂ ਬਾਹਰ ਕੱਢਣ ਦੀ ਦੇਰ ਸੀ। ਮੈਂ ਭੁੱਲ ਗਿਆ ਬੱਚਿਆਂ ਵਾਲਿਆ, ਮੇਰਾ ਕੋਈ ਨਹੀਂ। ਉਹ ਤਾਂ ਥਾਣੇਦਾਰ ਦੇ ਪੈਰਾਂ ਤੇ ਲੰਮਾ ਚੁਫਾਲ ਪੈ ਗਿਆ।
ਬਚਿੰਤਿਆ ਤੇ ਨਤਿਆ, ਜਰਾ ਕਿ ਇਹਨੂੰ ਲੰਬੜਦਾਰ ਦੇ ਆਉਣ ਤੋਂ ਪਹਿਲਾਂ ਮਾਫੀ ਦਾ ਚਾਹ ਪਾਣੀ ਛਕਾਓ। ਹਰਾਮ ਦੀ ਨਸਲ ਨੂੰ। ਠੁੱਡਾ ਮਾਰ ਕੇ ਪਰੇ ਧੱਕਦਿਆਂ ਥਾਣੇਦਾਰ ਨੇ ਝੋਟਿਆਂ ਵਰਗੇ 2 ਸਿਪਾਹੀਆਂ ਨੂੰ ਹੁਕਮ ਚਾੜਿਆ। ਹੁਕਮ ਹੁੰਦਿਆਂ ਹੀ ਤਮੀਲ ਹੋਣੀ ਸ਼ੁਰੂ ਹੋ ਗਈ। ਚੌਕੀਦਾਰ ਲੰਬੜਦਾਰ ਨੂੰ ਲੈਣ ਭੇਜਤਾ। ਚਰਨੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਕਿਸ਼ਨੇ ਨੂੰ ਸਾਰਾ ਕੁਝ ਧਨਕੁਰ ਨੇ ਪਾਸੇ ਕਰਕੇ ਜਦੋਂ ਦੱਸਿਆ, ਕਿਸ਼ਨੇ ਨੂੰ ਮਰਨ ਨੂੰ ਥਾਂ ਨਹੀਂ ਸੀ ਥਿਆਉਂਦੀ। ਮਾਲੇ ਨੇ ਗੁੱਸੇ 'ਚ ਕਿਸ਼ਨੇ ਨਾਲ ਕਲਾਮ ਨਹੀਂ ਸੀ ਕੀਤੀ। ਸਰਦਾਰ ਸਰਦੂਲ ਸਿਆਂ, ਜਰਾ ਉਰੇ ਆ, ਗੱਲ ਸੁਣ। ਇਹ ਕੁੱਤੇ ਦਾ ਪੁੱਤ ਪੁੱਠੇ ਸਿੱਧੇ ਬਿਆਨ ਦੇ ਕੇ ਆਪਣੀ ਇੱਜ਼ਤ ਵੈਰਾਨ ਨਾ ਕਰੇ। ਜਰਾ ਖਿਆਲ ਨਾਲ ਪਹਿਲਾਂ ਹੀ ਬਿਆਨ ਲਿਖ ਕੇ ਟੂਮਾ ਬਰਾਮਦ ਕਰਾ ਲਓ। ਕਿਸ਼ਨੇ ਨੇ ਥਾਣੇਦਾਰ ਨੂੰ ਪਾਸੇ ਕਰਕੇ ਨੋਟਾਂ ਦੀ ਥੱਦੀ ਉਹਦੇ ਜੇਬ 'ਚ ਧੁੰਨਤੀ। ਆ ਤੂੰ ਕੀ ਕਰਨ ਲੱਗਿਆ ਲੀਡਰ ਸਾਹਿਬ? ਇਹ ਤਾਂ ਆਪਣਾ ਘਰ ਦਾ ਹੀ ਕੰਮ ਹੈ। ਜੇਬ ਨੂੰ ਠੀਕ ਕਰਦਿਆਂ ਥਾਣੇਦਾਰ ਨੇ ਡਕਾਰ ਮਾਰ ਕੇ ਮੁੱਛਾਂ ਉੱਤੋਂ ਦੀ ਹੱਥ ਫੇਰਿਆ। ਕਿਸ਼ਨ ਸਿਆਂ, ਜਰਾ ਮੁੰਡਿਆਂ ਦਾ ਖਿਆਲ ਰੱਖੀ, ਕਿਤੇ ਜ਼ਿਆਦਾ ਹੀ ਨਾ ਵਧਾ ਦੇਣ ਹਰਾਮਦੇ ਨੂੰ। ਉਹਨਾਂ ਨੂੰ ਜਰਾ ਚਾਹ ਪਾਣੀ। ਹਾਂਜੀ ਹਾਂਜੀ, ਕਿਉਂ ਨਹੀਂ, ਆਓ ਬਈ ਮੁੰਡਿਓ, ਚਲੋ ਛੱਡੋ ਇਹ ਕਬੀ ਨੂੰ, ਜਾਓ ਬੈਠਕ 'ਚ ਲੰਘ ਜਾਓ। ਆ ਗਿਆ ਧੀ ਆਪਦੀ ਦੀਆਂ ਖਸਮਾਂ। ਆ ਹਰਾਮ ਦੇ ਜਣ ਕੇ ਸ਼ਰੀਫ ਲੋਕਾਂ ਦੇ ਘਰੀਂ ਡਾਕੇ ਮਰਾ ਕੇ ਸਾਡੇ ਦੁਆਲੇ ਕਰਨ ਨੂੰ ਪਾਲੇ ਆ। ਲੰਬੜਦਾਰ ਨੂੰ ਵੇਖਦਿਆਂ ਥਾਣੇਦਾਰ ਫਲੋਰ ਸਿਖਲਾਈ ਦਾ ਸਬੂਤ ਦੇ ਕੇ ਕਿਸ਼ਨ ਸਿੰਘ ਦੀ ਜੇਬ 'ਚ ਪਾਈ ਥੱਦੀ ਨੂੰ ਧੂਫ ਦੇ ਗਿਆ। ਮੁੰਡਿਓ ਆਇਆ ਓਏ ਬਾਹਰ। ਆਖੇ ਚੋਰ ਨਹੀਂ, ਚੋਰ ਦੀ ਮਾਂ ਨੂੰ ਮਾਰੀਏ। ਚੋਹਾਂ ਸਿਪਾਹੀਆਂ 'ਚੋਂ ਬਚਿੰਤਾ ਤੇ ਨੱਤਾ ਦੀ ਥਾਂ ਤੇ ਹੁਣ ਰਾਮ ਲਾਲ ਦੇ ਬਾਬਾ ਸਿਓ ਬਾਹਰ ਆ ਕੇ ਖੜੇ ਲੰਬੜ ਨੂੰ ਡਹਿ ਪਏ। ਸਰਦਾਰ ਸਾਹਿਬ, ਮੇਰੀ ਅਰਜ਼ ਤੁਸੀਂ ਇੰਨੀ ਦੇਰ ਦੇ ਵਾਕਫਕਾਰ, ਜਰਾ ਰੋਕੋ ਇਹਨਾਂ ਨੂੰ। ਓਏ ਕਿਸ਼ਨ ਸਿਆਂ, ਓਏ ਮਾਰਤਾ ਓਏ, ਮੇਰਾ ਕਸੂਰ। ਹਾਲ ਦੁਹਾਈ ਪਾਉਂਦਾ ਲੰਬੜ ਮੁੱਦਾ ਡਿੱਗ ਪਿਆ। ਕਿਸ਼ਨ ਸਿੰਘ ਜੇ ਘਰ ਹੁੰਦਾ ਤਾਂ ਹੀ ਲੰਬੜ ਦੀ ਹਾਲ ਦੁਹਾਈ ਸੁਣਦਾ। ਉਹ ਤਾਂ ਮਾਲੇ ਦੇ ਨਾਂਹ ਕਰਨ ਤੇ ਆਪ ਠੇਕੇ ਤੇ ਗਿਆ ਸੀ ਬੋਤਲਾਂ ਲੈਣ। ਉਹਨੂੰ ਮੁੜਨ ਤੱਕ ਬਗਾਨੇ ਪੁੱਤਾਂ ਨੇ ਲੰਬੜ ਨੂੰ ਚਾਕੂ ਵਾਂਗ ਇਕੱਠਾ ਕਰਕੇ ਗੁੱਠੇ ਲਾਤਾ। ਦੁਹਾਈ ਓਏ ਰੱਬ ਦੀ ਕਿਸ਼ਨ ਸਿਆਂ, ਤੂੰ ਯਾਰ ਹੋ ਕੇ ਘਰ ਬੁਲਾ ਕੇ ਮੇਰੀ ਲਾਪਾ ਕਰਾਈ ਤੇ ਹੱਡ ਤੜਾਏ। ਗੱਲ ਕੀ ਆ ਵਿੱਚੋਂ? ਲੰਬੜ ਨੇ ਵਿਉ ਜੀ ਘੋਲਦਿਆਂ ਕਿਸ਼ਨੇ ਤੇ ਇਤਰਾਜ਼ ਕੀਤਾ। ਮੈਂ ਦੱਸਦਾ ਤੈਨੂੰ ਗੱਲ, ਬਹਿਣਾ ਚੁੱਪ ਕਰਕੇ ਕਿ ਨਹੀਂ। ਲਿਆ ਓਏ ਮੁੰਡਿਓ ਇਹਦੇ ਲੜਿੱਕੇ ਨੂੰ ਬਾਹਰ ਕੱਢ। ਥਾਣੇਦਾਰ ਉੱਚੀ ਗਰਜਿਆ। ਚਰਨੇ ਦੀ ਹਾਲਤ ਵੇਂਦਿਆਂ ਲੰਬੜ ਦੀ ਤੇ ਖਾਨੇ ਹੋ ਗਈ। ਆ ਤੇਰਾ ਛਿੰਦਾ ਕਿਸ਼ਨ ਸਿੰਘ ਦੇ ਘਰੋਂ ਟੂਮਾ ਚੋਰੀ ਕਰਕੇ ਲੈ ਕੇ ਗਿਆ। ਦੱਸ ਓਏ ਭੈਣ ਦੇਣੇ ਆ ਆਪਦੀ ਕਰਤੂਤ ਸਹੁਰੇ ਆਪਦੇ ਨੂੰ। ਪੁਲਿਸ ਵਾਲੇ ਆਦਮੀ ਦਾ ਹੁਲੀਆ ਤਾਂ ਕੀ, ਰਿਸ਼ਤੇ ਵੀ ਬਦਲ ਦਿੰਦੇ ਆ। ਬਿਆਨ ਪਿਓ ਪੁੱਤਾਂ ਦੇ ਕਲਮਬੰਦ ਕਰਕੇ ਹੱਥਕੜੀਆਂ ਮਾਰ ਦੋਹਾਂ ਨੂੰ ਅੱਗੇ ਤੋਰ ਲਿਆ। ਚਰਨੇ ਨੇ ਹੱਥੀ ਸਾਰੀਆਂ ਟੂਮਾਂ ਲਿਆ ਕੇ ਇੱਕ ਛਾਪ ਤੋਂ ਬਿਨਾਂ ਸਰਦੂਲ ਸਿੰਘ ਦੇ ਅੱਗੇ ਰੱਖਤੀਆਂ। ਸਾਰਾ ਸਮਾਨ ਗੁੱਚ ਮੁੱਚੀ ਕਰਕੇ ਥਾਣੇਦਾਰ ਨੇ ਹੱਥ 'ਚ ਫੜ ਲਿਆ। ਦੋਹਾਂ ਨੂੰ ਥਾਣੇ ਜਾ ਕੇ ਬੰਦ ਕਰਤਾ। ਦੂਜੇ ਦਿਨ ਕੇਸ ਤਿਆਰ ਕਰਕੇ ਥਾਣੇਦਾਰ ਨੇ ਪਿਓ ਪੁੱਤ ਨੂੰ ਪੇਸ਼ ਕਰਤਾ। ਲੰਬੜ ਦੀ ਤਾਂ ਜ਼ਮਾਨਤ ਹੋ ਗਈ। ਚਰਨੇ ਦਾ ਪੁਲਿਸ ਨੇ 7 ਦਿਨ ਦਾ ਰਿਮਾਂਡ ਲੈ ਲਿਆ ਤਾਂ ਕਿ ਕਿਸੇ ਹੋਰ ਚੋਰੀ ਡਾਕੇ ਦਾ ਪਤਾ ਲਾਇਆ ਜਾ ਸਕੇ। ਇਸ ਰਿਮਾਂਡ 'ਚ ਚਰਨੇ ਦੇ ਚੱਲਣ ਫਿਰਨ ਜੋਗੇ ਹੱਡ ਵੀ ਪੁਲਿਸ ਦੀ ਮਾਰ ਨੇ ਗਰੀਸ ਦੇਣ ਵਾਲੇ ਕਰਤੇ। ਅਗਲੇ ਪਿਛਲੇ 1-2 ਕੇਸ ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ ਮਿਲਦਾ, ਚਰਨੇ ਦੇ ਗਲ ਮੜ ਕੇ ਮੁਕੱਦਮਾ ਪੇਸ਼ ਕਰਤਾ। ਟੂਮਾ ਦੀ ਸ਼ਨਾਖਤ ਲਈ ਛਿੰਦਰੋਂ ਨੂੰ ਕਚਹਿਰੀ ਬੁਲਾ ਕੇ ਹਵਾਲੇ ਕਰਤੀਆਂ। ਇੱਕ ਮਰਦਾਵੀ ਛਾਪ ਵੇਚ ਕੇ ਚਰਨਾ ਸ਼ਰਾਬ ਪੀ ਚੁੱਕਾ ਸੀ ਤੇ ਬਾਕੀ ਸਾਰਾ ਮਾਲ ਸਹੀ ਸਲਾਮਤ ਮਿਲ ਗਿਆ ਸੀ। ਕਾਂਡ 28। ਛੋਟੇ ਭਾਈ ਮਾਲਾ ਸਿਆਂ, ਜੋ ਹੋਈ ਉਹ ਤੇ ਪਾ ਮਿੱਟੀ ਤੇ ਚੱਲ ਮੇਰੇ ਨਾਲ, ਕੁੜੀ ਜੀਤੀ ਨੂੰ ਲਿਆਈਏ। ਇਸ ਤਾਣੇ ਬਾਣੇ 'ਚ ਪਿੱਛੋਂ ਜਾ ਕੇ ਕਿਤੇ ਕਿਸ਼ਨ ਸਿੰਘ ਨੂੰ ਆਪਦੀ ਕੀਤੀ ਤੇ ਪਛਤਾਵਾ ਹੋਇਆ ਤੇ ਜੀਤੀ ਯਾਦ ਆਈ। ਧਨਕੁਰ ਤੇ ਮਾਲੇ ਨੇ ਕਿਸ਼ਨ ਸਿੰਘ ਨਾਲ ਉਹ ਕੀਤੀ ਜਿਹੜੀ ਕਿਸੇ ਨਾਲ ਨਾ ਹੋਈ ਹੋਵੇ। ਉਹ ਸਵਾਏ ਮਿੱਟੀ ਖੁਰਲਣ ਤੋਂ ਇੱਕ ਲਫ਼ਜ਼ ਵੀ ਨਹੀਂ ਸੀ ਬੋਲ ਸਕਿਆ। ਹੁਣ ਉਹ ਸਿਰ ਸੁੱਟ ਕੇ ਗੱਲ ਕਰਦਾ। ਉਹਨਾਂ ਨਾਲ ਅੱਖ ਮਿਲਾ ਕੇ ਗੱਲ ਕਰਨ ਦੀ ਕਿਸ਼ਨੇ 'ਚ ਹਿੰਮਤ ਨਹੀਂ ਸੀ ਰਹੀ। ਇਹ ਸਾਰਾ ਕੁਝ ਕੀ ਹੋ ਗਿਆ, ਕਿਵੇਂ ਹੋ ਗਿਆ ਦੀ ਸੋਚ ਤੇ ਉਹ ਬੋਤਲ ਦਾ ਸਹਾਰਾ ਹੋਰ ਲੈਣ ਲੱਗ ਪਿਆ। ਚੱਲਿਆ ਚੱਲ ਬੇਸ਼ੱਕ ਭਾਈ, ਪਰ ਡੋਰ ਹੱਥੋਂ ਨਿਕਲ ਚੁੱਕੀ ਹੈ। ਜੋ ਤੁਸੀਂ ਜੀਤੀ ਨਾਲ ਸਾਰੇ ਟੱਬਰ ਨੇ ਕੀਤੀ ਹੈ, ਉਹਨੂੰ ਉਹ ਤਾਂ ਕੀ ਅਸੀਂ ਵੀ ਨਹੀਂ ਭੁੱਲ ਸਕਦੇ। ਬਹੁਤ ਦੇਰ ਦੀ ਚੁੱਪ ਪਿੱਛੋਂ ਮਾਲੇ ਨੇ ਡੁੱਬਦੇ ਤਰਦੇ ਕਿਸ਼ਨੇ ਨੂੰ ਜਵਾਬ ਦਿੱਤਾ। ਮਾਲੇ ਨੇ ਕਿਸ਼ਨ ਸਿੰਘ ਨੂੰ ਬਰਨਾਲੇ ਪ੍ਰੋਫੈਸਰ ਸੁਰੇਸ਼ ਕੁਮਾਰ ਸ਼ਰਮਾ ਦੇ ਘਰ ਲਿਜਾ ਬਿਠਾਇਆ। ਕ੍ਰਿਸ਼ਨਾ ਦੇਵੀ ਨੂੰ ਮਾਲੇ ਨੇ ਸਾਰੀ ਗੱਲ ਦੱਸ ਜੀਤੀ ਨੂੰ ਬੁਲਾਉਣ ਲਈ ਕਿਹਾ। ਬੀਜੀ, ਭਾਈ ਮਾਲੇ ਨੂੰ ਕਹਿ ਦੇ ਇਹ ਜਦੋਂ ਮਰਜ਼ੀ ਆ ਕੇ ਮਿਲ ਜਾਇਆ ਕਰੇ, ਪਰ ਬਾਪੂ ਨਾਲ, ਭਰਾ ਨਾਲ ਤੇ ਉਸ ਘਰ ਨਾਲ ਮੇਰਾ ਕੋਈ ਰਿਸ਼ਤਾ ਨਹੀਂ। ਉਹਨੂੰ ਕਹਿ ਦਿਓ ਜਿੱਧਰੋਂ ਆਇਆ ਮੁੜ ਜਾਏ ਤੇ ਫਿਰ ਕਦੇ ਵੀ ਮੇਰੇ ਮੱਥੇ ਲੱਗਣ ਬਾਰੇ ਨਾ ਸੋਚੇ। ਜੀਤੀ ਜੋ ਅਧਮੋਈ ਹਾਲਤ 'ਚ ਦਿਨ ਕੱਟ ਰਹੀ ਸੀ, ਸੁਨੇਹਾ ਸੁਣ ਕੇ ਅੰਗ ਅੰਗ ਤੋਂ ਪੱਛੇ ਜਾਣ ਵਾਂਗ ਤੜਪ ਉੱਠ।
ਕਿਸ਼ਨ ਸਿੰਘ ਨਾਲ ਦੇ ਕਮਰੇ 'ਚ ਬੈਠਾ ਆਪਦੇ ਕੰਨੀ ਧੀ ਦੀ ਇਹ ਗੱਲ ਸੁਣ ਕੇ ਬੈਠਾ ਹੀ ਨਿੱਘਰ ਗਿਆ। ਸਵਾਏ ਅਥਰੂ ਕੇਰਨ ਤੇ ਝੋਲੀ ਝਾੜ ਕੇ ਉੱਠਣ ਦੇ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਕੋੜੀਆਂ ਕਲੰਕੀਆਂ ਜੈਸਾ ਵੀ ਹਾਂ, ਪਰ ਇੱਕ ਧੀ ਦਾ ਬਾਪ ਵੀ ਹਾਂ। ਮੇਰੀਆਂ ਅੱਖਾਂ ਤਾਂ ਮਾਲੇ ਨੇ ਤੇ ਧੀ ਜੀਤੀ ਨੇ ਖੋਲੀਆਂ, ਪਰ ਤੁਸੀਂ ਦੱਸੋ ਬਰਖੁਰਦਾਰ, ਮੇਰੀ ਧੀ ਨੂੰ ਵਸਾਉਂਗੇ ਜਾਂ ਲਾਵਾਰਸ ਸਮਝ ਕੇ ਰੋਲੋਗੇ? ਕਿਸ਼ ਨੇ ਅੰਦਰਲਾ ਬਾਪ ਦਾ ਦਿਲ ਜਾਗਿਆ। ਮੈਂ ਰੁਲਾਂ ਜਾਂ ਖਪਾਂ ਮੇਰੀ ਜ਼ਿੰਦਗੀ ਨਾਲ, ਨਾ ਤੁਸੀਂ ਪਹਿਲਾਂ ਵਾਹ ਵਾਸਤਾ ਰੱਖਿਆ ਤੇ ਨਾ ਹੀ ਹੁਣ ਰੱਖਿਓ। ਜੀਤੀ ਦੇ ਜ਼ਖਮਾਂ ਤੇ ਜਿਵੇਂ ਲੂਣ ਛਿੜਕਿਆ ਗਿਆ। ਚੰਗਾ ਭਾਈ, ਰੱਬ ਨੂੰ ਖਬਰੇ ਇਵੇਂ ਹੀ ਮਨਜ਼ੂਰ ਸੀ। ਕਿਸ਼ਨ ਸਿੰਘ ਜ਼ਾਰ ਰੋ ਪਿਆ। ਜਿੰਨੀ ਦੇਰ ਮੈਂ ਜੀਤੀ ਦਾ ਧਰਮ ਭਰਾ ਜਿਉਣਾ ਬਾਈ ਕਿਸ਼ਨ ਸਿਆ, ਉਨੀ ਦੇਰ ਮੇਰੀ ਭੈਣ ਕਿਵੇਂ ਰੁਲ ਸਕਦੀ ਹੈ? ਮਾਲਾ ਰੋਹ ਚ ਆ ਕੇ ਬੋਲਿਆ, ਇਹ ਤੂੰ ਆਪਦਾ ਬੀਜਿਆ ਹੀ ਵੱਢ ਰਿਹਾ, ਕਿਸੇ ਦਾ ਕੀ ਦੋਸ਼? ਮਾਲੇ ਨੂੰ ਉੱਥੇ ਹੀ ਛੱਡ ਕਿਸ਼ਨ ਸਿੰਘ ਘਰੋਂ ਬਾਹਰ ਨਿਕਲ ਸਿੱਧਾ ਠੇਕੇ ਤੇ ਪੁੱਜ ਗਿਆ, ਜੋ ਕਿਸ਼ਨ ਸਿੰਘ ਕੁਝ ਦਿਨ ਪਹਿਲਾਂ ਘਰ-ਬਾਰ ਪਰਿਵਾਰ ਸੰਭਾਲਣ ਲਈ ਬੜੀ ਲੰਬੀ ਗਫਲਤ ਦੀ ਨੀਂਦ ਪਿੱਛੋਂ ਜਾਗਿਆ ਸੀ। ਉਹ ਫਿਰ ਉਸੇ ਨੀਂਦ 'ਚ ਜਾਣ ਲਈ ਠਿੱਲ ਪਿਆ। ਇੱਕ ਬੋਤਲ ਪੀ ਕੇ ਉਹ ਜਿਵੇਂ ਕਿਵੇਂ ਬੱਸ 'ਚ ਬੈਠ ਭਗਤੇ ਪੁੱਜ ਗਿਆ। ਕਿਸੇ ਨੂੰ ਤਾਂ ਕੀ, ਉਹਨੂੰ ਖੁਦ ਕੋਈ ਪਤਾ ਨਹੀਂ ਸੀ ਵੀ ਕਦੋਂ ਆ ਕੇ ਘਰੇ ਪੈ ਗਿਆ ਸੀ। ਮਾਲਾ ਬਰਨਾਲੇ ਤੋਂ ਆ ਕੇ ਪੱਠੇ ਦੱਥੇ ਮਾਲ ਡੰਗਰ ਨੂੰ ਸੰਭਾਲ ਕੇ ਆਪਦੇ ਘਰ ਜਾ ਪਿਆ। ਜਿਸ ਦਿਨ ਦਾ ਚਰਨਾ ਅੰਦਰ ਹੋਇਆ ਸੀ, ਬਿੱਲੂ ਦੀ ਸ਼ਰਾਬ ਪੀਣੀ ਵੀ ਘਟੀ ਸੀ ਤੇ ਘਰ ਦੇ ਪੱਠੇ ਦੱਥੇ ਦੀ ਵੀ ਖਬਰਸਾਰ ਲੈਣ ਲੱਗ ਪਿਆ ਸੀ, ਜਿਹਦਾ ਥੋੜਾ ਬਹੁਤਾ ਸੁੱਖ ਸਵੇਤਾ ਮਾਲੇ ਨੂੰ ਹੋ ਗਿਆ। ਆਦਤ ਅਨੁਸਾਰ ਮਾਲਾ ਬਿਨਾਂ ਕਿਸੇ ਨੂੰ ਉਡੀਕੇ ਜਾਂ ਪੁੱਛੇ ਆਪਦੇ ਕੰਮ ਖੇਤ ਤੁਰ ਗਿਆ। ਬਿੱਲੂ ਵੀ ਪੋਹ ਫਟਾਲੇ ਨਾਲ ਦਾਤਣ ਮੂੰਹ 'ਚ ਪਾਈ ਜੰਗਲ ਪਾਣੀ ਨੂੰ ਬਾਹਰ ਨਿਕਲ ਗਿਆ। ਉਹਦੇ ਆਉਂਦੇ ਨੂੰ ਛਿੰਦੋ ਨੇ ਚਾਹ ਬਣਾ ਕੇ ਬਿੱਲੂ ਨੂੰ ਫੜਾ ਕਿਸ਼ਨ ਸਿੰਘ ਨੂੰ ਚਾਹ ਦੇਣ ਗਈ। ਇੱਕਦਮ ਭੱਜ ਕੇ ਬਾਹਰ ਆਈ। ਆਈਂ ਜਰਾ ਉੱਠ ਕੇ, ਬਾਪੂ ਤਾਂ ਮੰਜੇ ਤੋਂ ਹੇਠਾਂ ਲਮਕੀ ਜਾਂਦਾ ਤੇ ਮੂੰਹ 'ਚੋਂ ਝੱਗ ਜੀ ਵਗੀ ਜਾਂਦੀ ਹੈ। ਬਿੱਲੂ ਨੇ ਛਿੰਦਰੋ ਨੂੰ ਬੁਲਾਇਆ। ਬਿੱਲੂ ਨੇ ਕਾਲੀ ਜਾ ਕੇ ਜਦੋਂ ਕਿਸ਼ਨ ਸਿੰਘ ਨੂੰ ਚੁੱਕ ਕੇ ਮੰਜੇ ਤੇ ਪਾਉਣਾ ਚਾਹਿਆ ਤਾਂ ਉਸ 'ਚ ਕੁਝ ਵੀ ਬਾਕੀ ਨਹੀਂ ਸੀ। ਪੱਟੇ ਗਏ ਆਪਾਂ ਤਾਂ ਛਿੰਦੀਏ, ਬਾਪੂ ਤਾਂ ਛੱਡ ਕੇ ਤੁਰ ਗਿਆ। ਬਿੱਲੂ ਦੀ ਇੱਕਦਮ ਭੁੱਬ ਨਿਕਲ ਗਈ। ਉਹ ਬਿੱਲੂ ਜਿਹਨੂੰ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤੱਕ ਬਾਪੂ ਦਾ ਹੇਜ਼ ਜਾਂ ਤੇ ਨਹੀਂ ਸੀ, ਉਹਨੂੰ ਚਰਨੇ ਦੇ ਕੇਸ ਪਿੱਛੋਂ ਘਰ-ਬਾਰ ਪਰਿਵਾਰ ਨਾਲ ਲਗਾ ਜਿਹਾ ਹੋ ਗਿਆ ਸੀ। ਛਿੰਦੋ ਮਾਲੇ ਦੀ ਮਾਂ ਤੇ ਉਹਦੀ ਵਹੁਟੀ ਚਰਨੋਂ ਵੱਲ ਨੂੰ ਨੱਠੀ। ਦੁੱਖ ਤੇ ਮੁਸੀਬਤ ਐਸੀ ਚੀਜ਼ ਹੈ ਜੋ ਵੱਡੇ ਹੰਕਾਰੀਆਂ ਦੇ ਹੰਕਾਰ ਤੇ ਨੇਮੀਆਂ ਦੇ ਨੇਮ ਤੋੜ ਦਿੰਦੇ ਆ। ਉਹ ਛਿੰਦੋ ਜੀ ਨੇ ਵਿਆਹੀ ਆਉਣ ਤੋਂ ਹੁਣ ਤੱਕ ਮਾਲੇ ਦੇ ਘਰ ਇੱਕ ਅੱਧੀ ਵਾਰੀ ਪੈਰ ਪਾਇਆ ਸੀ ਤੇ ਜੀਤੀ ਦੀ ਮਾਰ ਕੁਟਾਈ ਪਿੱਛੋਂ ਦੋਹਾਂ ਪਾਸਿਆਂ ਤੋਂ ਮਾਲੇ ਤੋਂ ਛੁੱਟ ਕੋਈ ਵੀ ਨਹੀਂ ਸੀ ਛਿਪਦਾ। ਉਹ ਅੱਜ ਭੱਜ ਕੇ ਉਧਰ ਨੂੰ ਗਈ। ਧਨਕੁਰ ਭੱਜੀ ਆਈ। ਚਰਨੋਂ ਜੋ ਕਦੇ ਕਿਸ਼ਨ ਸਿਉਂ ਦੇ ਸਾਹਮਣੇ ਨਹੀਂ ਸੀ ਹੋਈ, ਉਹ ਵੀ ਆਈ। ਬਿੱਲੂ ਸਿੱਧਾ ਖੇਤ ਵੱਲ ਭੱਜਿਆ ਮਾਲੇ ਨੂੰ ਸੱਦਣ। ਮਾਲਾ ਬਰਨਾਲੇ ਜੀਤੀ ਵੱਲ ਭੱਜਿਆ। ਜੀਤੀ ਨੂੰ ਦੱਸਿਆ ਤਾਂ ਉਹ ਮਾਲੇ ਕੋਲ ਆ ਕੇ ਅੱਖਾਂ ਭਰ ਆਈ। ਬਾਈ, ਜਿਸ ਨਾਲ ਜਿਉਂਦੇ ਜੀ ਨਾਤਾ ਤੋੜ ਲਿਆ, ਮਰਨ ਤੇ ਨਹੀਂ ਜੁੜਦਾ। ਕੀਤੇ ਦੀ ਸਜ਼ਾ ਸਭ ਨੂੰ ਮਿਲ ਗਈ। ਉੱਥੋਂ ਉਹ ਜਵਾਬ ਲੈ ਕੇ ਬਿੱਲੂ ਦੇ ਨਾਨਕੀ ਤੇ ਦੂਜੀਆਂ ਰਿਸ਼ਤੇਦਾਰੀਆਂ 'ਚ ਘੁੰਮ ਕੇ ਖਬਰ ਦੇ ਆਇਆ। ਬਿੱਲੂ ਸੁਰਜੀਤ ਸਿੰਘ ਨੂੰ ਤੇ ਆਪਦੇ ਸਹੁਰੇ ਘਰ ਖਬਰ ਕਰ ਮੁੜਿਆ। ਸਾਰੇ ਉਹਦੇ ਅੱਗੇ ਪਿੱਛੇ ਪੁੱਜ ਗਏ। ਕੁਦਰਤੀ ਕਾਂਤੀ ਵੀ ਚੰਡੀਗੜ੍ਹੋਂ ਮਹਿੰਦਰ ਸਿੰਘ ਨਾਲ ਆਈ ਸੀ, ਜੋ ਮੌਕੇ ਤੇ ਪੁੱਜੀ, ਪਰ ਜੀਤੀ ਨੂੰ ਨਾ ਵੇਖ ਕੇ ਤੇ ਕੰਨੀ ਜੋ ਉਸ ਨਾਲ ਹੋਈ ਉਹਦਾ ਪਤਾ ਲੱਗਾ। ਕਿਸ਼ਨ ਸਿੰਘ ਦੇ ਹਮਦਰਦੀ, ਯਾਰ ਬੇਲੀ, ਸੱਜਣ, ਜਿਵੇਂ ਪਤਾ ਲੱਗਦਾ, ਕੋਈ ਸਬੰਧੀ ਗੋਪਾਲ ਸਿੰਘ ਕੋਲ ਤੇ ਕੋਈ MLA ਕੋਲ ਤੇ ਕੋਈ ਘਰ ਜਾ ਕੇ ਬਿੱਲੂ ਨਾਲ ਅਫਸੋਸ ਕਰ ਜਾਂਦਾ। ਇੱਕ ਲੰਬੜੀ ਸੀ ਜੋ ਚਰਨੇ ਨੂੰ 2 ਸਾਲ ਦੀ ਸਜ਼ਾ ਹੋਣ ਕਰ ਜਾਂਦਾ। ਇੱਕ ਲੰਬੜੀ ਸੀ ਜੋ ਚਰਨੇ ਨੂੰ 2 ਸਾਲ ਦੀ ਸਜ਼ਾ ਹੋਣ ਜਾਣ ਦੇ ਰੰਜ 'ਚ ਨਹੀਂ ਸੀ ਆਇਆ। ਹੌਲੀ ਸਭ ਨੂੰ ਕਿਸ਼ਨੇ ਦੀ ਮੌਤ ਭੁੱਲਦੀ ਗਈ ਤੇ ਦੁੱਖ ਦੀ ਛਾਇਆ ਉੜਦੀ ਗਈ। ਕਾਂਡ 29ਵਾਂ। ਕੁਝ ਦਿਨਾਂ ਬਾਅਦ ਕਾਂਤੀ ਮਹਿੰਦਰ ਸਿੰਘ ਨਾਲ ਜੀਤੀ ਨੂੰ ਮਿਲਣ ਲਈ ਮਾਲੇ ਨੂੰ ਥਾਂ ਪਤਾ ਪੁੱਛਣ ਆਈ ਤਾਂ ਉਸ ਧਨਕੁਰ ਨੂੰ ਵੀ ਮੱਲੋ ਮੱਲੀ ਤਿਆਰ ਕਰ ਲਿਆ। ਸਾਰਿਆਂ ਨੂੰ ਵੇਖ ਜੀਤੀ ਦਾ ਮੋਹ ਤੇ ਦੁੱਖ ਦਰਦ ਅੱਖਾਂ ਦੇ ਚਸ਼ਮਿਆਂ ਰਾਹੀਂ ਵਹਿ ਤੁਰਿਆ। ਕਾਂਤੀ ਦੇ ਗਲੋਂ ਰੋਂਦੀ ਜੀਤੀ ਨੂੰ ਮੁਸ਼ਕਲ ਨਾਲ ਲਾਇਆ। ਜੀਤੀਏ, ਮੈਨੂੰ ਕੀ ਪਤਾ ਸੀ ਵਿਧ ਮਾਤਾ ਨੇ ਤੇਰੇ ਇਹੋ ਜਿਹੇ ਚੰਦਰੇ ਲੇਖ ਲਿਖਤੇ। ਹਟਕੋਰੇ ਭਰਦੀ ਕਾਂਤੀ ਨੇ ਹਮਦਰਦੀ 'ਚ ਕਿਹਾ, ਜੋ ਕੁਦਰਤ ਤੇ ਕਿਸਮਤ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੋਣਾ ਹੁੰਦਾ ਹੈ। ਕਾਂਤੀਏ, ਕੋਈ ਕਿਸੇ ਦੇ ਕਰਮਾਂ 'ਚ ਭਲਾ ਕਿਵੇਂ ਸ਼ਰੀਕ ਬਣ ਬਹਿੰਦਾ ਹੈ। ਮੈਨੂੰ ਜੇ ਤੇਰੀ ਇਹੋ ਜਿਹੀ ਹੋਣੀ ਦੀ ਜਲਦੀ ਖਬਰ ਮਿਲ ਜਾਂਦੀ ਤਾਂ ਜ਼ਮੀਨ ਅਸਮਾਨ ਇੱਕ ਕਰਕੇ ਤੇਰੇ ਕੋਲ ਪੁੱਜਦੀ। ਹੱਥੋਂ ਨਿਕਲਿਆ ਵੇਲਾ ਤੇ ਮੂੰਹ ਨਿਕਲੀ ਗੱਲ ਇਹੋ ਜਿਹੀ ਤੀਰ ਹੈ ਜੋ ਇੱਕ ਵਾਰ ਗਏ ਸੋ ਗਏ। ਬਚਪਨ ਤੋਂ ਲੈ ਕੇ ਸੁਰਤ ਸੰਭਾਲਣ ਤੱਕ ਸਾਡੇ ਦੁੱਖ ਸੁੱਖ ਰੱਬ ਨੇ ਸਾਂਝੇ ਰੱਖੇ, ਪਰ ਹੁਣ ਆ ਕੀ ਕੀਤਾ ਕੁਦਰਤ ਨੇ। ਜੀਤੀ ਦੀ ਹਾਲਤ ਵੇਖ ਕਾਂਤੀ ਦਾ ਦਿਲ ਭਰ ਜਾਂਦਾ। ਬਚਪਨ ਦੀ ਜ਼ਿੰਦਗੀ ਖੇਡ ਤੇ ਦੁੱਖ ਤਕਲੀਫ 'ਚ ਸਾਥ ਦੀ ਵੱਧ ਲੋੜ ਹੁੰਦੀ ਹੈ।
ਹੁਣ ਜਦੋਂ ਅਸੀਂ ਸਾਰਾ ਕੁਝ ਸਹਾਰਨ ਜੋਗੇ ਹੋ ਗਏ ਤਾਂ ਹੀ ਰੱਬ ਨੇ ਇਮਤਿਹਾਨ ਚ ਪਾਤਾ। ਵਾਹਿਗੁਰੂ ਆਪੇ ਹੀ ਪਾਰ ਕਰੂ। ਤੂੰ ਦਿਲ ਦੀ ਗੱਲ ਦੱਸ ਮੈਨੂੰ, ਹੁਣ ਘਰ ਜਾਣਾ ਕਿ ਨਹੀਂ? ਕਾਂਤੀ ਨੇ ਧਨਕੌਰ ਨੇ ਸਾਂਝਾ ਜਿਹਾ ਜੀਤੀ ਤੇ ਸਵਾਲ ਕੀਤਾ। ਜੇ ਆਪਣਾ ਮਨ ਉਗਲੱਛੀ ਹੋਈ ਚੀਜ਼ ਨੂੰ ਦੁਬਾਰਾ ਖਾਣ ਨੂੰ ਨਹੀਂ ਕਰਦਾ ਤਾਂ ਘਰੋਂ ਤਾਇਆ ਹੋਇਆ ਧੀ ਪੁੱਤ ਫਿਰ ਘਰ ਵੱਲ ਨੂੰ ਮੂੰਹ ਚੁੱਕ ਕੇ ਭੱਜੇ ਤਾਂ ਫਿੱਟ ਲਾਹਨਤ ਤੇ ਉਹਦੇ। ਜਿਨ੍ਹਾਂ ਜਿਉਂਦਿਆਂ ਰਿਸ਼ਤੇ ਤੋੜਤੇ ਉਹਨਾਂ ਦੇ ਮਰਨ ਪਿੱਛੋਂ ਕੀ ਜੁੜਨ ਲੱਗੇ ਐ? ਤਾਈ ਸਾਲ 6 ਮਹੀਨੇ ਤਾਂ ਬਾਂਦਰੀ ਵੀ ਮਰੇ ਬੱਚੇ ਨੂੰ ਗਲੋਂ ਨਹੀਂ ਲਾਉਂਦੀ, ਪਰ ਮੇਰੇ ਪਿਓ ਤੇ ਭਰਾ ਨੇ ਆਪਦੇ ਹੱਥੀਂ ਮੈਨੂੰ ਜਿਬਾ ਕਰਨ ਦੀ ਕਸਰ ਨਹੀਂ ਛੱਡੀ। ਕੋਈ ਨਹੀਂ ਧੀਏ, ਜਨਾਨੀ ਜਾਤ ਇਹੋ ਜਿਹੀ ਹੈ ਜੋ ਮਨ ਤੇ ਹਰਖ ਗੁੱਸਾ ਬੰਨ ਕੇ ਨਹੀਂ ਰੱਖ ਸਕਦੀ। ਤੂੰ ਘਰ ਚੱਲ। ਉਸ ਘਰ ਤਾਈ ਜਿੱਥੇ ਮੈਨੂੰ ਬੇਪਤ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ, ਉਸ ਭਰਾ ਭਰਜਾਈ ਕੋਲ ਜਿਨ੍ਹਾਂ ਤੋਂ ਤੂੰ ਮੇਰੇ ਉੱਤੇ ਡਿੱਗ ਕੇ ਮੇਰੀ ਜਾਨ ਬਚਾਈ। ਹਰਗਿਜ਼ ਨਹੀਂ ਤਾਈ, ਭਾਵੇਂ ਤੁਸੀਂ ਮੈਨੂੰ ਬੁਰਾ ਕਹੋ ਜਾਂ ਭਲਾ। ਸੁੱਤੀ ਕਲਾ ਜਗਾਉਣੀ ਸੁੱਤੇ ਸ਼ੇਰ ਨੂੰ ਜਗਾਉਣ ਬਰਾਬਰ ਹੁੰਦੀ ਹੈ। ਲੋਕਾਂ ਦੀਆਂ ਨਜ਼ਰਾਂ 'ਚ ਇੱਥੇ ਮੈਂ ਪਰਾਏ ਘਰ ਹਾਂ, ਪਰ ਮੇਰੇ ਘਰ ਵਾਲਿਆਂ ਦੇ ਪੱਲੇ ਪਾਏ ਹੋਏ ਘਰ ਨੂੰ ਪਰਨਾਉਣ ਤੇ ਵੀ ਅੱਜ ਸਮਾਜਿਕ ਰਸਮਾਂ ਦੇ ਅਧੂਰੇ ਹੋਣ ਕਰਕੇ ਕੁਆਰੀ ਤੇ ਬਾ ਇੱਜ਼ਤ ਬੈਠੀ ਹਾਂ। ਤੁਸੀਂ ਮੇਰੇ ਮਾਪੇ, ਤੁਸੀਂ ਮੇਰੀ ਹਮਦਰਦੀ ਤੇ ਤੁਸੀਂ ਮੇਰੇ ਨਿੱਜ ਦੇ ਸਭ ਕੁਝ। ਜੇ ਕੁਝ ਕਰ ਸਕਦੇ ਹੋ ਤੇ ਬੇੜੀ ਪਾਰ ਲਾ ਦਿਓ, ਵਰਨਾ ਜੀਤੀ ਜੇ ਮੈਂ ਬੇਬੇ ਤੇ ਬਾਪੂ ਨਾਲ ਪ੍ਰੀਤੇ ਬਾਰੇ ਬਸ ਕਾਂਤੀ ਮੁੜ ਕੇ ਇਹ ਗੱਲ ਨਾ ਆਖੀ। ਬਹੁਤ ਦੇਰ ਕਰਤੀ ਤੂੰ। ਮੈਂ ਵੀ ਇੱਕ ਔਰਤ ਹਾਂ ਤੇ ਉਹ ਜੋ ਪ੍ਰੀਤੇ ਨਾਲ ਮੰਗੀ ਗਈ ਹੈ ਉਹ ਵੀ ਇੱਕ ਔਰਤ ਹੈ। ਸਾਡੇ ਸਮਾਜ ਦੀਆਂ ਅੱਖਾਂ 'ਚ ਅਜੇ ਅਜਿਹੀ ਦ੍ਰਿਸ਼ਟੀ ਦਾ ਸੁਰਮਾ ਨਹੀਂ ਪਿਆ ਜੋ ਮਨਪਸੰਦਾਂ ਜਾਂ ਜੋੜਾਂ ਕਜੋੜਾਂ ਦੀ ਉਧੇੜ ਬੁਣ ਨੂੰ ਸਹੀ ਵੇਖ ਕੇ ਸਮਝ ਕੇ ਸੁਲਝਾ ਸਕੇ। ਕਿਸੇ ਦੀ ਮੰਗਣੀ ਟੁੱਟਣੀ ਔਰਤ 'ਚ ਨੁਕਸ ਕੱਢ ਕੇ ਉਹਨੂੰ ਸਾਰੀ ਉਮਰ ਕੁਆਰੀ ਰਹਿਣ ਤੇ ਸਾਡਾ ਸਮਾਜ ਮਜਬੂਰ ਕਰਦਾ ਹੈ। ਪ੍ਰੀਤਾ ਮੇਰਾ ਪਹਿਲਾਂ ਭਰਾ, ਫਿਰ ਪਿਆਰਾ, ਹੁਣ ਵੀ ਮੇਰਾ ਭਰਾ ਤੇ ਤੂੰ ਭੈਣ। ਸਾਡਾ ਪਿਆਰਾ ਗੰਧ ਤੇ ਵਾਸ਼ਨਾ ਰਹਿਤ ਦਲ ਦੀ ਪੂਜਾ ਤੇ ਆਰਾਧਨਾ ਰਿਹਾ। ਉਹ ਵੀ ਮੈਂ ਕਮਲੀ ਨੇ ਉਹਦੀ ਆਰਾਧਨਾ ਕੀਤੀ। ਉਸ ਭੋਲੇ ਨੂੰ ਜਗਾਉਣ ਵਾਲੀ ਵੀ ਮੈਂ ਹੀ ਭਾਗਣ ਸੀ। ਸੋ ਕਾਂਤੀ, ਹੁਣ ਇਸ ਘਰ ਤੋਂ ਸਿਵਾਏ ਦੂਜੀ ਥਾਂ ਜਾਣਾ ਮੇਰੇ ਲਈ ਇੱਕ ਸਰਾਪ ਹੈ। ਸੋਚਣਾ ਵੀ ਇੱਕ ਪਾਪ ਹੈ। ਸੱਚੀ ਸੱਚ ਦਾ ਬੁਰਜ ਤੇ ਸੱਚੀ ਸੱਚ ਦੇ ਸਾਹਮਣੇ ਕਿੰਨੀਆਂ ਵੀ ਦਲੀਲਾਂ ਆਉਣ, ਉਹ ਸਭ ਬੇਕਾਰ ਹੁੰਦੀਆਂ। ਸੋਈ ਹੋਇਆ ਕਾਂਤੀ ਧਨਕੌਰ ਨਾਲ। ਮਾਲਾ ਜੋ ਖੁਦ ਇਸ ਘਰ ਨਾਲ ਜੀਤੀ ਦਾ ਨਾਤਾ ਜੋੜ ਕੇ ਗਿਆ ਸੀ, ਉਹ ਚੁੱਪ ਸੀ। ਮਹਿੰਦਰ ਸਿੰਘ ਜੀਤੀ ਨਾਲ ਹਮਦਰਦੀ ਰੱਖਦਾ ਹੋਇਆ ਵੀ ਉਹਦੇ ਦੁੱਖ ਦਰਦ ਵਿੱਚ ਚੁੱਪ ਚੁਪੀਤਾ ਬਹਿੰਦਾ ਜਾ ਰਿਹਾ ਸੀ। ਇੰਨੇ ਵੱਡੇ ਆਦਰਸ਼ ਵਾਲੀ ਕੁੜੀ ਦੀ ਆਹ ਜ਼ਿੰਦਗੀ, ਉਹਦਾ ਸਿਰ ਚੱਕਰਾ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਦੇਸ਼ 'ਚ ਕਿਸੇ ਵੀ ਉੱਚੇ ਆਦਰਸ਼ੋਂ ਵਾਲੇ ਨੂੰ ਪਾਗਲ, ਸ਼ੇਖ ਚਿੱਲੀ ਆਦਿ ਕਹਿ ਕੇ ਦੁਰਕਾਰ ਦਿੱਤਾ ਜਾਂਦਾ। ਅਫਸੋਸ, ਨਾਜ਼ੁਕ ਖਿਆਲਾਂ ਤੇ ਜਜ਼ਬਾਤਾਂ ਨੂੰ ਟੋਹਣ ਤੇ ਪੜ੍ਹਨ ਵਾਲੇ ਅੱਜ ਦੀ ਸਾਇੰਸ ਨੇ ਕੋਈ ਆਲੇ ਯੰਤਰ ਹੀ ਤਿਆਰ ਕਰ ਲਏ ਹੁੰਦੇ ਤਾਂ ਸ਼ਾਇਦ ਆਦਰਸ਼ਵਾਦੀਆਂ ਦੀ ਕੋਈ ਕੀਮਤ ਪੈ ਸਕਦੀ। ਆਦਮੀ ਨੂੰ ਸਭ ਤੋਂ ਚਤਰ ਬੁੱਧੀ ਵਾਲਾ ਸਮਝਿਆ ਜਾਂਦਾ, ਪਰ ਮਲੀਨ ਬੁੱਧੀ ਵਾਲਾ ਜਾਨਵਰ ਕੁੱਤਾ ਜੇਕਰ ਰਾਤ ਨੂੰ ਰੋਂਦਾ ਤਾਂ ਸਮਝਿਆ ਜਾਂਦਾ ਕੋਈ ਮੁਸੀਬਤ ਜਾਂ ਕਸ਼ਟ ਆਉਣ ਵਾਲਾ ਹੈ। ਸੋ ਜੋ 80% ਸਹੀ ਹੈ, ਪਰ ਚਤੁਰ ਬੁੱਧੀ ਵਾਲੇ ਇਨਸਾਨ ਨੂੰ ਤਾਂ ਅਜੇ ਇੰਨਾ ਗਿਆਨ ਵੀ ਨਹੀਂ ਹੋਇਆ। ਮਹਿੰਦਰ ਦੇ ਦਿਮਾਗ 'ਚ ਕਈ ਉਥਲ ਪੁਥਲ ਦੀਆਂ ਲਹਿਰਾਂ ਉੱਠਦੀਆਂ ਤੇ ਬੈਠਦੀਆਂ ਰਹੀਆਂ। ਹੁਣ ਫਿਰ ਤੁਸੀਂ ਦੱਸੋ ਪੁੱਤਰ ਮਹਿੰਦਰ ਸਿਆਂ, ਮਾਲਾ ਸਿਆਂ, ਧਨਕੌਰ ਨੇ ਚਿੰਤਾ 'ਚ ਪੁੱਛਿਆ। ਪਹਿਲਾਂ ਵੀ ਤਾਂ ਜੀਤੀ ਸਮੇਂ ਦੇ ਹੱਥੋਂ ਬਹੁਤ ਮਾਰ ਖਾ ਬੈਠੀ ਹੈ, ਹੋਰ ਉਹਨੂੰ ਨਾ ਸਤਾਈਏ। ਜੋ ਉਹਦੀ ਇੱਛਾ ਹੈ ਉਵੇਂ ਹੀ ਕਰ ਦਿੱਤਾ ਜਾਏ, ਮਹਿੰਦਰ ਸਿੰਘ ਦੀ ਰਾਏ ਸੀ। ਮੇਰੀ ਇੱਛਾ ਤਾਂ ਬਿਲਕੁਲ ਹੀ ਸਵਾਲ ਨਹੀਂ ਹੈ ਵੀਰ ਜੀ। ਸਵਾਲ ਹੈ ਜਿੱਥੇ ਮੈਨੂੰ ਹਾਲਾਤਾਂ ਲਿਆ ਕੇ ਖੜੀ ਕੀਤਾ। ਇੱਥੇ ਇਹ ਹਾਲਾਤ ਸਿਰਫ ਇੱਕ ਰਾਤ ਦੁੱਖ ਦੀ ਕਟਾਉਣ ਦੀ ਕਾਰਨ ਪੈਦਾ ਹੋਏ। ਹੁਣ ਤਾਂ ਇੱਥੇ ਮੈਨੂੰ ਕਿੰਨੇ ਹੀ ਦਿਨ ਬੀਤ ਗਏ। ਅੰਦਾਜ਼ਾ ਲਾਓ ਕੀ ਹਸ਼ਰ ਹੋ ਸਕਦਾ ਹੈ ਜੇ ਮੈਂ ਹੁਣ ਕੋਈ ਹੋਰ ਗੱਲ ਸੋਚਾਂ। ਬੇਸ਼ੱਕ ਮੈਂ ਹਰ ਵੇਲੇ ਬੇਦਾਗ ਰਹੀ ਹਾਂ। ਹੁਣ ਸਵਾਲ ਇੱਥੋਂ ਅੱਗੇ ਵਧਣ ਦਾ, ਨਾ ਕਿ ਪਿੱਛੇ ਹਟਣ ਦਾ। ਸੁੱਤਾ ਆਦਮੀ ਤਾਂ ਸੁਪਨਿਆਂ ਦੇ ਕੀਮਤੀ ਪਲ ਵੀ ਸੰਭਾਲ ਨਹੀਂ ਸਕਦਾ। ਮੈਂ ਤਾਂ ਹੁਣ ਜਾਗਦੀ ਹਾਂ, ਸੋ ਵੇਲੇ ਦੀ ਹਕੀਕਤ ਤੇ ਅਸਲੀਅਤ ਨੂੰ ਕਿਉਂ ਹੱਥੋਂ ਛੱਡਾਂ। ਜੀਤੀ, ਮੈਂ ਤੇਰੀ ਗੱਲ, ਤੇਰੀ ਹਾਲਤ ਤੇ ਤੇਰੇ ਮਨ ਨੂੰ ਸਮਝਦਾ ਹੋਇਆ ਪਸੀਜ ਰਿਹਾ, ਮਹਿੰਦਰ ਸਿੰਘ ਕਹਿ ਰਿਹਾ ਸੀ। ਅਖੀਰਲਾ ਕਾਂਡ 30ਵਾਂ। ਸਾਰਿਆਂ ਨੇ ਸਲਾਹ ਕਰਕੇ ਪ੍ਰੋਫੈਸਰ ਸ਼ਰਮਾ, ਉਹਦੀ ਮਾਂ ਕ੍ਰਿਸ਼ਨਾ ਦੇਵੀ ਤੇ ਭੈਣ ਸ਼ੀਲਾ ਨੂੰ ਬੁਲਾ ਕੇ ਉਹਨਾਂ ਦਾ ਮਨ ਟੋਇਆ। ਭੈਣ ਧਨਕੌਰੇ ਤੇ ਕਾਕਾ, ਤੁਸੀਂ ਹੁਣ ਕੁੜੀ ਦਾ ਮਨ ਹੋਰ ਦੁਖੀ ਨਾ ਕਰੋ। ਮੇਰੀ ਤਾਂ ਜਿੱਥੇ ਸ਼ੀਲਾ ਤੇ ਉੱਥੇ ਇਹ। ਤੁਸੀਂ ਦਿਨ ਪੱਕਾ ਕਰੋ ਤੇ ਇਹਨਾਂ ਨੂੰ ਬੰਧਨ 'ਚ ਬੰਨ੍ਹ ਕੇ ਆਪਦਾ ਘਰ ਵਸਾਉਣ ਲਈ ਆਸ਼ੀਰਵਾਦ ਦੇਈਏ। ਕ੍ਰਿਸ਼ਨਾ ਦੇਵੀ ਨੇ ਗੱਲ ਨੂੰ ਸਿੱਧਾ ਤੇ ਸਪਸ਼ਟ ਕਰਤਾ। ਠੀਕ ਹੈ, ਇਹ ਗੱਲ ਤੁਹਾਡੇ ਤੇ ਹੀ ਸਿੱਟੀ ਭੈਣ ਮੇਰੀਏ, ਧਨਕੌਰ ਨੇ ਜ਼ਰਾ ਖੁਸ਼ੀ ਨਾਲ ਕਿਹਾ। ਜੇ ਸਾਡੇ ਤੇ ਸੁੱਟਦੇ ਆ ਤਾਂ ਸਵੇਰ ਨੂੰ, ਜੇ ਮੰਦਰ ਕਹੋ ਤਾਂ ਮੰਦਰ, ਜੇ ਗੁਰਦੁਆਰੇ ਕਹੋ ਤਾਂ ਗੁਰਦੁਆਰੇ। 4 ਲਾਵਾਂ ਫੇਰੇ ਕਰਾ ਦਿੰਦੇ ਆ।
ਨਾ ਆਪਾਂ ਵਾਧੂ ਇਕੱਠ ਕਰੀਏ, ਨਾ ਵਾਧੂ ਲੋਕਾਂ ਦੀਆਂ ਗੱਲਾਂ ਤੇ ਚਰਚਾ ਸੁਣੀਏ। ਬੀਜੀ ਨੇ ਬਹੁਤ ਹੀ ਸਿਆਣੀ ਤੇ ਢੁਕਵੀਂ ਗੱਲ ਕੀਤੀ ਹੈ। ਮਾਲਾ ਸਿਆਂ, ਮਹਿੰਦਰ ਨੇ ਤਾਰੀਫ ਕੀਤੀ। ਠੀਕ ਹੈ ਜੀ, ਅਸੀਂ ਸਵੇਰੇ ਨੂੰ ਆ ਜਾਾਂਗੇ, ਕਹਿ ਮਹਿੰਦਰ ਉੱਠਣ ਲੱਗਾ। ਨਾ ਮੇਰਾ ਪੁੱਤ, ਜਾਣਾ ਕਿਤੇ ਨਹੀਂ ਹੁਣ। ਆਪਾਂ ਹੁਣ ਬਾਜ਼ਾਰ ਚੱਲਾਂਗੇ ਤੇ ਜੋ ਚੀਜ਼ ਲੋੜੀਂਦੀ ਹੈ ਉਹ ਲੈ ਕੇ ਤਿਆਰੀ ਕਰਨੀ ਹੈ। ਕ੍ਰਿਸ਼ਨਾ ਨੇ ਵੀ ਸਾਰਿਆਂ ਨੂੰ ਬਹਾ ਲਿਆ। ਜਾਓ ਬੇਟਾ, ਪੜ੍ਹਨ ਆਉਂਦੇ ਮੁੰਡੇ ਕੁੜੀਆਂ ਨੂੰ ਟਾਈਮ ਤੇ ਕੱਲ੍ਹ ਬਾਰੇ ਸਾਰਾ ਕੁਝ ਦੱਸ ਦੇ। ਸਾਡਾ ਤਾਂ ਇਹੀ ਮੇਲ, ਇਹੀ ਜਾਂਜੀ, ਇਹੀ ਮਾਂਜੀ। ਪ੍ਰੋਫੈਸਰ ਸੁਰੇਸ਼ ਮਾਂ ਦਾ ਆਦੇਸ਼ ਸੁਣ ਕੇ ਕਲਾਸ 'ਚ ਦੱਸਣ ਚਲਾ ਗਿਆ। ਕਾਂਤੀ ਨੇ ਮਾਲੇ ਨੂੰ ਸਹੁਰਿਆਂ ਤੋਂ ਸੱਤੋ ਨੂੰ ਤੇ ਭਗਤਿਓਂ ਚਰਨੋਂ ਨੂੰ ਲੈਣ ਭੇਜਤਾ। ਜਾ ਪੁੱਤ, ਨਾਲੇ ਘਰ ਸੁਣਨਾ ਨਹੀਂ ਛੱਡਣਾ। ਸਵੇਰੇ ਪਹਿਲੀ ਬੱਸ ਆ ਜਿਓ ਸਾਰੇ ਜਣੇ, ਧਨਕੁਰ ਨੇ ਪਿੱਛੇ ਦਾ ਖਿਆਲ ਕਰਦਿਆਂ ਕਿਹਾ। ਲੋੜੀਂਦੀ ਤਿਆਰੀ ਕਰ। ਦੂਜੇ ਦਿਨ ਸਵੇਰੇ ਹੀ ਨੇੜੇ ਦੇ ਗੁਰਦੁਆਰੇ ਜੀਤੀ ਤੇ ਪ੍ਰੋਫੈਸਰ ਸੁਰੇਸ਼ ਕੁਮਾਰ ਸ਼ਰਮਾ ਦੇ ਆਨੰਦ ਕਾਰਜ ਹੋ ਗਏ। ਆਸ਼ੀਰਵਾਦ ਲੈ ਕੇ ਘਰ ਪੁੱਜ ਕੇ ਅਕੈਡਮੀ ਦੇ ਮੁੰਡੇ ਕੁੜੀਆਂ ਰਲ ਕੇ ਕੁਝ ਪੀੜ ਤੇ ਕੁਝ ਹਾਸੇ ਮਖੌਲਾਂ ਦੇ ਮਿੱਸੇ ਜਿਹੇ ਮਾਹੌਲ 'ਚ ਚਾਹ ਪਾਣੀ ਨਾਲ ਮਿੱਠਾ ਕਰਾਰਾ ਖਾ ਪੀ ਕੇ ਸਾਰਿਆਂ ਨੇ ਖੁਸ਼ੀ ਮਨਾਈ। ਸਾਰਿਆਂ ਜੋੜੀ ਨੂੰ ਵਧਾਈ ਦਿੱਤੀ। ਜੀਤੀ ਦੇ ਮੂੰਹ ਤੇ ਇੱਕ ਵਾਰ ਵੀ ਮੁਸਕਾਨ ਨਾ ਆਈ। ਸਹੇਲੀਆਂ ਹਮ ਜਮਾਤਣਾ ਦੇ ਲੱਖ ਕੋਸ਼ਿਸ਼ ਕਰਨ ਤੇ ਵੀ ਉਹਦਾ ਮੁਰਝਾਇਆ ਚਿਹਰਾ ਖਿੜ ਨਾ ਸਕਿਆ। ਮਾਲਾ, ਚਰਨੋਂ ਤੇ ਧਨਕੁਰ ਤਾਂ ਉਸੇ ਸ਼ਾਮ ਹੀ ਘਰ ਚਲੇ ਗਏ। ਸ਼ੀਲਾ, ਕਾਂਤੀ, ਜੀਤੀ ਸੱਤੋ ਨੂੰ ਦੂਜੇ ਦਿਨ ਬੱਸ ਚੜ੍ਹਾ ਆਈਆਂ। ਮਹਿੰਦਰ ਸਿੰਘ, ਕਾਂਤੀ, ਜੀਤੀ ਤੇ ਪ੍ਰੋਫੈਸਰ ਸੁਰੇਸ਼ 2 ਦਿਨਾਂ ਪਿੱਛੋਂ ਚੰਡੀਗੜ੍ਹ ਚਲੇ ਗਏ। ਉੱਥੇ 2 ਦਿਨ ਇਕੱਠਿਆਂ ਰਹਿ ਕੇ ਪ੍ਰੋਫੈਸਰ ਤੇ ਜੀਤੀ ਨੂੰ ਸ਼ਿਮਲੇ ਹਨੀਮੂਨ ਮਨਾਉਣ ਭੇਜ ਦਿੱਤਾ। ਧੰਨਵਾਦ।